ਕਿਵੇਂ ਸਚਿਆਰਾ ਹੋਈਐ, ਕਿਵੇਂ ਕੂੜੈ ਟੁੱਟੈ ਪਾਰ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਮ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਮ। ਆਓ ਗੁਰੂ ਕੇ ਪਿਆਰਿਓ, ਅਦਬ ਸਹਿਤ ਸਤਿਗੁਰਾਂ ਦੀ ਮੁਬਾਰਕ ਗੋਦ ਅੰਦਰ ਸੱਜ ਬੈਠ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਪ੍ਰਕਾਸ਼ ਦਾ ਅਰਥ ਹੁੰਦਾ ਹੈ ਰੌਸ਼ਨੀ, ਚਾਨਣ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਸ਼ਬਦ ਬਹੁਤ ਵਾਰ ਵਰਤਿਆ ਗਿਆ ਹੈ ਤੇ ਇਸ ਸ਼ਬਦ ਨੂੰ ਜਦੋਂ ਮਹਾਰਾਜ ਨੇ ਬਾਣੀ 'ਚ ਵਰਤਿਆ ਤੇ ਉਹਦਾ ਅਰਥ ਵੀ ਹੈ ਰੌਸ਼ਨੀ, ਚਾਨਣ। ਚਾਨਣ ਦਾ ਸੰਬੰਧ ਸਮਝ ਨਾਲ ਹੁੰਦਾ ਹੈ। ਜਦੋਂ ਅਸੀਂ ਰਾਤ ਦਾ ਸਫ਼ਰ ਕਰਦੇ ਹੁੰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਹਨੇਰੇ ਕਰਕੇ ਸਫ਼ਰ ਘੱਟ ਨਿਬੜਿਆ, ਜਦੋਂ ਚਾਨਣ ਲੱਗ ਗਿਆ ਨਾ, ਰੌਸ਼ਨੀ ਹੋ ਗਈ ਤੇ ਸਫ਼ਰ ਸੁਖਾਲਾ ਹੋ ਜਾਣਾ। ਅਸੀਂ ਸਾਰੇ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸ਼ਹੀਦਾਂ ਦੇ ਸਰਤਾਜ ਪਿਤਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ, ਜਿੱਥੇ ਆਪ ਜੀ ਗੁਰੂ ਕੇ ਸਵਾਰਿਆਂ ਪਾਸੋਂ ਸੁਖਮਨੀ ਸਾਹਿਬ ਸ਼ਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਮੇਰੇ ਛੋਟੇ ਵੀਰ ਭਾਈ ਨਵਨੀਤ ਸਿੰਘ ਜੀ, ਤਿੰਨਾਂ ਨੇ ਆਪ ਜੀਆਂ ਨੂੰ ਮਨ ਦੀਆਂ ਕੁਝ ਬਾਤਾਂ ਜਿਹੜੀਆਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਵਰਤ ਕੇ ਇਸ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਹੈ, ਉਸ ਪਰਥਾਏ ਬਾਤ ਆਪ ਜੀ ਦੇ ਨਾਲ ਕਰ ਰਹੇ ਸਨ। ਹੁਣ ਅਸੀਂ ਜਦੋਂ ਬਾਣੀ ਸੁਣਦੇ ਆ ਤੇ ਪਹਿਲਾ ਜਿਹੜਾ ਪੱਖ ਹੈ ਨਾ, ਅਸੀਂ ਧਿਆਨ ਨਾਲ ਇਹ ਸੁਭਾਅ ਬਣਾਈਏ ਵੀ ਬਾਣੀ ਐਵੇਂ ਕਿਸੇ ਆਮ ਜਿਹੇ ਬੰਦੇ ਦੀ ਗੱਲ ਨਹੀਂ ਹੈ। ਇਹ ਬਹੁਤ ਵੱਡੀ ਗੱਲ ਹੈ। ਸ਼ਾਇਦ ਸਾਨੂੰ ਇਸ ਕਰਕੇ ਨਹੀਂ ਪਤਾ ਕਿਉਂਕਿ ਸਾਡੀ ਬਾਣੀ ਆਪਣੀ ਹੈ, ਕਿਉਂਕਿ ਸਾਡਾ ਹੀ ਗ੍ਰੰਥ ਹੈ, ਅਸੀਂ ਪ੍ਰਕਾਸ਼ ਕਰਦੇ ਹਾਂ। ਤੇ ਸਾਡੇ ਪੰਜਾਬੀਆਂ 'ਚ ਇੱਕ ਮੁਹਾਵਰਾ ਹੈ, ਘਰ ਕਾ ਜੋਗੀ ਬੋਲੋ ਜੀ, ਘਰ ਕਾ ਜੋਗੀ। ਸਾਨੂੰ ਐਂ ਲੱਗਦਾ ਸਾਡੇ ਹੀ ਮਹਾਰਾਜ ਨੇ, ਮੰਨ ਲਾਂਗੇ ਤਾਂ ਵੀ ਠੀਕ ਹੈ, ਨਹੀਂ ਮੰਨਾਂਗੇ ਫਿਰ ਕੀ ਹੋਇਆ। ਜਿਹੜਾ ਦੂਜਾ ਹੁੰਦਾ ਹੈ ਨਾ, ਅਸੀਂ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ। ਗੱਲ ਵਜ਼ਨਦਾਰ ਹੋਵੇ ਨਾ ਹੋਵੇ, ਇਹਦੇ ਨਾਲ ਸਾਨੂੰ ਫਰਕ ਨਹੀਂ ਪੈਂਦਾ। ਅਸੀਂ ਆਦਤ ਤੋਂ ਮਜਬੂਰ ਹਾਂ, ਅਸੀਂ ਗੱਲ ਦੂਜੇ ਦੀ ਸੁਣਦੇ ਹਾਂ, ਆਪਣਿਆਂ ਦੀ ਘੱਟ ਸੁਣਦੇ ਹਾਂ। ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਜੇ ਅਸੀਂ ਆਪਣਿਆਂ ਦੀਆਂ ਸੁਣਦੇ ਹੁੰਦੇ ਤੇ ਸ਼ਾਇਦ ਸਾਨੂੰ ਦੂਜਿਆਂ ਦੀਆਂ ਸੁਣਨੀਆਂ ਨਾ ਪੈਂਦੀਆਂ। ਜੇ ਅਸੀਂ ਆਪਣਿਆਂ ਦੀਆਂ ਸੁਣਦੇ ਹੁੰਦੇ ਤੇ ਸ਼ਾਇਦ ਸਾਨੂੰ ਦੂਜਿਆਂ ਦੀਆਂ ਸੁਣਨੀਆਂ ਨਾ ਪੈਂਦੀਆਂ। ਅਸੀਂ ਬੜੀ ਵਾਰ ਦੂਜਿਆਂ ਦੀਆਂ ਸੁਣੀਆਂ ਨੇ। ਅਸੀਂ 1947 'ਚ ਸੁਣੀਆਂ, ਅਸੀਂ 84 'ਚ ਸੁਣੀਆਂ, ਅਸੀਂ 78 'ਚ ਸੁਣੀਆਂ। ਅੰਮ੍ਰਿਤਸਰ ਦੀ ਧਰਤੀ ਸੀ ਨਾ 1978 'ਚ, ਤੇ ਅੰਮ੍ਰਿਤਸਰ ਦੀ ਧਰਤੀ ਤੇ ਕੋਈ ਕਹਿ ਰਿਹਾ ਸੀ ਵੀ ਇਸ ਕਿਤਾਬ 'ਚ ਕੀ ਹੈ, ਇਹਨੂੰ ਗੁਰੂ ਕਹੀ ਜਾਂਦੇ ਹੋ। ਇਹੀ ਗੱਲ ਸੀ ਨਾ 1978 'ਚ, ਇਹੀ ਵਾਪਰਿਆ ਸੀ। ਤੇ ਸਾਡੇ ਹੁਣ ਜੇ ਕੋਈ ਗੁਰੂ ਬਾਰੇ ਇੱਦਾਂ ਕਵੇ ਤੇ ਸਾਡੇ ਤੋਂ ਇਹ ਗੱਲ ਬਰਦਾਸ਼ਤ ਨਹੀਂ ਨਾ ਹੁੰਦੀ, ਅਸੀਂ ਕਰ ਹੀ ਨਹੀਂ ਸਕਦੇ। ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਕੋਈ ਬੰਦਾ ਗੁਰੂ ਸਾਹਿਬ ਬਾਰੇ ਐ, ਮੇਰੇ ਬਾਰੇ ਕਰ ਲੈ 100 ਵਾਰ ਕਰ ਲੈ, ਸਾਨੂੰ ਕੋਈ ਬੁਰਾ ਭਲਾ ਬੋਲ ਰਿਹਾ, ਸਾਨੂੰ ਇੰਨਾ ਫਰਕ ਨਹੀਂ ਪੈਂਦਾ। ਪਰ ਗੁਰੂ ਬਾਰੇ ਜੇ ਕੋਈ ਗੱਲ ਕਰੇ ਤੇ ਸਾਨੂੰ ਇਹ ਗੱਲ ਬੜੀ ਪਰੇਸ਼ਾਨ ਕਰਦੀ ਹੈ, ਕਿਉਂਕਿ ਸਾਡਾ ਸਨੇਹ ਹੈ, ਪਿਆਰ ਹੈ ਗੁਰੂ ਨਾਲ।
मैं कल दे दीवान विच भी कहा सी भी मनदे आ नहीं मनदे वो गल बात ही है, पर प्यार तो करते हैं ना गुरु साहब जी नूं। प्यार तो साडा सारियां दा बड़ा है। तो सानू दूजियां ने सुनाइयां, अमृतसर की धरती, अमृतसर का इलाका होवे ते कोई 200-400-500 बंदा इकट्ठा करके कहे ये किताब नूं गुरु कही जाते हैं, तो साडे तो ये गल बर्दाश्त नहीं हुंदी। ते पंथ नाल प्यार करने वाले 2-4 भरा जिहड़े सी वो कहंदे भी यार पुछीए तो सही इन्हां नूं भी इदां क्यों कहने हो तुसीं। पुछ तो सकते ही है ना, असीं कोई लड़ना नहीं चाहते, किसी नाल झगड़ा नहीं करना चाहते, कोई डांग सोटा नहीं हत्थ 'च खड़िया, कोई हथियार नहीं खड़िया, तो कुछ तैयारी करके नहीं गए, कोई 500-700-1000 बंदा नहीं लैके गए। जे असीं तैयारी नाल जांदे ते जे अगे 500 सी असीं 600 लै जांदे। अमृतसर शहर 'च 600 सिख खड़ना किड्डा औखा काम सी, पर असीं तो लड़ना ही नहीं सी चाहुंदे, साडा कोई इरादा ही नहीं सी लड़न दा। असीं तो इन्ना पुछना ही चाहुंदे सी भी तुसीं इदां क्यों कहने हो, पर अगले तैयारी नाल कह रहे सन ते पुछण गया नूं आउण दिता पर जाण नहीं दिता। साडे 13 सिंह 1978 विच इस करके और जिस तरह नाल उन्हां नूं शहीद कीता ना, जिहड़ी तरह नाल उन्हां नूं मारिया, सच्ची मेरी रूह कंब जाती है जो मैं वो वाकिया चेते करदा ना। कोई बहुती पुरानी तुहाडे तां कईयां दे मैनूं लगदा अखां वेखण दीयां गल्लां ने, कोई बहुती 500 साल पुरानी गल नहीं मैं कर रहा। कई बैठे ने, कई तां विच होने उस दौर दे, कईयां दी उदों 23-23 24-24 साल 25-25 साल दे होने आ कई, उन्होंने वो सारा दौर वेखिया अखां नाल। तुहाडे च बैठे इत्थे बजुर्ग जिवें कह रहे, असीं अज साडे च वो परसनैलिटियां, वो वीर भरा अज मौजूद ने जिन्हां ने वो दौर अखां नाल वेखिआ। ते कसूर दस दो साडा, जे कोई इहनूं इदां कहिंदा ते असीं पुछ नहीं सकदे भी क्यों कहने हो इदां भी। ते सानूं ये पुछण दा हक भी नहीं दिता जांदा। इहदा मतलब है तुसीं अपणिआं दीआं सुणनों हट गए सी, फिर गैर तुहानूं सुणाउण लग पए। जदों भरा भरा दी नहीं ना सुनदा, फिर गवांढी ते अखां कड्ढदे ही हुंदे ने भी इहदे नाल ते भरा भी नहीं है इहदा। जदों असीं अपणिआं दीआं नहीं सुणदे, फिर गैर अखां कड्ढदे ही नहीं। ये नुकता ध्यान नाल दिमाग 'च बिठा लिओ, अपणिआं दी सुणन दी आदत पाओ। चलो अपणिआं 'चों सारिआं दीआं छड्ड दो, ना किसी बंदे दी, ना भाई दी, ना कथावाचक दी, ना रागी दी, ना ढाडी दी, पर अपणिआं चों गुरु दी ते सुणीए घट्टो घट। बाकी सारिआं दीआं छड्ड दी आपां, गुरु दी ते सुणीए, ते सुणीए बड़े ध्यान नाल, क्योंकि गुरु साहब जी कोई आम गल नहीं है, नॉर्मल नहीं है। सानूं शायद एहसास नहीं है इस गल दा भी असीं किस गुरु दी गोद विच दिन 'च 2 वार आउणे आ। सानूं इलम ही नहीं, सानूं ऐ लगदा भी कोई गल नहीं, फिर की है, बड़ा हल्का लैने आ। इसलिए गुरु के प्यारे हो ध्यान नाल सुनिए, फिर समझिए, ते सुन के जो समझ आउंदा उहदे ते थोड़ा 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 चलण दा यतन करिए। जे चलांगे नहीं तो बाणी कहती है तेरे सुनन ते समझण दा भी कोई फायदा नहीं। मैं नहीं कह रहा, बाणी च लिखिआ है, महाराज कहते क्या पढ़ी है, क्या गुनीए, की तेरा फायदा पढ़न दा। आज जो असीं कर रहे हैं ये है गुनना, इनू गुनना कहते हैं। गुणीए मतलब गल्लां बातां करनियां, विचार करनी, संवाद करना। महाराज कहते की करा तेरे पढ़न नूं, की करा तेरियां कीतियां विचारां नूं, क्या पढ़ी है, क्या गुनीए। तो फिर अगली गल की महाराज ने तुहाडी सारियां दी, पहला की पाठ करन वालियां दी, फिर की मेरी। पहला की पाठ करन वालियां दी, फिर की मेरी। मैनू कहंदे भी पढ़न वाले दा की फायदा है, मैनू कहंदे समझाउण वाले दा की फायदा है। तो महाराज फायदा कोई नहीं, कहंदे अगली भी सुन ध्यान नाल। गया क्या वेद पुराना सुनीए, हुण कीती तुहाडी सारियां दी। भी इत्थे पढ़न वाले भी बड़े ने ते समझाउण वाले भी बड़े ने,
ਤੇ ਸੁਣਨ ਵਾਲੇ ਤਾਂ ਫਿਰ ਸਭ ਤੋਂ ਹੀ ਜ਼ਿਆਦਾ ਨੇ। पर महाराज कहते क्या पढ़िए क्या गुनिए क्या वेद पुराना सुनिए पढ़े सुने क्या हुई की हो जू ये नाल। मैनू दस 550 साल च की हो गया पढ़न सुनने वाले किते थोड़े ने इत्थे। किन्ने अखंड पाठ किन्ने दीवान किन्ने नगर कीर्तन किन्ने वड्डे वड्डे मार्च किन्ना कुछ हुंदा है किन्नियां शताब्दियां सारी सारी रात कीर्तन सारा सारा दिन कीर्तन 3-3 दिन दीवान चलते ही ने। पर बापू साडा जिन्हां नूं असीं सब तो श्रेष्ठ मनदे हां, ओह कहिंदे मैनूं दस पढ़े सुने क्या होई, दस मैनूं की होया पढ़न सुनन नाल। महाराज क्यों कोई फर्क नहीं पिया? कहंदे पढ़े सुने क्या होई जो जे सहज ना मिलियो सोई। टिका ते आया ही नहीं तेन। सहज मतलब टिका, तू टिकया ते है ही नहीं, सहज ते है ही नहीं तेरे कोल। इसलिए आओ अदब नाल सहज लैके पढ़ना सुनना विचारना, इहदा रिजल्ट है सहज। 1 साल बच्चा स्कूल जाता है तो वह रिजल्ट यह है भी वह पास होया कि फेल होया। जाना वड्डी गल नहीं है, किहड़े स्कूल जाता है, किहड़ा उहनूं पढ़ाउंदा है, किहड़ी वो यूनीफॉर्म पा के जाता है, किहड़ी वर्दी पा के जाता है, वह काहदे ते जाता है, की खांदा है, ये मैटर नहीं करता। रिजल्ट वाले दिन जदों उहदे हत्थ विच रिजल्ट सीट होनी है ना, जिहदे जदों दा रिजल्ट आउणा है, जदों उहदे हत्थ विच उहदा रिपोर्ट कार्ड होना है, उहदे ते ब्रेकफास्ट नहीं लिखिया होना, उहदे ते उहदे कपड़े नहीं लिखे होने भी सारा हफ्ता चमका चमका के कपड़े पा के आया है। रिपोर्ट कार्ड ते उहदे घरदियां दी प्रॉपर्टी नहीं लिखी होनी, रिपोर्ट कार्ड ते उहदी रैगूलर हाज़री नहीं लिखी होनी। की लिखिया होना है? उन्हें सारा साल आन के की समझे है, समझण तो बाद उहदे जो दिमाग विच आया उन्हें कागज ते कापी ते आंसर सीट ते उकरिया, उहदे हिसाब नाल उहदी असलीयत भी आ तेरी औकात है भाई, इन्ने जोगा है तू। हुण इत्थे ये भी स्कूल है, असीं इत्थे ध्यान नाल सुनना है समझना है, ते इहदे तो बाद साडी एक रिपोर्ट कार्ड तैयार होना हुंदा है, साडा रिपोर्ट कार्ड बनना है। तो वो रिपोर्ट कार्ड जिहड़ा है ना, उन्हें साडी वर्दी कपड़े किसी चीज़ का जिक्र नहीं करना, उन्हें जिक्र करना है सहज ना मिलियो सोई। वो तो आया ही नहीं, नंबर तो आया ही नहीं तेरे, तू तो 0-0 है हर थां ते। तुहानूं पता एजुकेशन नाल संबंधित वीर बैठे ने, टीचर बैठे ने, 0 तो बहुत वड्डी गल है। जे 26 नंबर भी आ जाण ते विद्यार्थी की हुंदा है भला? बोलो, 26 नंबर वाला फेल, 27 वाला भी फेल, 28 वाला भी फेल, 29 वाला भी फेल, 32 वाला भी, 33 वाला पास हुंदा है मर के। तो सिख 0 ते ही मान करी जांदा भी फिर की होया, जाने ते आई है ना स्कूल, नहीं आउंदे नंबर ना सही। तेरे बच्चों के ना आउण नंबर भला फिक्र नहीं पैंदा सानूं? हद हो गई, इन्ने दिन स्कूल जाते हैं नंबर आए नहीं ये। वीकली टेस्ट हुंदा है, वीकली टेस्ट हुंदा है, तुसीं कापी नहीं वेंदे भी अज किन्ने नंबर आए तेरे भला? ते जे घटदे जाण नंबर दिनों दिन, उहदे पहिलां आउण 10 विचों 9, फिर 8, फिर 7, ते फिर शाबाश दिंदे हो टीचरां नूं, बल्ले बल्ले तुहाडे भी कमाल करदी, हुण हौली हौली प्रोग्रेस हो रही है। गल नहीं पैंदी टीचरां दे जाके भी ये की होया, पहिलां 10 विचों 9 आउंदे सी, हुण 8 रह गए। तो हुण मैनूं दस्सिओ, सिੱਖੀ ਦੇ ਸਕੂਲ ਵਿੱਚ ਜਦੋਂ ਸਿਰਾਂ ਦੀ ਫੀਸ ਲੱਗਦੀ ਸੀ ਉਦੋਂ 100% ਨੰਬਰ ਆਉਂਦਾ ਸੀ, ਹੁਣ ਕਿੰਨੇ ਕੁ ਆਉਂਦੇ ਨੇ ਸਾਡੇ? ਹੁਣ ਤਾਂ ਨਹੀਂ ਨਾ ਆਉਂਦੀ। ਇਸੇ ਕਰਕੇ ਸੁਣਨਾ ਬਹੁਤ ਜ਼ਰੂਰੀ ਹੁੰਦਾ, ਅਦਬ ਨਾਲ ਧਿਆਨ ਨਾਲ ਸੁਣਿਆ ਕਰੀਏ। ਤੇ ਸੁਣਨ ਵਿੱਚ ਇੱਕ ਸਵਾਲ ਅਸੀਂ ਰੋਜ਼ਾਨਾ ਹੀ ਸੁਣਦੇ ਆ, ਮੈਂ ਆਪ ਜੀ ਦੇ ਨਾਲ ਅੱਜ ਕੋਸ਼ਿਸ਼ ਕਰਾਂਗਾ ਥੋੜਾ ਜਿਹਾ ਆਪਾਂ ਜਪਜੀ ਸਾਹਿਬ ਵਾਲੇ ਬੰਨੇ ਧਿਆਨ ਦੇਈਏ। ਕੁਝ ਜ਼ਰੂਰੀ ਗੱਲਾਂ ਨੇ
ਜਿਹੜੀਆਂ ਸਾਨੂੰ ਧਿਆਨ ਨਾਲ ਸਮਝਣੀਆਂ ਜਾਣਨੀਆਂ ਚਾਹੀਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਕਿਵੇਂ ਸਚਿਆਰਾ ਹੋਈ ਹੈ। ਸਵਾਲ ਹੈ, ਕਿਵੇਂ ਪਾਸ ਹੋਈਏ, ਕਿਵੇਂ ਸਚਿਆਰ ਹੋਈਏ, ਕਿਵੇਂ ਨੰਬਰ ਆਉਣਗੇ, ਕਿਵੇਂ ਰਿਪੋਰਟ ਕਾਰਡ ਵਧੀਆ ਬਣੇਗਾ। ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜੈ ਟੁੱਟੈ ਪਾਲ। ਕਿਵੇਂ ਟੁੱਟੇ ਅਗਿਆਨਤਾ ਵਾਲੀ ਕੰਧ, ਜਿਹੜੀ ਮੇਰਾ ਰਿਪੋਰਟ ਕਾਰਡ ਠੀਕ ਬਣਨ ਨਹੀਂ ਦਿੰਦੀ, ਜਿਹੜੀ ਮੈਨੂੰ ਪੜਨ ਨਹੀਂ ਦਿੰਦੀ। ਤੇ ਮਹਾਰਾਜ ਨੇ ਕਿਹਾ, ਘਬਰਾ ਨਾ ਜਾਈ। ਮੈਂ ਨਾਲ ਹੀ ਅਗਲੇ ਬੰਨੇ ਦੱਸ ਦਿੱਤਾ ਹੈ, ਹੁਕਮ ਰਜਾਈ ਚੱਲਣਾ। ਇਹ ਨਾ ਫਿਕਰ ਕਰਨ ਲੱਗ ਪਈ ਵੀ ਬਣਨਾ ਹੀ ਨਹੀਂ ਰਿਪੋਰਟ ਕਾਰਡ ਤੇ ਆਪਣਾ। ਕਈ ਬੰਦੇ ਐ ਨਹੀਂ ਵੀ ਸਾਡੇ ਕਰਮਾਂ ਸ਼ਾਇਦ ਰੱਬ ਨੇ ਲਿਖਿਆ ਹੀ ਨਹੀਂ ਏਦਾਂ, ਨਾ, ਨਾਲ ਹੀ ਲਿਖਿਆ ਅਗਲੇ ਬੰਨੇ। ਰੋਜ਼ਾਨਾ ਹੀ ਪੜ੍ਹਦੇ ਆ। ਕੀ ਕਹਿੰਦੇ ਮਹਾਰਾਜ, ਹੁਕਮ ਰਜਾਈ ਚੱਲਣਾ। ਨਾਨਕ, ਹੇ ਨਾਨਕ ਜੀ, ਲਿਖਿਆ ਨਾਲ ਹੀ ਲਿਖਿਆ। ਹੁਣ ਵੇਖੋ ਕਿੱਡੀ ਗਜ਼ਬ ਗੱਲ ਹੈ। ਆਓ ਰਲ ਮਿਲ ਕੇ ਆਪਾਂ ਵਿਚਾਰ ਆਰੰਭਦੇ ਹਾਂ। ਵਿਚਾਰ ਆਰੰਭਣ ਤੋਂ ਪਹਿਲਾਂ ਇੱਕ ਵਾਰ ਸਾਰੇ ਗੁਰੂ ਬਖਸ਼ਿਸ਼ ਦੁਹਰਾਈਏ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 35 ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ, ਜਿਨ੍ਹਾਂ ਵਿੱਚੋਂ 6 ਗੁਰੂ ਸਾਹਿਬਾਨ, 11 ਭੱਟ, 15 ਭਗਤ ਤੇ 3 ਗੁਰਸਿੱਖ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਮੈਂ ਕਿਹਾ ਸੀ ਵੀ ਗੁਰੂ ਗ੍ਰੰਥ ਸਾਹਿਬ ਬਹੁਤ ਮਹਾਨ ਚੀਜ਼ ਹੈ। ਇਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਬਾਰੇ ਮਹਾਰਾਜ ਨੇ ਆਪ ਹੀ ਬਾਣੀ 'ਚ ਲਿਖਿਆ, ਵਾਹ ਵਾਹ ਬਾਣੀ ਨਿਰੰਕਾਰ। ਇਹਦਾ ਕੋਈ ਜਿਵੇਂ ਰੱਬ ਦਾ ਉਰਲਾ ਪਾਰਲਾ ਬੰਨਾ ਨਹੀਂ, ਐਵੇਂ ਬਾਣੀ ਦਾ ਵੀ ਕੋਈ ਉਰਲਾ ਪਾਰਲਾ ਬੰਨਾ। ਬਾਣੀ ਵੀ ਨਿਰੰਕਾਰ, ਕਿਉਂਕਿ ਨਿਰੰਕਾਰ ਦੀ ਬਾਣੀ ਹੈ। ਸਾਨੂੰ ਐ ਲੱਗਦਾ ਵੀ ਨਿਰੰਕਾਰ ਕਿੱਥੇ ਹੈ। ਜਪਜੀ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਤੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਤੇ ਭੋਗ ਪੈ ਜਾਂਦਾ। ਨਿਰੰਕਾਰ ਕਿੱਥੇ ਹੈ। 3 ਦਿਨ ਲੱਗਦੇ ਨੇ, 48 ਘੰਟਿਆਂ 'ਚ ਬੰਦੇ ਕੰਮ ਨਿਬੇੜ ਦਿੰਦੇ। ਕਿਉਂਕਿ ਸਾਡਾ ਤਾਂ ਮੰਨਣਾ ਏਦਾਂ ਹੀ ਹੈ। ਤੇ ਕਈ ਵਾਰ ਪਿੰਡਾਂ 'ਚ ਏਦਾਂ ਦੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਵੀ ਨਹੀਂ ਨਹੀਂ, ਸਾਡੇ ਕੋਲ ਏਦਾਂ ਦੇ ਪਾਠੀ ਨੇ, 48 ਵੀ ਨਹੀਂ ਲੱਗਣ ਦਿੰਦੇ। ਕਿਉਂਕਿ 48 ਵਾਲੀ ਉਹਨਾਂ ਨੂੰ 48 ਲੱਗਦੇ ਨੇ ਜਿਹੜੇ ਘੰਟੇ 'ਚ 2 ਘੰਟਿਆਂ 'ਚ 60 ਅੰਕ ਕਰਨ। ਤੇ ਜਿਹੜੇ 80-85 ਵਾਲੇ ਨੇ ਫਿਰ ਤੇ 48 ਤੋਂ ਪਹਿਲਾਂ ਹੀ ਹੋਊ ਨਾ ਕੰਮ। ਸਾਨੂੰ ਐ ਲੱਗਦਾ ਵੀ ਏਦਾਂ ਹੁੰਦਾ ਸ਼ਾਇਦ। ਨਹੀਂ 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 ਨਹੀਂ, ਧਿਆਨ ਨਾਲ ਸਮਝਣੀਆਂ ਗੱਲਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਣੀ ਨਿਰੰਕਾਰ ਹੈ। ਤੇ ਨਿਰੰਕਾਰ ਦਾ ਮਤਲਬ ਹੈ ਵੀ ਜਿਹਦਾ ਉਰਲਾ ਤੇ ਪਾਰਲਾ ਬੰਦਾ ਨਹੀਂ ਹੈ। ਬਹੁਤ ਸ਼ਬਦ ਬਾਣੀ ਪਰਥਾਏ ਵਰਤੇ ਨੇ। ਧੁਰ ਕੀ ਬਾਣੀ ਆਈ, ਕੀ ਕਰਦੀ ਹੈ? ਬੋਲੋ ਗੱਜ ਕੇ, ਧੁਰ ਕੀ ਬਾਣੀ ਆਈ। ਵਾਹ ਵਾਹ, ਕੀ ਕਰਦੀ ਹੈ? ਸਾਰੀਆਂ ਹੀ ਚਿੰਤਾਵਾਂ। ਤੇ ਸਿੱਖਾਂ ਨੂੰ ਤੇ ਹੁਣ ਕੋਈ ਚਿੰਤਾ ਨਹੀਂ ਹੋਣੀ। ਫਿਰ ਆਪਾਂ ਨੂੰ ਤਾਂ ਕੋਈ ਚਿੰਤਾ ਨਹੀਂ ਹੋਣੀ ਹੁਣ। ਤੇ ਫਿਰ ਬੀਪੀ ਦੀਆਂ ਗੋਲੀਆਂ ਕਿਉਂ ਖਾਂਦੇ ਆ? ਸ਼ੂਗਰ ਕਿਉਂ ਵੱਧਦੀ ਘਟਦੀ ਹੈ? ਕੈਸਟਰੋਲ ਕਿਉਂ ਵੱਧਦਾ ਘਟਦਾ ਜਦੋਂ ਸਿੱਖ ਦੇ ਘਰ ਚਿੰਤਾ ਹੀ ਕੋਈ ਨਹੀਂ? ਤੇ ਇਹਦਾ ਮਤਲਬ ਹੈ ਸਿਰਫ ਪੜ੍ਹੀ ਹੈ ਧੁਰ ਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ। ਮੈਂ ਬੜੀ ਵਾਰ ਕਹਿੰਦਾ ਹੁੰਦਾ, ਧੁਰੋਂ ਆਈ ਹੈ ਤੇ ਧੁਰੇ ਹੀ ਬਚਾਈ ਜਾਂਦੇ ਆ। ਖੰਡ ਪਾਠ ਰੱਖਦੇ ਆ, ਉੱਚਾ ਸਾਰਾ ਸਪੀਕਰ ਲਾ ਦਿੰਦੇ ਇੱਕ, ਕਹਿੰਦੇ ਵੀ ਐ ਦੂਰ ਤੱਕ ਪਤਾ ਲੱਗੇ ਵੀ ਫਲਾਨਿਆਂ ਦੇ ਘਰ ਖੰਡ ਪਾਠ। ਘਰ ਦਾ ਕੋਈ ਟੱਬਰ ਦਾ ਜੀ ਨਹੀਂ ਸੁਣਦਾ ਵੀ ਮਹਾਰਾਜ ਕੀ ਕਹਿੰਦੇ ਨੇ। ਸਪੀਕਰ ਲਾਇਆ ਤੇ ਪਾਠੀ ਸਿੰਘਾਂ ਨੂੰ ਕਹਿ ਦਿੰਦੇ ਆ ਵੀ ਸ਼ਾਮ ਸਵੇਰੇ ਵਧੀਆ ਦੇ ਪਾਠੀ ਦੀ ਡਿਊਟੀ ਲਾਇਓ। ਫਿਰ ਵਧੀਆ ਦਾ ਮਤਲਬ ਹੁਣ ਤੁਸੀਂ ਸਮਝ ਕੇ ਹੋਣੇ ਆ, ਮੈਂ ਬਹੁਤੀ ਡਿਟੇਲ 'ਚ ਨਹੀਂ ਜਾਂਦਾ। ਸਮਝਣੀ ਥੋੜ੍ਹੀ ਹੈ ਗੱਲ ਵੀ ਮਹਾਰਾਜ ਲਾਗੇ ਬਈਏ, ਸੁਣੀਏ ਧਿਆਨ ਨਾਲ ਭਲਾ ਵੀ ਮਹਾਰਾਜ ਕੀ ਕਹਿਣਾ ਚਾਹੁੰਦੇ ਨੇ। ਕਿਹੜੇ ਵੇਲੇ ਬਾਣੀ ਧੁਰੋਂ ਆਈ ਹੈ ਤੇ ਧੋਰੀ ਪਠਾਈ ਜਾ ਰਹੀ ਹੈ। ਅੱਛਾ, ਬਾਣੀ ਬਹੁਤੇ ਥਾਵਾਂ ਤੇ ਬਾਣੀ ਦਾ ਭੋਗ ਪੈਂਦਾ ਤੇ ਉਦੋਂ ਵੀ ਇਹ ਕਹਿ ਦਿੱਤਾ ਜਾਂਦਾ ਹੈ
महाराज सच्चे पातशाह जी धुर की बाणी पढ़ी गई, पढ़ी सुनी बाणी कित्थे प्रवान करनी। कमाल है। हुण तुसीं वेखो भी बंदे सामने बैठे, इन्हां दे हिरदे च भी पा लो माड़ी मोटी गल। सोध के बाणी सचखंड प्रवान करनी, भी सचखंड तो आई है, सचखंड की बाणी है ना। सचखंड की बाणी ने सानू बदलना है। कहना यह चाहिए असीं सच्चे पातशाह जी पढ़ी सुनी बाणी का भाव आईयां होईयां संगतां दे हिरदियां च वसाउणा, सोध के इन्हां दे दिमाग च पाउणी कोई गल, इन्हां दी सुरत विच पवे, इन्हां दे दिमाग विच पवे, माड़ा मोटा साडा सुभाव बदले, साडीआं आदतां बदलन, साडे नेचर बदलन। असीं एक दूजे नूं वेख के मत्थे ते त्योड़ियां पाउणियां छड्डीए, एक दूजे नूं वेख के हੱਸਿਆ करिए। पर ना, तुर की बाणी आई तो तुरे ही पचाई बस। भला किवें होऊ साडा? 550 साल च बाणी सारा जोर साडे सिखां दा लगा भी धुर ते पहुंच जे, सचखंड प्रवान कर लियो महाराज बाणी आ गई बस करके तैयार भेजती 3 दिन इत्थों, हुण इत्थे सचखंड संभाल लियो, ਇੱਥੇ पाओ महाराज। साडी सुरत विच पवे कोई गल, साडियां अखां विच पवे कोई गल, साडे दिमाग विच पवे। साडियां अखां, असीं अखां च ते पाई नहीं, अखां ने ते वेखी नहीं बाणी, ते जिहड़ियां अखां बाणी वेखणगीआं ना, बाणी च लिखिआ से अखड़ियां बयान, वो अखां भी बयान करन तो बाहरियां हो जाणियां ने। एडियां कमाल दियां अखां होणगियां जिहड़ियां च बाणी पैगी, जिन्हां च बाणी दा सुरमा पैगा। हुणे गुरु के सवारे सुखमनी साहब पढ़ रहे सी, असीं ध्यान कित्थे दिंदे आ? आपां ते असल च ना, गुस्सा ना करियो कोई मेरा वीर भरा, कोई मेरी भैन, आपां ते शॉर्टकट लभे ने। सुखमनी साहब दा मतलब है भी एक दिन च निबड़ जांदा काम, 3 दिन नालों खिहड़ा आया बहुता सौखा काम इदां। चलो सुखमनी साहब ही ध्यान नाल सुनिए। गुरु अर्जन साहब पातशाह जी कहते इन्हां अखां च सुरमा पाया कर। हुण इन्ना की ना सुनियो सुरमा पाया कर, सुरमे बथेरे ने साडे घर अखां च पाउण लई, पर गुरु नानक साहब जी एक सुरमा दिंदे ने, गुरुद्वारियों भी सुरमा मिलदा है, गुरुद्वारियों भी सुरमा मिलदा, ये तो कदी सुनिया नहीं। सुरमा तो दुकानां तो मिलदा। इस बापू कोल भी सुरमा है। गुरु अर्जन साहब पातशाह जी एक सुरमा दिंदे ने, पता वो सुरमा किहड़ा है? वो सुरमा है ज्ञान अंजन गुर दिया। अंजन कहंदे सुरमे नूं, अंजन किहनूं कहंदे ने? सुरमे नूं। ज्ञान दा सुरमा गुरु ने दिता, ज्ञान अंजन गुर दिया। ते ये सुरमा की करदा है? अज्ञान अंधेर विनाश। ये अज्ञानता दा हनेरा नाश कर दिंदा, मुका दिंदा है। ते फिर की हुंदा है? हर किरपा ते संत भेटिया। हरी दी किरपा नाल संत मिल गया। हुण किहड़ा संत? चोले वाला कोई? असीं तो सुखमनी साहब सारी फेटी संतां ते करती है। महाराज ने सुखमनी साहब च संतां दी किन्नी वडियाई, किहड़े संतां दी भला? जिन्हां दी पेशियां पैंदियां ने, जिहड़े संतां दे केस कोर्ट कचहरियां च, उन्हां संतां दी गल है। ਜਿਹੜੇ ਸੰਤਾਂ ਦੀਆਂ ਜ਼ਮੀਨਾਂ ਦੇ ਰੌਲੇ ਚੱਲਦੇ ਨੇ, ਉਹਨਾਂ ਸੰਤਾਂ ਦੀ ਗੱਲ ਹੈ ਕਿਤੇ। ਤੇ ਸਮਝਣਾ ਤੇ ਪੈਣਾ ਨਾ ਸਾਨੂੰ ਧਿਆਨ ਨਾਲ। ਮਹਾਰਾਜ ਨੇ ਕਿਹਾ ਲਿਖਿਆ ਸਾਰਾ ਕੁਝ ਪਿਆ ਇੱਥੇ, ਸਾਰਾ ਤੇਰੀਆਂ ਅੱਖਾਂ ਦੇ ਸਭ, ਪਰ ਤੇਰੀ ਵਿਆਖਿਆ ਆਪਣੀ ਹੈ, ਤੇਰੇ ਸ਼ਬਦ ਆਪਣੇ ਨੇ, ਤੂੰ ਹਰ ਚੀਜ਼ ਨੂੰ ਆਪਣਾ ਰੰਗ ਦੇ ਲੈਣਾ। ਹਰ ਕਿਰਪਾ ਤੇ ਸੰਤ ਭੇਟਿਆ। ਸੰਤ ਜਦੋਂ ਵੇਖੋਗੇ ਨਾ ਤੇ ਤੱਤੇ ਨੂੰ ਔਂਕੜ ਹੋਏਗਾ ਉੱਥੇ। ਜਿਹੜੇ ਬਾਣੀ ਪੜ੍ਹਨ ਵਾਲੇ ਤੁਹਾਨੂੰ ਪਤਾ ਲੱਗ ਜਾਣਾ ਤੱਤੇ ਨੂੰ ਕੀ ਲੱਗਾ? ਔਂਕੜ। ਹੁਣ ਸੰਤ ਸ਼ਬਦ ਤੁਸੀਂ ਲਿਖਣਾ ਹੋਵੇ, ਤੁਹਾਨੂੰ ਕੋਈ ਕਹੇ ਇੱਥੇ ਸੰਤ ਲਿਖੋ, ਤੇ ਔਂਕੜ ਲਾਉਣਾ ਪੈਂਦਾ ਨਾਲ? ਨਹੀਂ ਲੱਗਦਾ। ਸੱਸਾ ਉੱਤੇ ਟਿੱਪੀ ਤੇ ਤੱਤਾ,
ਪੰਜਾਬੀ 'ਚ ਸੰਤ ਇਦਾਂ ਹੀ ਲਿਖਿਆ ਜਾਂਦਾ। ਔਂਕੜ ਕਿਉਂ ਲੱਗਾ? ਇਹਦੇ ਲਈ ਤੇ ਸਮਝਣਾ ਪੈਣਾ ਧਿਆਨ ਨਾਲ ਵੀ ਮਹਾਰਾਜ ਨੇ ਔਂਕੜ ਕਿਉਂ ਲਾਇਆ। ਉਹ ਸੰਤੋ ਆਪਾਂ ਬੋਲਦੇ ਨਹੀਂ ਉਹਨੂੰ, ਕਿਉਂਕਿ ਵੈਸੇ ਔਂਕੜ ਦਾ ਉਚਾਰਨ ਹੁੰਦਾ ਹੈ, ਤੁਸੀਂ ਕੱਕਾ ਹਾ ਬਾਣੀ 'ਚ ਬਹੁਤ ਥਾਵਾਂ ਤੇ ਆਏਗਾ, ਤੇ ਜਦੋਂ ਹਾਹੇ ਨੂੰ ਔਂਕੜ ਲੱਗਾ ਹੁੰਦਾ ਤੇ ਅਸੀਂ ਬੋਲਦੇ ਹਾਂ ਕਹੋ, ਇਦਾਂ ਹੀ ਬੋਲਦੇ ਹਾਂ ਨਾ। ਕੱਕਾ ਰਾਰਾ ਹਾਹੇ ਨੂੰ ਔਂਕੜ ਲੱਗਾ ਹੋਵੇ ਤੇ ਅਸੀਂ ਬੋਲਦੇ ਹਾਂ ਕਰੋ, ਹਾਹੇ ਦਾ ਔਂਕੜ ਬੋਲ ਰਿਹਾ ਹੈ ਨਾ। ਪਰ ਜਦੋਂ ਸੰਤ ਨੂੰ ਔਂਕੜ ਆਇਆ ਤੇ ਨਹੀਂ ਬੋਲਿਆ। ਤੁਸੀਂ ਤੁਹਾਡੇ ਚੋਂ ਕੋਈ ਵੀਰ ਭੈਣ ਬਾਣੀ ਦਾ ਪਾਠ ਕਰਨ ਵਾਲੇ ਜਿਹੜੇ ਨੇ, ਜਦੋਂ ਪੜ੍ਹਦੇ ਹੋ ਤੁਸੀਂ ਏਦਾਂ ਨਹੀਂ ਪੜ੍ਹਦੇ ਉਹਨੂੰ ਔਂਕੜ ਲਾ ਕੇ, ਤੁਸੀਂ ਬਿਨਾਂ ਔਂਕੜ ਤੋਂ ਹੀ ਪੜ੍ਹਦੇ ਹੋ। ਪਰ ਔਂਕੜ ਲੱਗਾ ਹੈ ਉਹਨੂੰ, ਤੇ ਇਸ ਕਰਕੇ ਨਹੀਂ ਲੱਗਾ ਵੀ ਮਹਾਰਾਜ ਨੇ ਉਦਾਂ ਹੀ ਲਾਤਾ, ਚੱਲ ਲਿਖ ਰਹੇ ਸੀ ਮਹਾਰਾਜ ਨੂੰ ਲੱਗਿਆ ਵੀ ਚੱਲ ਲਾ ਦੋ ਇੱਥੇ ਔਂਕੜ, ਏਦਾਂ ਨਹੀਂ ਲੱਗਿਆ। ਬਾਣੀ 'ਚ ਇੱਕ ਇੱਕ ਅੱਖਰ ਦਾ, ਇੱਕ ਇੱਕ ਸਪੈਲਿੰਗ ਦਾ, ਇੱਕ ਇੱਕ ਮਾਤਰਾ ਦਾ ਬਹੁਤ ਵੱਡਾ ਰੋਲ ਹੈ। ਇਸ ਕਰਕੇ ਬਾਣੀ ਦੀ ਵਿਆਖਿਆ, ਬਾਣੀ ਦੀ ਸਮਝ, ਬਾਣੀ ਦੇ ਅਰਥ ਉਹਨਾਂ ਚਿਰ ਨਹੀਂ ਸਮਝ ਆ ਸਕਦੇ ਜਿੰਨਾ ਚਿਰ ਇਹਦੇ ਵਿੱਚ ਆਈਆਂ ਮਾਤਰਾਵਾਂ ਦੀ ਜਾਣਕਾਰੀ ਨਹੀਂ ਹੋਏਗੀ, ਜਿੰਨਾ ਚਿਰ ਇਹਦੇ 'ਚ ਆਏ ਸ਼ਬਦਾਂ ਨੂੰ ਧਿਆਨ ਨਾਲ ਨਹੀਂ ਸਮਝਾਂਗੇ ਆਪਾਂ। ਸੰਤ ਕਿਉਂ ਆਇਆ ਹੈ? ਕਿਉਂਕਿ ਵਿਆਕਰਣ ਰੂਲ ਹੈ ਬਾਣੀ ਦੇ ਵਿੱਚ। ਬਾਣੀ 'ਚ ਵਿਆਕਰਣ ਵਰਤੀ ਗਈ ਹੈ, ਤੇ ਵਿਆਕਰਣ ਦੇ ਵਿੱਚ ਮਾਤਰਾਵਾਂ ਜਿਹੜੀਆਂ ਨੇ ਉਹ ਅਰਥਾਂ ਦਾ ਕੰਮ ਕਰਦੀਆਂ ਕਈ ਵਾਰ। ਜਿਵੇਂ ਹੁਣੇ ਇੱਕ ਸ਼ਬਦ ਵੀਰ ਨਵਨੀਤ ਸਿੰਘ ਜੀ ਤੁਹਾਡੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਲੋਕ ਪੜ੍ਹ ਰਹੇ ਸੀ, ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾ ਹੈ ਮਨ। ਉੱਥੇ ਜਿਹੜੇ ਪਾਠ ਕਰਦੇ ਨੇ ਉਹਨਾਂ ਨੂੰ ਪਤਾ ਹੋਣਾ, ਜਦੋਂ ਭਗਤ ਲਿਖਿਆ ਹੈ ਨਾ ਉਹਦੇ ਨਾਲ ਸਿਹਾਰੀ ਲੱਗੀ ਹੋਈ ਹੈ ਭਗਤ ਦੇ। ਸੁਖਮਨੀ ਸਾਹਿਬ 'ਚੋਂ ਇੱਕ ਤੁਹਾਡੇ ਧਿਆਨ 'ਚ ਲਿਆਉਣਾ, ਸੁਖਮਨੀ ਸਾਹਿਬ 'ਚ ਆਉਂਦਾ, ਜਦੋਂ ਅਸੀਂ ਧਿਆਨ ਨਾਲ ਪੜ੍ਹਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾ। ਉੱਥੇ ਵੀ ਸਿਹਾਰੀ ਲੱਗੀ ਹੈ। ਜਦੋਂ ਪਾਠ ਕਰੋਗੇ ਨਾ ਸੁਖਮਨੀ ਸਾਹਿਬ ਦਾ ਧਿਆਨ ਨਾਲ ਵੇਖਿਓ, ਉੱਥੇ ਸਿਹਾਰੀ ਲੱਗੀ ਹੋਈ ਹੈ। ਪਰ ਪਾਠ ਦੇ ਵਿੱਚ ਉਚਾਰਨ ਨਹੀਂ ਸਿਹਾਰੀ ਦਾ ਹੋ ਰਿਹਾ। ਅਸੀਂ ਭਗਤੇ ਪਾਠ ਨਹੀਂ ਕਰ ਰਹੇ, ਅਸੀਂ ਪਾਠ ਭਗਤ ਹੀ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਦੋਂ ਸਿਹਾਰੀ ਆਈ ਤੇ ਭਗਤ ਦੇ ਅਰਥ ਹੋਣੇ ਆ ਭਗਤੀ। ਜਦੋਂ ਸਿਹਾਰੀ ਨਾ ਆਈ ਤੇ ਉਦੋਂ ਅਰਥ ਹੋਣਗੇ ਬਹੁਤ ਸਾਰੇ ਭਗਤ। ਭਗਤ ਤੇਰੇ ਮਨ ਭਾਵਦੇ, ਉੱਥੇ ਕੁਛ ਨਹੀਂ ਲੱਗਾ ਹੋਇਆ ਆਸਾ ਕੀ ਵਾਰ ਵਿੱਚ। ਤੇ ਜਦੋਂ ਔਂਕੜ ਲੱਗਾ ਹੋਏਗਾ ਉੱਥੇ ਆਏਗਾ ਇੱਕ ਵਚਨ, ਇੱਕ ਭਗਤ ਦੀ ਗੱਲ ਚੱਲ ਰਹੀ ਹੈ। ਮਤਲਬ ਔਂਕੜ ਲੱਗਣ ਨਾਲ, ਸਿਹਾਰੀ ਲੱਗਣ ਨਾਲ ਤੇ ਕੋਈ ਵੀ ਮਾਤਰਾ ਨਾ ਲੱਗੀ ਹੋਵੇ ਤੇ ਅਰਥ ਬਦਲ ਜਾਂਦੇ। ਏਦਾਂ ਹੀ ਸੰਤ ਨੂੰ ਔਂਕੜ ਲੱਗਾ ਜਿਹਦਾ ਅਰਥ ਹੈ ਇੱਕੋ ਹੀ ਸੰਤ ਹੈ ਇਸ ਦੁਨੀਆ ਦੇ ਅੰਦਰ। ਸੰਤ ਦੋ ਨਹੀਂ ਹਨ, ਤਿੰਨ ਨਹੀਂ ਹਨ, ਚਾਰ ਨਹੀਂ ਹਨ, ਸੰਤ ਕਿੰਨੇ ਨੇ? ਇੱਕ। ਤੇ ਉਹ ਸੰਤ ਕੌਣ ਹੈ ਫਿਰ? ਗੁਰੂ। ਉਹ ਸੰਤ ਹੈ ਅਕਾਲ ਪੁਰਖ ਵਾਹਿਗੁਰੂ ਆਪ। ਸੁਖਮਨੀ ਸਾਹਿਬ ਦੀ ਸ਼ੁਰੂਆਤ ਚਾਹੋ, ਸ਼ੁਰੂ ਕਿੱਥੋਂ ਹੋਇਆ ਸੁਖਮਨੀ ਸਾਹਿਬ? ਆਦ ਗੁਰੈ ਨਮః, ਜੁਗਾਦ ਗੁਰੈ ਨਮঃ। ਆਦ ਤੇ ਜੁਗਾਦ ਪਹਿਲਾ ਸ਼ਲੋਕ। ਇਹਦਾ ਮਤਲਬ ਰੱਬ ਦੀ ਗੱਲ ਸ਼ੁਰੂ ਕਰਨ ਜਾ ਰਹੇ ਨੇ ਗੁਰੂ ਸਾਹਿਬ, ਕਿਸੇ ਬੰਦੇ ਦੀ ਨਹੀਂ ਕਰਨ ਜਾ ਰਹੇ। ਆਦ ਤੇ ਜੁਗਾਦ ਤਾਂ ਕੌਣ ਰਹਿੰਦਾ? ਬੰਦਾ ਨਹੀਂ ਰਹਿੰਦਾ ਨਾ ਕੋਈ, ਬੰਦੇ ਤਾਂ ਸਾਰੇ ਆਉਣ ਜਾਣ ਦੀ ਖੇਡ ਹੈ। ਹੁਣ ਉਹ ਨਿਰੰਕਾਰ ਦੀ ਗੱਲ ਕਰਨ ਜਾ ਰਹੇ ਨੇ ਤੇ ਅੱਗੇ ਜਾ ਕੇ ਇੱਕ ਸ਼ਲੋਕ ਵਿੱਚ ਕਿਸੇ ਬੰਦੇ ਦੀ ਗੱਲ ਕਿੱਦਾਂ ਕਰਨਗੇ? ਇਹਦਾ ਮਤਲਬ ਉਹ ਆਦ ਗੁਰੈ ਨਮಃ ਦੀ ਗੱਲ ਹੀ ਲਗਾਤਾਰ ਚੱਲ ਰਹੀ ਹੈ। ਉਹਨਾਂ ਪੌੜੀਆਂ 'ਚ ਅੱਗੇ ਦੀ ਅੱਗੇ 24 ਪੌੜੀਆਂ ਸਾਨੂੰ ਉਹਦੀ ਵਿਆਖਿਆ ਹੀ ਕਰਕੇ ਸੁਣਾ ਰਹੀਆਂ ਨੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਤਾਂ ਕਰਕੇ ਕਿਤੇ ਏਦਾਂ ਧਿਆਨ ਨਾਲ ਬਹਿ ਕੇ ਆਪਾਂ ਅੱਧਾ ਪੌਣਾ ਘੰਟਾ, 10 ਮਿੰਟ, 20 ਮਿੰਟ ਰੋਜ਼ ਗੁਰਦੁਆਰੇ ਲਾਈਏ, ਸਾਹਮਣੇ ਬਾਣੀ ਰੱਖੀਏ। ਮੈਂ ਇਹ ਅੱਜ ਦੇ ਇਸ ਦੀਵਾਨ ਵਿੱਚ ਇਹ ਨਹੀਂ ਵੀ ਬਹੁਤ ਕੁਝ ਸਮਝਿਆ, ਪਰ ਕੁਝ ਗੱਲਾਂ ਮੈਂ ਚਾਹੁੰਦਾ ਤੁਹਾਡੇ ਧਿਆਨ ਵਿੱਚ ਆਉਣ ਤਾਂ ਕਿ ਆਪਾਂ ਗੌਰ ਕਰੀਏ ਇਹਨਾਂ ਚੀਜ਼ਾਂ। ਹੁਣ ਉੱਥੇ ਜਦੋਂ ਸੰਤ ਸ਼ਬਦ ਆਇਆ ਤਾਂ ਬਾਣੀ ਨੂੰ ਇੱਕ ਲੜੀ 'ਚ ਵੇਖੋ, ਬਾਣੀ ਨੂੰ ਇੱਕ ਨਿਜ਼ਮ 'ਚ ਵੇਖਣਾ। ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ। 38 ਪੌੜੀਆਂ, ਪੜਾ ਦਰ ਪੜਾ, ਇੱਕ ਪੌੜੀ ਨਾਲ ਦੂਜੀ ਪੌੜੀ ਜੁੜਦੀ ਏ, ਦੂਜੀ ਪੌੜੀ ਨਾਲ ਤੀਜੀ, ਤੀਜੀ ਨਾਲ ਚੌਥੀ, ਤੇ ਇਦਾਂ ਹੌਲੀ ਹੌਲੀ 37 ਪੌੜੀਆਂ ਤੋਂ ਬਾਅਦ ਜਦੋਂ ਅਸੀਂ 38ਵੀਂ ਪੌੜੀ ਪੜ੍ਹਦੇ ਆ
ਤੇ ਉੱਥੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਤੇ ਅਖੀਰ ਜਾ ਕੇ ਕਿੱਥੇ ਕਰਦੇ ਆ, ਜਿਨੀ ਨਾਮ ਧਿਆਇਆ ਗਏ ਮਸਕਤ ਭਾਉ। ਜਿਨ੍ਹਾਂ ਨੇ ਆ 38 ਪੌੜੀਆਂ ਵਾਲੀ ਵਿਚਾਰ ਸੁਰਤ ਵਿੱਚ ਪੱਕੀ ਕਰ ਲਈ, ਨਾਮ ਧਿਆ ਲਿਆ, ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਤੇ ਪਹਿਲੀ ਪੌੜੀ 'ਚ ਕੀ ਕਿਹਾ ਸੀ, ਕਿਵੇਂ ਸਚਿਆਰਾ ਹੋਈਏ, ਜਿੱਥੋਂ ਆਪਾਂ ਸ਼ੁਰੂ ਹੋਏ ਸੀ। ਹੁਣ ਮਹਾਰਾਜ ਸੁਰਮਾ ਦਿੰਦੇ ਨੇ, ਮਹਾਰਾਜ ਕੀ ਕਹਿੰਦੇ ਨੇ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਹਰੀ ਦੀ ਕਿਰਪਾ ਨਾਲ ਗੁਰੂ ਸੰਤ ਮਿਲ ਗਿਆ। ਬਾਣੀ 'ਚ ਨਾ ਬਹੁਤ ਥਾਵਾਂ ਤੇ ਕਿਤੇ ਕਿਹਾ ਗੁਰੂ ਨੇ ਰੱਬ ਮਿਲਾਇਆ, ਕਿਤੇ ਕਿਹਾ ਰੱਬ ਨੇ ਗੁਰੂ ਮਿਲਾਇਆ, ਤੇ ਕਿਤੇ ਕਿਤੇ ਮਹਾਰਾਜ ਨੇ ਇਹ ਸਪਸ਼ਟ ਕਰਨ ਲਈ ਲਿਖਤਾ ਵੀ ਐਵੇਂ ਦੋ ਨਾ ਬਣਾਈ ਜਾਇਓ, ਗੁਰ ਪਰਮੇਸ਼ਰ ਇੱਕੋ ਜਾਣ, ਇੱਕੋ ਹੀ ਹੈ, ਇਹ ਦੋ ਨਹੀਂ ਹੈਗੇ। ਸਮਝਾਉਣ ਦਾ ਤਰੀਕਾ ਵੇਖੋ ਕਿੱਡਾ ਕਮਾਲ ਦਾ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਗੁਰੂ ਸਾਹਿਬ ਜੀ ਕਹਿੰਦੇ ਮੇਰੇ ਮਨ ਵਿੱਚ ਪ੍ਰਕਾਸ਼ ਹੋ ਗਿਆ, ਕਿਉਂਕਿ ਮੈਨੂੰ ਹਰੀ ਦੀ ਕਿਰਪਾ ਨਾਲ ਸੰਤ ਮਿਲ ਗਿਆ। ਕੌਣ ਮਿਲ ਗਿਆ? ਗੁਰੂ। ਕਿਹੜਾ? ਅੱਜ ਸੰਤ ਕਿਹੜਾ ਸਾਡੇ ਕੋਲ? ਫਿਰ ਤੁਹਾਡੇ ਪਿੰਡ ਦਾ ਸੰਤ ਕਿਹੜਾ? ਹੁਣ ਮੈਨੂੰ ਉੱਚੀ ਬੋਲ ਕੇ ਦੱਸਿਓ ਮਾੜਾ ਜਿਹਾ, ਬੋਲੋ। ਸੰਗਦੇ ਜੇ ਕਿਉਂ ਜੇ? ਹਰ ਕਿਰਪਾ ਤੇ ਸੰਤ ਭੇਟਿਆ। ਸੰਤ ਮਤਲਬ ਗੁਰੂ। ਤੇ ਆਪਣੇ ਪਿੰਡ ਦਾ ਫਿਰ ਹੁਣ ਸੰਤ ਕੌਣ ਹੈ? ਹਾਂ, ਸਿੰਪਲ ਤੇ ਗੱਲ ਹੈ। ਤੇ ਜਿਹੜੀ ਗੱਲ ਪੁੱਛਣੀ ਹੋਵੇ, ਜਦੋਂ ਮਿਲਣਾ ਹੋਵੇ, ਕਿਹਨੂੰ ਮਿਲਣਾ? ਅਸੀਂ ਸੰਤ ਨੂੰ ਮਿਲਣਾ। ਕਿਹੜੇ ਸੰਤ ਨੂੰ? ਸਮਝ ਲੱਗੀ ਨਾ ਗੱਲ? ਹੁਣ ਕਿਸੇ ਸੰਤ ਨੂੰ ਨਹੀਂ ਮਿਲਣਾ। ਹੋਰ ਜੇ ਕਿਸੇ ਸੰਤ ਨੇ ਵੀ ਮਿਲਣਾ ਤੇ ਇਹਨੂੰ ਮਿਲੇ ਆਣ ਕੇ, ਕਿਉਂਕਿ ਇਹ ਸਾਰਿਆਂ ਦਾ ਸਾਂਝ ਹੈ। ਅਸੀਂ ਕਿਸੇ ਬੰਦੇ ਅੱਗੇ ਮੱਥੇ ਕਿਉਂ ਟੇਕੀਏ? ਕਿਉਂ ਕਿਸੇ ਦੇ ਪੈਰੀਂ ਹੱਥ ਲਾਈਏ? ਕਿਉਂ ਕਿਸੇ ਨੂੰ ਆਪਣੇ ਤੋਂ ਵੱਡਾ ਮੰਨੀਏ? ਸਾਡੇ ਵਰਗੇ ਸਾਰੇ ਨੇ। ਸਾਡੀ ਕੀ ਮਜਬੂਰੀ ਬਣੀ ਹੈ? ਨਹੀਂ, ਸਾਡੇ ਤੋਂ ਨਹੀਂ ਟੇਕਿਆ ਜਾਂਦਾ। ਇਹੀ ਤੇ ਖਹਿੜਾ ਛੁਡਾਇਆ। ਇੱਥੇ ਦੁਨੀਆ ਕਹਿੰਦੀ ਸੀ ਇੱਕ ਬੰਦੇ ਮਹਾਨ ਨੇ, ਬਾਕੀ ਬੰਦੇ ਆਮ ਨੇ, ਤੇ ਆਮ ਬੰਦੇ ਮਹਾਨ ਬੰਦਿਆਂ ਦੇ ਪੈਰੀ ਪੈਣ। ਮੇਰੇ ਬਾਬੇ ਨੇ ਕਿਹਾ ਕਿਸੇ ਨੂੰ ਪੈਰੀ ਨਹੀਂ ਪੈਣ ਦੇਣਾ ਮੈਂ। ਇੱਥੇ ਸਾਰੇ ਹੀ ਮਹਾਨ ਨੇ, ਕਿਸੇ 'ਚ ਕੋਈ ਫਰਕ ਨਹੀਂ ਪਾਇਆ ਰੱਬ ਨੇ। ਸਾਡੇ, ਤੁਹਾਡੇ, ਮੇਰੇ, ਸਾਰਿਆਂ ਨੂੰ ਇੱਕੋ ਜਿਹੇ ਬਣਾਇਆ। ਇਹ ਰੌਲੇ ਸਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਪਹਿਲਾਂ, ਜਪਜੀ ਸਾਹਿਬ ਦੀ ਹੋਂਦ ਤੋਂ ਪਹਿਲਾਂ। ਤੇ ਬਾਬੇ ਨੇ ਐਲਾਨੀਆਂ ਕਿਹਾ ਇੱਥੇ ਅੱਜ ਧਾਰਮਿਕ ਬੰਦਿਆਂ ਦੀ ਪੂਜਾ ਕਰ ਲਈ, ਉਹਨਾਂ ਦੇ ਪੈਰੀ ਪੈਣ ਦੀ ਲੋੜ ਨਹੀਂ, ਬਰਾਬਰ ਤੇ ਖਲੋ ਉਹਨਾਂ ਦੇ, ਇੱਕੋ ਜਿਹੇ ਹਾਂ ਅਸੀਂ। ਜਾਂ ਮੈਨੂੰ ਫਰਕ ਸਮਝਾ ਦਿਓ, ਸਾਡੇ 'ਚ ਫਰਕ ਕੀ ਹੈ? ਹਾਂ, ਜੇ ਕੋਈ ਬਾਣੀ ਦੀ ਸਮਝ ਰੱਖਦਾ ਹੈ, ਕੋਈ ਸਾਡੇ ਨਾਲੋਂ ਵੱਧ ਗਿਆਨ ਰੱਖਦਾ ਹੈ, ਤਾਂ ਸਤਿਕਾਰ ਸਾਰਿਆਂ ਦਾ ਕਰਨਾ ਚਾਹੀਦਾ। ਸਤਿਕਾਰ ਦਾ ਨਹੀਂ ਰੌਲਾ, ਪਰ ਅਸੀਂ ਆਪਣੇ ਤੋਂ ਮਹਾਨ ਨਹੀਂ ਮੰਨ ਸਕਦੇ, ਕਿਉਂਕਿ ਅਸੀਂ ਸਾਰੇ ਇੱਕੋ ਜਿਹੇ। ਕਿਸੇ ਦੇ ਪੈਰੀ ਨਹੀਂ ਪਿਆ ਜਾਂਦਾ ਸਾਡੇ ਤੋਂ। ਬਾਣੀ ਵਿੱਚੋਂ ਧਿਆਨ ਨਾਲ ਵੇਖਿਓ, ਫੇਰ ਹੀ ਸਚਿਆਰ ਹੋਵਾਂਗੇ ਨਾ। ਨਹੀਂ ਤੇ ਜਿਨ੍ਹਾਂ ਦੇ ਪੈਰੀ ਪਾਓਗੇ ਨਾ, ਉਹਨਾਂ ਨੇ ਤੁਹਾਨੂੰ ਸਾਰੀ ਜ਼ਿੰਦਗੀ ਸਚਿਆਰ ਹੋਣ ਨਹੀਂ ਦੇਣਾ, ਕਦੇ ਨਹੀਂ ਹੋਣ ਦੇਣਗੇ। ਉਹ ਉਹਨਾਂ ਨੂੰ ਖਤਰਾ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਸੰਤ ਮਿਲ ਗਿਆ। ਤੇ ਹੋਰ ਵੇਖਿਓ ਸੌਖਾ, ਕਿੱਡੀ ਪਿਆਰੀ ਬਾਤ ਹੈ। ਇਹ ਜਿਹੜੇ ਸੰਤ ਨੇ ਨਾ, ਇਹ ਕਦੀ ਕਦੀ ਆਉਂਦੇ ਆਪਣੇ ਘਰ, ਕਦੀ ਕਦੀ ਆਉਂਦੇ ਨਾ, ਤੇ ਆਪਾਂ ਵੀ ਕਦੀ ਕਦੀ ਮਿਲਣ ਜਾਂਦੇ ਇਹਨਾਂ। ਅੱਛਾ, ਫਿਰ ਇਹ ਸੰਤ ਵੇਂਦੇ ਬੜਾ ਨੇ ਤੁਹਾਡੇ ਵੱਲ ਵੀ ਕੀ ਲੈ ਕੇ ਆਏ ਹੋ, ਜੇ ਮਿਲਣ ਆਏ ਹੋ। ਤੇ ਜੇ ਘਰ ਆ ਜਾਣ ਫਿਰ ਇਹ ਤੁਹਾਡੇ ਵੱਲ ਵੇਂਦੇ ਨੇ ਵੀ ਹੁਣ ਇਹ ਦੇਣਗੇ ਕੀ। ਹੈ ਨਾ ਸਮੱਸਿਆ ਇਹਨਾਂ ਸੰਤਾਂ ਦੀ। ਤੇ ਜਿਹੜਾ ਇਹ ਸੰਤ ਹੈ, ਜਿਹਦਾ ਅਸਲ ਸੰਤ ਹੈ, ਉਹ ਕਦੀ ਕਦੀ ਨਹੀਂ ਆਉਂਦਾ ਆਪਣੇ ਘਰ। ਇਹ ਵੀ ਸਾਡੀ ਆਪਣੀ ਵਿਆਖਿਆ ਹੈ ਵੀ ਉਹ ਕਦੀ ਕਦੀ ਆਉਂਦਾ। ਬਾਣੀ 'ਚ ਲਿਖਿਆ ਸੰਤ ਕੌਣ ਹੈ? ਗੁਰੂ। ਤੇ ਗੁਰੂ ਸਿੱਖ ਦੇ ਨਾਲ ਕਦੀ ਕਦੀ ਰਹਿੰਦਾ ਕਿ ਸਦਾ ਰਹਿੰਦਾ? ਭਲਾ ਉੱਚੀ ਬੋਲ ਕੇ ਦੱਸਿਓ ਮੈਨੂੰ। ਸਦਾ ਹੀ ਰਹਿੰਦਾ। ਇਹਦਾ ਮਤਲਬ ਇਹ ਸੰਤ ਸਦਾ ਹੀ ਸਾਡੇ ਨਾਲ ਰਹਿੰਦਾ ਹੈ। ਹੁਣ ਇਹ ਤੁਸੀਂ ਵੇਖ ਲਓ ਵੀ ਕਦੀ ਕਦੀ ਵਾਲੇ ਚਾਹੀਦੇ ਨੇ ਕਿ ਸਦਾ ਵਾਲਾ ਚਾਹੀਦਾ। ਮੇਰੀ ਗੱਲ ਤੇ ਯਕੀਨ ਨਾ ਕਰਿਓ, ਬਾਣੀ 'ਚ ਹੀ ਪੜ੍ਹ ਲੈਂਦੇ ਆ। ਸ਼ਹੀਦਾਂ ਦੇ ਸਰਤਾਜ ਪਿਤਾ ਗੁਰੂ ਅਰਜਨ ਸਾਹਿਬ ਜੀ ਦੇ ਤੇ ਆਖੇ ਲੱਗਦੇ ਆ ਨਾ ਆਪਾਂ, ਲੱਗਦੇ ਆ ਨਾ ਉਹਨਾਂ ਦੇ। ਮੇਰੇ ਨਹੀਂ ਲੱਗਣਾ ਕਿਸੇ ਨੇ। ਮੇਰਾ ਕੀ ਹੈ?
ਅੱਜ ਇੱਥੇ ਕੁਝ ਹੋਰ ਕਹਿ ਦਾਂ, ਕੱਲ ਨੂੰ ਕੀ ਪਤਾ ਮੈਂ ਕੀ ਕਹਿ ਦੇਣਾ। ਪਰ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਤੇ ਆਖੇ ਲੱਗਾਂਗੇ ਨਾ ਸਾਰੇ, ਉਹਨਾਂ ਦੇ ਤੇ ਲੱਗਣਾ ਚਾਹੀਦਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਨੇ? ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਸੰਤ ਸਦਾ ਹੀ ਨਾਲ ਹੁੰਦਾ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਫਿਰ ਜਾ ਕੇ ਕਿਹਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਤੇਰਾ ਕੀਆ। ਇਹਦੇ ਤੋਂ ਪਹਿਲਾਂ 3 ਪੰਕਤੀਆਂ ਹੋਰ ਆਉਂਦੀਆਂ ਨੇ, ਇਹ ਨਹੀਂ ਆਪਾਂ ਨੂੰ ਆਉਂਦੀਆਂ। ਆਪਾਂ ਨੂੰ ਕਿਹੜੀ ਆਉਂਦੀ ਹੈ? ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਮੰਗਦਾ ਕੀ ਹੈ ਨਾਨਕ? ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਹਰੀ ਦਾ ਨਾਮ ਮੈਂ ਨਿਤ ਧਿਆਵਾਂ, ਆਪ ਵੀ ਤਰਾਂ ਤੇ ਆਪਣੇ ਸਾਥੀਆਂ ਨੂੰ ਵੀ ਤਾਰਾਂ, ਸਾਰਿਆਂ ਨੂੰ ਹੀ ਤਾਰਾਂ। ਤੇ ਫਿਰ ਕੀ ਕਰਾਂ? ਫਿਰ ਮੈਂ ਯਕੀਨ ਕਰਾਂ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਤੇ ਹੁਣ ਬੰਦਾ ਗੁਰਦੁਆਰੇ ਗੁਰੂ ਨੂੰ ਨਾਲ ਮੰਨਦਾ, ਨਹੀਂ ਤਾਂ ਬਾਕੀ ਥਾਵਾਂ ਤੇ ਗੁਰੂ ਨੂੰ ਨਾਲ ਹੀ ਨਹੀਂ ਮੰਨਦੇ ਆਪਾਂ। ਬਾਕੀ ਥਾਵਾਂ ਤੇ ਕਿੱਥੇ? ਖੇਤਾਂ 'ਚ ਪਾਣੀ ਲਾਉਣ ਲੱਗਿਆ ਰੱਬ ਨੂੰ ਨਾਲ ਟਰੈਕਟਰ ਚਲਾਉਣ ਲੱਗਿਆ ਜਦੋਂ ਹਲ ਵਾਹ ਰਹੇ ਹੁੰਦੇ ਆ, ਖੇਤ ਵਾਹ ਰਹੇ ਹੁੰਦੇ ਆ, ਰੱਬ ਨਾਲ ਮੰਨਦੇ ਉਦੋਂ ਆਪਾਂ ਨਾ। ਜੇ ਰੱਬ ਨਾਲ ਮੰਨਦੇ ਹੋਈਏ ਤੇ ਗਵਾਂਢੀਆਂ ਦੀ ਵੱਟ ਕਿਉਂ ਵਾਹੀਏ? ਫਿਰ ਉਦੋਂ ਚੜਾ ਚੜਾ ਕੇ ਵੱਟਾਂ ਤੇ ਕਿੰਨੀ ਕੁ ਨਿਕਲ ਆਉਣੀ ਹੋਣੀ ਵੱਟਾਂ ਤੋਂ ਕਣਕ। ਅੱਛਾ ਭਾਵੇਂ ਚੂਲਾ ਆਪਣਾ ਹੀ ਨਿਕਲਦੇ ਬਾਅਦ ਚ ਵੱਟ ਤੋਂ ਡੇਕ ਕੇ, ਪਰ ਇੱਕ ਵਾਰ ਐ ਛਿੱਲ ਦੇਣੀ ਸਾਰੀ। ਨੁਕਸਾਨ ਕਿਹਨੇ ਜਾਣਾ ਉਹ ਵੱਟ ਥਾਣੀ? ਭਲਾ ਅਬਾਨੀ ਅਡਾਨੀ ਹੋਣੀ ਤੇ ਜਾਂਦੇ ਨਹੀਂ ਉਸ ਵੱਟ ਥਾਣੀ। ਕਿਹੜਾ ਲੰਘਦਾ? ਨਾ ਕਿਸੇ MLA ਨੇ ਜਾਣਾ, ਨਾ ਕਿਸੇ MP ਨੇ ਜਾਣਾ, ਨਾ ਕਿਸੇ DC ਨੇ ਜਾਣਾ ਉਸ ਵੱਟ ਥਾਣੀ। ਕੌਣ ਲੰਘਦਾ? ਜਾਂ ਤੁਸੀਂ ਲੰਘੋਗੇ ਜਾਂ ਗਵਾਂਢੀ ਲੰਘਣਗੇ, ਦੋਵਾਂ ਨੇ ਲੰਘਣਾ ਹੈ ਨਾ। ਤੇ ਛਾਂਗ ਛਾਂਗ ਕੇ ਵੱਟਾਂ ਐ ਨਿੱਕੀਆਂ ਨਿੱਕੀਆਂ ਕਰਤੀਆਂ, ਤੁਰਨ ਜੋਗੀਆਂ ਨਹੀਂ ਰਹੀਆਂ। ਚੂਲੇ ਨਿਕਲ ਰਹੇ ਵੱਟਾਂ ਤੋਂ ਡਿੱਗ ਡਿੱਗ ਕੇ, ਤੇ ਪੜ੍ਹ ਰਿਹਾ ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਧਿਆਲੋ ਹਰ ਕਾ ਨਾਮ। ਤਾਂ ਕਿਹਾ ਸੀ ਇਹ ਅਗਾਧ ਬਹੁਤ ਬਾਣੀ ਹੈ, ਬੜੀ ਗਜ਼ਬ ਬਾਣੀ ਹੈ। ਇੱਕ ਥਾਂ ਤੇ ਨਹੀਂ, ਇਹ ਹਰ ਥਾਂ ਤੇ ਐ ਕੰਮ ਆਏਗੀ। ਇੱਥੇ ਸੁਰਤ 'ਚ ਪਾਓ। ਤਾਂ ਕਿਹਾ ਸੀ ਸੱਚਖੰਡ ਨਾ ਪਹੁੰਚਾਓ ਬਾਣੀ, ਇੱਥੇ ਪਹੁੰਚਾਓ ਬਾਣੀ। ਐਸ ਸੁਰਤ ਵਿੱਚ ਬੜੇ ਬਾਣੀ। ਸਾਡੇ ਬੰਦਿਆਂ ਨੇ ਕੀਤਾ ਕੀ ਹੈ? ਅਖੰਡ ਪਾਠ ਰੱਖੋ ਜੀ, ਰੋ ਸਮੱਗਰੀ ਲਿਖ ਦਿੰਦੇ ਏਦਾਂ, ਤੇ ਸਮੱਗਰੀ 'ਚ ਸਭ ਤੋਂ ਪਹਿਲਾਂ ਲਿਖਦੇ ਨਾਰੀਅਲ ਕੁੰਭ, ਤੇ ਮਹਾਰਾਜ ਦੇ ਲਾਗੇ ਲਿਆ ਕੇ ਰੱਖ ਦਿੰਦੇ ਆ। 3 ਦਿਨ ਚੱਲਦਾ ਬਾਣੀ ਦਾ ਪ੍ਰਵਾਹ, ਮਹਾਰਾਜ ਦਾ ਸਰੂਪ ਛੱਡ ਕੇ ਗੁਰਦੁਆਰੇ ਤੇ ਸਾਰਾ ਟੱਬਰ ਦੁਆਲੇ ਦੁਆਲੇ ਕਿਹਦੇ ਫਿਰਦਾ? ਫਿਰ ਬੋਲੋ ਨਾਰੀਅਲ ਦੇ। ਕਾਹਦੇ ਲਈ ਭਲਾ? ਕਹਿੰਦੇ ਇਹਦੇ 'ਚ ਬਾਣੀ ਵੜ ਗਈ, ਇਹਦੇ 'ਚ ਨਹੀਂ ਵੜੀ। ਨਾਰੀਅਲ 'ਚ ਵੜ ਗਈ। ਐਡਾ ਸਖਤ ਹੈ ਉਹ, ਜਿਹੜਾ 3 ਜਣਿਆਂ ਨੇ ਤੋੜਿਆ ਉਹਦੇ 'ਚ ਵੜ ਗਈ ਬਾਣੀ। ਆ ਜਿਹਦੇ 'ਚ ਕੰਨ ਵੀ ਹੈਗੇ ਨੇ, ਜਿਹਦੇ ਬਾਰੇ ਬਾਣੀ 'ਚ ਲਿਖਿਆ, ਇਹ ਸ਼ਰਵਣੋ ਮੇਰਿਓ ਕੰਨੋ, ਧਿਆਨ ਨਾਲ ਸੁਣੋ ਗੱਲ, ਸੱਚ ਹੈ ਸੁਣਨੇ ਨੂੰ ਪਠਾਏ। ਇਹ ਕੰਨ ਤੈਨੂੰ ਸੱਚ ਸੁਣਨ ਲਈ ਲਾਏ ਨੇ। ਤੇ ਬੰਦਾ ਕੰਨ ਲਾ ਲਾ ਕੇ ਗਵਾਂਢੀਆਂ ਦੀਆਂ ਗੱਲਾਂ ਸੁਣਦਾ, ਉਹਨਾਂ ਦੀਆਂ ਸੁਣ ਕੇ ਤੀਜੇ ਕੋਲ ਜਾ ਕੇ ਕਰਦਾ। ਪੁੱਛੋ ਤਾਂ ਸਹੀ ਗੁਰੂ ਅਮਰਦਾਸ ਨੂੰ ਇਹਦੇ ਲਈ ਮਿਲੇ ਨੇ ਕੰਨ ਨੇ? ਇਹਦੀ ਸੁਣ ਕੇ ਉਹਦੇ ਕੋਲ, ਇਹਦੀ ਸੁਣ ਕੇ ਉਹਦੇ ਕੋਲ, ਉਹਦੀ ਸੁਣ ਕੇ ਇਹਦੇ ਕੋਲ, ਤੇ ਫਿਰ ਚਾਹੋ 5-10 ਕੋਲ ਕਰਕੇ ਕਹਿੰਦੇ ਰਿਜ਼ਲਟ ਆਇਆ ਨਹੀਂ ਜੋ ਆਪਾਂ ਜ਼ੋਰ ਲਾਇਆ ਸੀ। ਇਹਨਾਂ ਰਿਜ਼ਲਟ ਸਮਝਦੇ ਹੋ ਨਾ? ਕਾਹਦੇ ਲਈ ਕਰਦੇ ਆ ਭਲਾ? ਇਹਦੀ ਗੱਲ ਉਹਦੇ ਕੋਲ, ਇਹਦੀ ਕਿਉਂ ਕਰਦੇ ਆ ਏਦਾਂ? ਤਾਂ ਕਿ ਪਿੰਡ ਟੇਕੇ ਨਾ ਬਹਿ ਜਾਏ, ਕਿਤੇ ਸ਼ਾਂਤੀ ਨਾ ਆ ਜਾਏ। ਤੇ ਪੜਨ ਨੂੰ ਤੁਰ ਕੇ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਕਿੱਥੇ ਮਿਟਾਈ ਚਿੰਤ? ਚਿੰਤਾ ਤੇ ਇਹ ਹੈ ਵੀ ਸੁੱਖ ਦਾ ਸਾਹ ਕਿਉਂ ਲੈ ਰਹੇ ਨੇ ਪਿੰਡ ਦੇ ਲੋਕ?
ਸੌਖੇ ਕਿਉਂ ਨੇ, ਹੱਸਦੇ ਕਿਉਂ ਨੇ, ਇੱਕ ਦੂਜੇ ਦੀ ਮਦਦ ਕਿਉਂ ਕਰਦੇ ਨੇ। ਅਸੀਂ ਗਲਤ ਟਰੈਕ ਤੇ ਚੜ ਗਏ ਆ ਸਾਰੇ, ਪੜ੍ਹੀ ਜਾਂਦੇ ਆ ਕਿਉਂ ਸਚਿਆਰਾ ਹੋਈਏ, ਕਿਉਂ ਕੂੜਾ ਟੁੱਟੇ ਪਾਲ। ਨਹੀਂ ਪਤਾ ਸਾਨੂੰ ਇਹਦੇ ਅਰਥ ਕੀ ਨੇ। ਮਹਾਰਾਜ ਨੇ ਨਾਲ ਹੀ ਸਮਝਾਏ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਗੁਰੂ ਦੇ ਹੁਕਮ ਵਿੱਚ ਚੱਲਿਆ ਕਰ। ਤੇ ਗੁਰੂ ਦਾ ਹੁਕਮ ਕੀ ਹੈ? ਏ ਸ਼ਰਵਣੋ ਮੇਰਿਓ, ਮੇਰਿਓ ਕੰਨੋ ਸੁਣੋ ਧਿਆਨ ਨਾਲ ਗੱਲ। ਕਿਹਨੂੰ ਕਹਿ ਰਹੇ ਨੇ ਭਲਾ ਇਹ? ਗੁਰੂ ਅਮਰਦਾਸ ਜੀ ਕਿਹਨੂੰ ਕਹਿ ਰਹੇ ਨੇ? ਸਾਨੂੰ ਹੀ ਕਹਿ ਰਹੇ ਨੇ ਨਾ, ਸਾਡੇ ਨਾਲ ਹੀ ਗੱਲ ਕਰਦੇ ਨੇ ਨਾ। ਮਹਾਰਾਜ ਦੱਸੋ, ਕਰੋ ਕੰਨ ਮਹਾਰਾਜ ਵੱਲ, ਧਿਆਨ ਨਾਲ ਕੰਨ ਮਹਾਰਾਜ ਵਾਲੇ ਬੰਨੇ ਕਰਕੇ ਸੁਣੋ। ਫਿਰ ਮਹਾਰਾਜ ਕੀ ਕਹਿੰਦੇ ਆ? ਸੱਚ ਸੁਣਨੇ ਨੂੰ ਪਠਾਏ, ਤੈਨੂੰ ਸੱਚ ਸੁਣਨ ਲਈ ਭੇਜਿਆ ਇੱਥੇ। ਅੱਛਾ ਮਹਾਰਾਜ, ਮੈਨੂੰ ਤੇ ਪਤਾ ਨਹੀਂ ਲੱਗਾ। ਸੱਚ ਸੁਣਨੇ ਨੂੰ ਪਠਾਏ, 2 ਵਾਰ ਸ਼ਬਦ ਆਉਂਦਾ। ਬਾਣੀ ਪੜ੍ਹਨ ਵਾਲੇ ਧਿਆਨ ਨਾਲ ਸਮਝਿਓ। ਪਹਿਲਾਂ ਲਿਖਿਆ ਏ ਸ਼ਰਵਣੋ ਮੇਰਿਓ, ਏ ਸ਼ਰਵਣੋ ਮੇਰਿਓ, ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ। ਫਿਰ ਕਿਹਾ ਸਰੀਰ ਲਾਏ, ਤੇਰੇ ਸਰੀਰ ਨਾਲ ਕੰਨ ਲਾਏ ਨੇ। ਕਾਹਦੇ ਲਈ ਲਾਏ ਨੇ? ਸਾਚੇ ਸੁਣਨੇ ਨੂੰ ਪਠਾਏ, ਇਹ ਤੈਨੂੰ ਦੱਸਣ। ਅੱਛਾ ਸਰੀਰ, ਇਹ ਸ਼ਬਦ ਫਿਰ ਦੁਬਾਰਾ ਲਿਖਿਆ, ਸਰੀਰ ਲਾਏ ਸੁਣੋ ਸਤ ਬਾਣੀ। ਤੇ ਮਹਾਰਾਜ ਕਿਉਂ ਸੁਣਨੀ ਹੈ? ਕਹਿੰਦੇ ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ। ਜਿਹਨੂੰ ਸੁਣਨ ਨਾਲ ਮਨ ਤੇ ਤਨ ਹਰਿਆ ਹੋ ਜਾਂਦਾ ਹੈ। ਹਰਿਆ ਮਤਲਬ ਗ੍ਰੀਨ ਹੋ ਜਾਂਦਾ ਹੈ। ਹਰਿਆ ਮਤਲਬ ਗ੍ਰੀਨ, ਹਰਿਆ ਮਤਲਬ ਖਿੜ ਜਿਹਾ ਜਾਂਦਾ ਹੈ, ਖਿੜਿਆ ਖਿੜਿਆ ਜਿਹਾ ਰਹਿੰਦਾ ਹੈ। ਤੇ ਜਿਹੜਾ ਖਿੜਿਆ ਬੰਦਾ ਹੁੰਦਾ ਹੈ ਨਾ, ਉਹ ਕਦੀ ਕਿਸੇ ਦੂਜੇ ਦੇ ਲਾਗੇ ਖਲੋ ਕੇ ਦੂਜੇ ਦੀ ਮਾੜੀ, ਜਦੋਂ ਅਸੀਂ ਕਿਸੇ ਦੀ ਮਾੜੀ ਗੱਲ ਕਰਦੇ ਉਦੋਂ ਸੜੇ ਹੋਏ ਹੁੰਦੇ ਆ, ਅਸੀਂ ਖਿੜੇ ਨਹੀਂ ਕਰਦੇ। ਆਪ ਕਦੀ ਕਿਸੇ ਦੀ ਮਾੜੀ ਗੱਲ ਖਿੜੇ ਹੋਏ ਕਰ ਹੀ ਨਹੀਂ ਸਕਦੇ। ਮਾੜੀ ਗੱਲ ਕਰਾਂਗੇ ਉਦੋਂ ਜਦੋਂ ਸੜੇ ਹੋਏ ਹੋਵਾਂਗੇ। ਤੇ ਕਈ ਵਾਰ ਬੰਦੇ ਐ ਕਹਿੰਦੇ ਨੇ ਫਿਰ ਸੜੇ ਦੇ ਮੂੰਹ ਨਿਕਲ ਗਈਆਂ ਮੇਰੇ ਗੱਲਾਂ। ਮੈਨੂੰ ਕੀ ਪਤਾ, ਸਾੜਿਆ ਹੀ ਬੜਾ ਇਹਨਾਂ ਨੇ। ਕਈ ਵਾਰ ਘਰ ਦੇ ਜੀਆਂ ਬਾਰੇ ਆਪਾਂ ਬਾਹਰ ਇੰਨਾ ਜ਼ਹਿਰ ਉਗਲ ਆਉਨੇ ਆ ਨਾ, ਤੇ ਅਗਲਾ ਕਹਿੰਦਾ ਵੀ ਕਮਾਲ ਹੈ, ਤੇਰੇ ਆਪਣੇ ਟੱਬਰ ਦੇ ਜੀ ਨੇ ਤੇ ਇੰਨਾ ਕਿਉਂ ਆਂਦਾ? ਸਾੜਦੇ ਬੜਾ ਨੇ, ਸੜਿਆ ਬੋਲ ਆਇਆ ਫਿਰ ਉੱਥੇ ਮੈਂ। ਤੇ ਗੁਰੂ ਅਮਰਦਾਸ ਜੀ ਕਹਿੰਦੇ ਸੜਨ ਨਹੀਂ ਦੇਣਾ ਆਪਣੇ ਆਪ ਨੂੰ, ਕਿਉਂਕਿ ਸੜੇ ਨੂੰ ਤੈਨੂੰ ਪਤਾ ਨਹੀਂ ਕੀ ਬੋਲ ਆਉਣਾ ਤੂੰ ਕਿੱਥੇ। ਇਸ ਕਰਕੇ ਹਰਿਆ ਹਰਿਆ ਜਾ ਰਿਹਾ ਕਰ, ਕਿਉਂਕਿ ਸੜੇ ਨੇ ਤਾਂ ਨੁਕਸਾਨ ਕਰਨਾ ਹੀ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੜਨ ਨਹੀਂ ਦੇਣਾ। ਜਿੰਨਾ ਚਿਰ ਤੱਕ ਅਸੀਂ ਆਪਣੇ ਆਪ ਨੂੰ ਸਾੜਨ ਵਾਲੇ ਬੰਨੇ ਰੋਕਦੇ ਨੇ। ਤੇ ਸਾੜਨ ਵਾਸਤੇ, ਰੋਕਣ ਵਾਸਤੇ ਕੀ ਹੈ ਸਾਡੇ ਕੋਲ? ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ। ਕਹੇ ਨਾਨਕ। ਹੁਣ ਵੇਖੋ ਕਿੱਡੀਆਂ ਪਿਆਰੀਆਂ ਗੱਲਾਂ। 40 ਪੌੜੀਆਂ ਵਾ ਆਨੰਦ ਸਾਹਿਬ ਦੀ, ਪਰ ਆਪਾਂ ਨੂੰ ਤਾਂ 6 ਹੀ ਆਉਂਦੀਆਂ ਵੈ, ਕਿਉਂਕਿ ਉਹ ਭੋਗ ਪਾਉਣ ਦੇ ਕੰਮ ਆਉਂਦੀਆਂ ਨਾ 6। ਸਿੱਖਾਂ ਨੂੰ ਕਿੰਨੀਆਂ ਪੌੜੀਆਂ? 34 ਪੌੜੀਆਂ ਦਾ ਨਹੀਂ ਆਪਾਂ ਨੂੰ ਪਤਾ ਵੀ ਆਨੰਦ ਸਾਹਿਬ 'ਚ 6 ਪੌੜੀਆਂ ਦਾ ਪਤਾ ਹੈ। ਅੱਛਾ ਪਤਾ ਕਾਹਦਾ? ਉਹ ਵੀ ਇੰਨਾ ਹੀ ਪਤਾ ਵੀ ਇਹ ਭੋਗ ਵਾਲੀਆਂ ਪੌੜੀਆਂ ਨੇ, ਇਹ 5 ਪਹਿਲੀਆਂ ਪੜ੍ਹੀ ਦੀਆਂ ਤੇ 6 ਅਖੀਰਲੀ। ਉਹਨਾਂ ਨੂੰ ਹੀ ਧਿਆਨ ਨਾਲ ਪੜ੍ਹ ਲਈਏ ਤੇ ਗੱਲਾਂ ਉਹਨਾਂ 'ਚ ਵੀ ਬੜੀਆਂ ਗਜ਼ਬ ਨੇ। ਅੱਖਰ ਤੇ ਇੱਕ ਇੱਕ ਬੜਾ ਕਮਾਲ ਹੈ ਬਾਣੀ ਦੇ। ਇੱਕ ਇੱਕ ਅੱਖਰ ਦੀ ਕੀਮਤ ਨਹੀਂ ਗੁਰੂ ਸਾਹਿਬ ਜੀ ਦੀ। ਇੱਕ ਅੱਖਰ ਐਵੇਂ ਨਹੀਂ। ਸੁਖਮਨੀ ਸਾਹਿਬ 'ਚ ਲਿਖਿਆ ਕਿਨਕਾ ਏਕ ਜਿਸ ਜੀ ਬਸਾਵੈ, ਜਿਹਦੇ ਹਿਰਦੇ 'ਚ ਇੱਕ ਕਿਨਕਾ ਵੀ ਵਸ ਜਾਏ ਤਾਂ ਕਿ ਮਹਿਮਾ ਗਨੀ ਨਾ ਆਵੇ। ਹਿਰਦੇ 'ਚ ਇੱਕ ਕਿਨਕਾ ਵਸ ਜਾਏ ਜਿਹਦੇ, ਉਹਦੀ ਮਹਿਮਾ ਕਿਸੇ ਨੇ ਕੀ ਬਿਆਨ ਕਰ ਲੈਣੀ ਹੈ ਭਲਾ। ਜਿਹਦੇ ਹਿਰਦੇ 'ਚ ਕਿਨਕਾ ਵਸ ਗਿਆ, ਲੈਣੇ ਦੇ ਹਿਰਦੇ 'ਚ ਇੱਕ ਕਿਨਕਾ ਵਸਿਆ। ਇੰਨਾ ਹੀ ਸੁਣਿਆ ਸੀ ਉਹਨੇ, ਭਾਈ ਲਹਿਣਾ ਜੀ ਨੇ ਇੰਨਾ ਹੀ ਸੁਣਿਆ ਸੀ। ਹੱਕ ਪਰਾਇਆ ਨਾਨਕਾ ਉਹ ਸੂਰਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਬਸ ਉਦਣ ਤੋਂ ਬਾਅਦ ਜ਼ਿੰਦਗੀ ਬਦਲ ਗਈ ਸਾਰੀ। ਇੰਨਾ ਹੀ ਸੁਣਿਆ ਸੀ, ਕੋਈ ਵਿਆਖਿਆ ਕਰਕੇ ਨਹੀਂ ਸੁਣਾਈ। ਇੰਨਾ ਸੁਣਨ ਤੋਂ ਬਾਅਦ ਹੈਰਾਨ ਹੋ ਗਿਆ ਭਾਈ ਲਹਿਣਾ। ਤੇ ਹੈਰਾਨ ਇੰਨਾ ਹੋਇਆ, ਫਿਰ ਐਸ ਗੁਰੂ ਦੇ ਲੜ ਲੱਗ ਕੇ ਉਹ ਭਾਈ ਲਹਿਣਾ, ਗੁਰੂ ਨਾਨਕ ਦਾ ਦੂਜਾ ਰੂਪ, ਉਹ ਭਾਈ ਲਹਿਣਾ
ਲੈਣੇ ਤੋਂ ਅੰਗਦ ਤੇ ਅੰਗਦ ਤੋਂ ਅੱਲਾ ਹੋ ਗਿਆ, ਰੱਬ ਦਾ ਰੂਪ ਬਣ ਗਿਆ। ਸੋ ਗੁਰੂ ਕੇ ਪਿਆਰਿਓ, ਕਿਮ ਸਚਿਆਰਾ ਹੋਈ ਹੈ। ਜਪਜੀ ਸਾਹਿਬ ਨੂੰ ਕਦੀ ਧਿਆਨ ਨਾਲ ਪੜੋ, ਗੌਰ ਨਾਲ ਪੜੋ। ਆਪਾਂ ਗੱਲ ਧਿਆਨ ਨਾਲ ਜਦੋਂ ਸਮਝਾਂਗੇ ਤੇ ਬਹੁਤ ਛੇਤੀ ਸਮਝ। ਕਈ ਬੰਦੇ ਕਹਿੰਦੇ ਬਾਣੀ ਸਮਝ ਨਹੀਂ ਆਉਂਦੀ। ਨਹੀਂ, ਬਾਣੀ ਸਮਝ ਆਉਂਦੀ ਹੈ। ਅਸਲ 'ਚ ਅਸੀਂ ਬਾਣੀ ਨੂੰ ਸਮਝਣਾ ਚਾਹੁੰਦੇ ਨਹੀਂ, ਸਮੱਸਿਆ ਹੈ। ਕਿਉਂਕਿ ਸਮਝਣ ਨਾਲ ਫਿਰ ਵੱਟਾਂ ਤੇ ਟਰੈਕਟਰ ਚੜਾਉਣਾ ਬੰਦ ਕਰਨਾ ਪੈਣਾ। ਇਸ ਕਰਕੇ ਬੰਦਾ ਕਹਿੰਦਾ ਵੀ ਸਮਝਣੋਂ ਹੀ ਰਹਿਣ ਦਿਓ। ਸਮਝ ਕੇ ਦਾਜ ਲੈਣੇ ਬੰਦ ਕਰਨੇ ਪੈਣੇ, ਸਮਝ ਕੇ ਈਰਖਾ ਚੁਗਲੀ ਬੰਦ ਕਰਨੀ ਪੈਣੀ ਹੈ, ਸਮਝ ਕੇ ਇੱਕ ਦੂਜੇ ਨੂੰ ਮਾੜਾ ਕਹਿਣਾ ਬੰਦ ਕਰਨਾ ਪੈਣਾ, ਸਮਝ ਕੇ ਸਾਰੀਆਂ ਭੈਣਾਂ ਭੈਣਾਂ ਲੱਗਣ ਲੱਗ ਪੈਣੀਆਂ, ਇੱਜ਼ਤਾਂ ਸਾਂਝੀਆਂ ਹੋ ਜਾਣੀਆਂ, ਪਿੰਡ ਆਪਣਾ ਬਣ ਜਾਣਾ, ਸਾਰਾ ਨਗਰ ਆਪਣਾ ਆਪਣਾ ਜਿਹਾ ਲੱਗਣਾ, ਇੱਕ ਦੂਜੇ ਦੇ ਦੁੱਖ ਆਪਣੇ ਲੱਗਣੇ, ਇੱਕ ਦੂਜੇ ਦੇ ਸੁੱਖ ਆਪਣੇ ਲੱਗਣੇ ਨੇ। ਅਸੀਂ ਸਮਝਣਾ ਹੀ ਨਹੀਂ ਚਾਹੁੰਦੇ, ਕਿਉਂਕਿ ਦੂਜਿਆਂ ਦੇ ਦੁੱਖਾਂ ਨੂੰ ਆਪਣੇ ਦੁੱਖ ਬਣਾਉਣਾ ਕੌਣ ਚਾਹੁੰਦਾ ਹੈ। ਇਸ ਕਰਕੇ ਸਮਝ ਤੇ ਆਉਂਦਾ ਹੈ, ਅਸੀਂ ਸਮਝਣਾ ਨਹੀਂ ਚਾਹੁੰਦੇ। ਸਾਡਾ ਇਰਾਦਾ ਇਹ ਹੈ ਵੀ ਸਾਨੂੰ ਸਮਝ ਨਾ ਆ ਜਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਕਮ ਵਿੱਚ ਚੱਲਣ ਦੀ ਜਾਚ ਸਿੱਖ ਲਾ। ਆ ਜਪਜੀ ਸਾਹਿਬ ਦੀ ਇਹ ਜਿਹੜੀ ਪੰਕਤੀ ਹੈ ਨਾ, ਸਾਰਾ ਜਪਜੀ ਸਾਹਿਬ ਇਹਦੀ ਵਿਆਖਿਆ ਕਰਦਾ। ਇਹ ਪਹਿਲੀ ਪੌੜੀ ਦੀ ਅਖੀਰਲੀ ਪੰਕਤੀ ਹੈ। ਪਹਿਲੀ ਪੌੜੀ ਦੀ ਅਖੀਰਲੀਆਂ ਪੰਕਤੀਆਂ ਨੇ, ਜਿਹਦੇ 'ਚ ਮਹਾਰਾਜ ਕਹਿੰਦੇ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜੈ ਟੁੱਟੈ ਪਾਲ, ਤੇ ਨਾਲ ਜਵਾਬ ਦੇ ਕੇ ਕਹਿੰਦੇ ਹੁਕਮ ਰਜਾਈ ਚੱਲਣਾ, ਉਹਦੇ ਹੁਕਮ ਵਿੱਚ ਚੱਲਣ ਦੀ ਜਾਚ ਸਿੱਖ ਲਾ। ਨਾਨਕ ਲਿਖਿਆ ਨਾਲ, ਇੱਥੇ ਨਾਲ ਹੀ ਹੁਕਮ ਵੀ ਲਿਖਿਆ ਪਿਆ ਹੈ। ਹੁਣ ਹੁਕਮ ਪੁੱਛਣ ਕਿਸੇ ਹੋਰ ਕੋ ਨਾ ਚਲੇ ਜੀ ਕਿਤੇ, ਮੈਨੂੰ ਹੁਕਮ ਸਮਝਾਓ। ਜਪਜੀ ਸਾਹਿਬ ਸ਼ੁਰੂ ਹੁੰਦਾ ਹੈ ਜਿੱਥੋਂ ਬਾਬਾ ਨਾਨਕ ਜੀ ਦੀ ਇਹ ਬਾਣੀ ਹੈ, ਸ਼ੁਰੂ ਹੁੰਦਾ ਹੈ ਇੱਕ ਓਂਕਾਰ ਤੋਂ। ਸਭ ਤੋਂ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਇੱਕ ਓਂਕਾਰ। ਇਹ ਤਿੰਨ ਸ਼ਬਦ ਨੇ, ਇੱਕ ਓਂਕਾਰ, ਤਿੰਨ ਸ਼ਬਦ ਨੇ, ਜਿਹਦਾ ਮਤਲਬ ਹੈ ਉਹ ਇੱਕ ਹੈ, ਸਦੀਵੀ ਹੈ, ਤੇ ਉਹਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਹੈ, ਉਹਦਾ ਕੋਈ ਦਾਇਰਾ ਨਹੀਂ ਹੈ, ਉਹ ਕਿਸੇ ਥਾਂ ਦਾ ਮੁਹਤਾਜ ਨਹੀਂ ਹੈ। ਹੁਣ ਇਹ ਏਕ ਓਂਕਾਰ ਜੇ ਸਾਨੂੰ ਕਿਤੇ ਸਮਝ ਆਵੇ ਤਾਂ ਅਸੀਂ ਕਿੰਨਾ ਸੌਖਾ ਸਮਝ ਸਕਦੇ ਹਾਂ ਵੀ ਰੱਬ ਇੱਕ ਹੈ, ਸਦੀਵੀ ਰਹਿੰਦਾ ਹੈ, ਤੇ ਕਿਸੇ ਖਾਸ ਥਾਂ ਤੇ ਨਹੀਂ ਰਹਿੰਦਾ। ਤੇ ਸਿੱਖ ਕੀ ਕਰਦੇ ਨੇ, ਰੱਬ ਇੱਕ ਤਾਂ ਮੰਨਦੇ ਨੇ, ਆਪਾਂ ਸਾਰੇ ਇੱਕ ਰੱਬ ਨੂੰ ਹੀ ਮੰਨਦੇ ਆ, ਇਹ ਵੀ ਮੰਨਦੇ ਆ ਵੀ ਉਹ ਸਦੀਵੀ ਰਹਿੰਦਾ ਹੈ, ਪਰ ਅਗਲੀ ਗੱਲ ਜਿਹੜੀ ਹੈ ਨਾ, ਇਹ ਨਹੀਂ ਮੰਨਦੇ। ਅਸੀਂ ਕਹਿੰਦੇ ਆ ਰਹਿੰਦਾ ਰੱਬ ਕਿਸੇ ਖਾਸ ਖਾਸ ਥਾਵਾਂ ਤੇ, ਸਾਰਿਆਂ ਥਾਵਾਂ ਤੇ ਰੱਬ ਨਹੀਂ ਰਹਿੰਦਾ। ਇੱਥੇ ਮਿਸਟੇਕ ਕਰਦੇ ਆ। ਇੱਕ ਹੋਰ ਵੀ ਮੰਨਦੇ ਨੇ, ਬਾਣੀ 'ਚ ਲਿਖਿਆ ਹੈ, ਭਗਤ ਕਬੀਰ ਜੀ ਕਹਿੰਦੇ ਜੋਗੀ ਗੋਰਖ ਗੋਰਖ ਕਰੇ, ਹਿੰਦੂ ਰਾਮ ਨਾਮ ਉਚਰੈ। ਜੋਗੀ ਗੋਰਖ ਗੋਰਖ ਕਰਦੇ ਨੇ, ਉਹਨੂੰ ਹੀ ਰੱਬ ਮੰਨਦੇ ਨੇ। ਹਿੰਦੂ ਭਰਾ ਰਾਮ ਨਾਮ ਉਚਰਦੇ ਨੇ, ਉਹ ਕਹਿੰਦੇ ਨੇ ਇਹ ਰੱਬ ਹੈ, ਉਹਨੂੰ ਰੱਬ ਮੰਨਦੇ ਨੇ। ਨਾਲ ਉਹ 33 ਕਰੋੜ ਦੇਵੀ ਦੇਵਤੇ ਹੋਰ ਵੀ ਮੰਨਦੇ ਨੇ, ਤੇ ਨਾਲ ਅੱਲਾਹ ਤਾਲਾ, ਰਾਮ, ਖੁਦਾ, ਉਹ ਰਾਮ ਨੂੰ ਮੰਨਦੇ ਨੇ। ਤੇ ਅਗਲੇ ਬੰਨੇ ਲਿਖਿਆ ਮੁਸਲਮਾਨ ਕਾ ਏਕ ਖੁਦਾਏ, ਮੁਸਲਮਾਨ ਇੱਕ ਖੁਦਾ ਨੂੰ ਇੱਕੋ ਨਹੀਂ ਮੰਨਦੇ ਨੇ। ਮੁਸਲਮਾਨ ਖੁਦਾ ਇੱਕ ਹੀ ਹੈ ਉਹਨਾਂ ਦਾ, ਪਰ ਉਹ ਮੰਨਦੇ ਕਿੱਥੇ ਨੇ? ਇੱਕ ਖੁਦਾ ਮੰਨਦੇ ਨੇ ਤੇ ਇੱਕ ਥਾਂ ਤੇ ਮੰਨਦੇ ਨੇ, ਕਹਿੰਦੇ ਮੱਕੇ ਰਹਿੰਦਾ। ਹੁਣ ਕਬੀਰ ਸਾਹਿਬ ਕਹਿੰਦੇ ਜਿਹੜਾ ਸਿੱਖ ਹੈ ਨਾ, ਮੰਨਦਾ ਉਹ ਵੀ ਇੱਕ ਨੂੰ ਹੈ, ਪਰ ਫਰਕ ਕੀ ਹੈ? ਕਬੀਰ ਕਾ ਸੁਆਮੀ ਰਹਿਆ ਸਮਾਏ, ਕਬੀਰ ਦਾ ਸੁਆਮੀ ਰੱਬ ਜਿਹੜਾ ਇਹਨਾਂ ਸਾਰਿਆਂ ਥਾਵਾਂ ਤੇ ਰਹਿੰਦਾ। ਹੁਣ 2-3 ਐਗਜ਼ਾਮਪਲਾਂ ਦਿੰਦਾ ਤੁਹਾਨੂੰ। ਓਂਕਾਰ ਨੂੰ ਮੰਨਣਾ ਕਿਵੇਂ ਹੈ? ਅਸੀਂ ਕਹਿੰਦੇ ਹਾਂ ਗੁਰਦੁਆਰੇ ਝੂਠ ਨਹੀਂ ਬੋਲਣਾ ਚਾਹੀਦਾ, ਤੇ ਬਾਕੀ ਥਾਵਾਂ ਤੇ ਇਹਦਾ ਮਤਲਬ ਹੈ ਵੀ ਰੱਬ ਗੁਰਦੁਆਰੇ ਰਹਿੰਦਾ ਹੈ ਤੇ ਬਾਕੀ ਥਾਵਾਂ ਤੇ। ਆ ਸਾਡੇ ਪੰਜਾਬੀਆਂ 'ਚ ਹੈ ਨਹੀਂ ਰਿਵਾਜ, ਕੋਈ ਬੰਦੇ ਨੂੰ ਸਹੁੰ ਖਵਾਉਣੀ ਹੋਵੇ, ਕਹਿੰਦੇ ਚੱਲ ਗੁਰਦੁਆਰੇ ਖਾ ਸਹੁੰ, ਉਹਨੂੰ ਉੱਥੇ ਹੀ ਕਹਿ ਲਓ। ਫਿਰ ਜੇ ਨਹੀਂ ਮੰਨਣਾ ਅਗਲੇ ਨੇ, ਗੁਰਦੁਆਰੇ ਵੀ ਨਹੀਂ ਮੰਨਣਾ। ਕਿਤੇ ਗੁਰਦੁਆਰੇ ਝੂਠੀਆਂ ਸਹੁੰਆਂ ਖਾਂਦੇ ਨਹੀਂ ਬੰਦੇ। ਸਿੱਖਾ ਤੂੰ ਕਿੱਦਾਂ ਇਹਦਾ ਸ਼ਿਕਾਰ ਹੋ ਗਿਆ? ਤੇਰੀ ਬਾਣੀ 'ਚ ਤੇ ਲਿਖਿਆ ਕਬੀਰ ਕਾ ਸੁਆਮੀ ਰਹਿਆ ਸਮਾਏ। ਕਬੀਰ ਦਾ ਸੁਆਮੀ ਹੈ ਜਿਹੜਾ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਤੇਰੀ ਬਾਣੀ ਤੇ ਇਹ ਕਹਿੰਦੀ ਹੈ। ਤੇਰੇ ਬਾਬੇ ਦੀ ਬਾਣੀ 'ਚ ਤੇ ਲਿਖਿਆ
ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ। ਉਹ ਅਨੇਕਾਂ ਤਰੀਕਿਆਂ ਨਾਲ ਹਰ ਥਾਂ ਤੇ ਹੀ ਪਸਰ ਰਿਹਾ। ਨਾਨਕ ਏਕ ਓਂਕਾਰ, ਹੇ ਨਾਨਕ ਜਿਹੜਾ ਏਕ ਓਂਕਾਰ ਹੈ ਨਾ ਉਹ ਸਾਰਿਆਂ ਥਾਵਾਂ ਤੇ ਪਸਰਿਆ ਹੋਇਆ, ਤੇ ਸਿੱਖ ਇੱਕ ਥਾਂ ਤੇ ਮੰਨਦਾ। ਸਭ ਤੋਂ ਵੱਡੀ ਮਿਸਟੇਕ ਅਸੀਂ ਇਹ ਕਰਦੇ ਆ। ਇਸੇ ਕਰਕੇ ਸਾਰਾ ਕੁਝ ਨਸ਼ਾ ਕਰਨ ਵਾਲੇ ਬੰਦੇ ਲਈ ਕਿੰਨਾ ਸੌਖਾ ਕੰਮ ਹੈ। ਕਹਿੰਦਾ ਗੁਰਦੁਆਰੇ ਨਹੀਂ ਪੀ ਕੇ ਜਾਣੀ ਚਾਹੀਦੀ, ਅੱਗੇ ਪਿੱਛੇ ਭਾਵੇਂ ਕੋਈ ਗੱਲ ਨਹੀਂ, ਉੱਥੇ ਕਿਹੜਾ ਰੱਬ ਹੈ। ਆ ਵਿਆਹਾਂ ਸ਼ਾਦੀਆਂ ਤੇ ਤੁਸੀਂ ਵੇਖਦੇ ਨਹੀਂ, ਕਿਸੇ ਨੂੰ ਕੋਈ ਕਹੇ ਵੀ ਛਕ ਲਓ ਮਾੜੇ ਮੋਟੇ, ਕਹਿੰਦੇ ਕੋਈ ਨਹੀਂ ਲਾਵਾਂ ਘਰ ਆਈਏ, ਫਿਰ ਗੁਰਦੁਆਰੇ ਜਾਣਾ ਨਾ, ਆਣ ਕੇ ਫਿਰ ਛੱਡਦੇ ਨਹੀਂ। ਪਰ ਇੱਕ ਵਾਰ ਇਹ ਮਹਾਰਾਜ ਵਾਲਾ ਕੰਮ ਨਿਬੇੜਾਈਏ। ਇਹਦਾ ਮਤਲਬ ਇੱਕੇ ਥਾਂ ਤੇ ਹੀ ਮੰਨਦੇ ਨੇ ਨਾ ਉਹ ਰੱਬ ਨੂੰ। ਪਰ ਗੁਰੂ ਗ੍ਰੰਥ ਸਾਹਿਬ 'ਚ ਇੱਕ ਵੀ ਵਾਕ ਨਹੀਂ ਐਸਾ ਲਿਖਿਆ ਜਿੱਥੇ ਇੱਕ ਵੀ ਵਾਕ, ਤੁਹਾਡੇ 'ਚ ਬਾਣੀ ਪੜ੍ਹਨ ਵਾਲੇ ਵੀਰ ਭਰਾ ਬੈਠੇ ਹੋ, ਮੈਨੂੰ ਜ਼ਰੂਰ ਦੱਸਿਓ ਜੇ ਕਿਤੇ ਇਦਾਂ ਲਿਖਿਆ ਹੋਵੇ ਵੀ ਰੱਬ ਕਿਸੇ ਖਾਸ ਥਾਂ ਤੇ ਰਹਿੰਦਾ ਹੈ। ਸਮਾਜ ਦੀ ਕਰਪਸ਼ਨ ਖਤਮ ਹੀ ਉਦਣ ਹੋਣੀ ਹੈ ਜਿੱਦਣ ਇਸ ਕੋਟੇਸ਼ਨ ਨੂੰ, ਇਸ ਵਿਚਾਰਧਾਰਾ ਨੂੰ ਪ੍ਰਸਾਰਿਆ ਜਾਏਗਾ। ਵੱਡੇ ਵੱਡੇ ਅਹੁਦਿਆਂ ਤੇ ਬੈਠੇ ਬੰਦੇ ਬੇਈਮਾਨ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਇੱਥੇ ਬੇਈਮਾਨੀਆਂ ਰੱਜ ਕੇ ਕਰੋ, ਧਾਰਮਿਕ ਥਾਂ ਤੇ ਜਾ ਕੇ ਚੜਾਵਾ ਚੜਾ ਦੇਾਂਗੇ, ਅਸੀਂ ਧਰਮੀ ਬਣ ਜਾਣਾ। ਗੁਰੂ ਨਾਨਕ ਦੇ ਘਰ ਨੇ ਹਰ ਇੱਕ ਬੰਦੇ ਨੂੰ ਬਦਲਿਆ। ਕਾਜ਼ੀ ਨੂੰ ਕਿਉਂ ਜਾ ਕੇ ਸਿਰ ਖਪਾਈ ਕਰਨੀ ਪਈ ਮੇਰੇ ਬਾਬੇ ਨੂੰ? ਕਿਉਂ ਮੇਰੇ ਬਾਬੇ ਨਾਨਕ ਨੇ ਜੋਗੀਆਂ ਨਾਲ ਸਿਰ ਖਪਾਈ ਕੀਤੀ ਜਾ ਕੇ? ਕਿਉਂਕਿ ਉਹ ਕਹਿੰਦੇ ਸੀ ਰੱਬ ਇੱਕ ਥਾਂ ਤੇ ਵਸਦਾ ਹੈ। ਗੱਲ ਬਹੁਤ ਗਜ਼ਬ ਹੈ। ਕਿਤੇ ਸਿੱਖੋ ਇਹ ਗੱਲ ਦੱਸੀ ਹੁੰਦੀ ਨਾ ਤੇ ਗੁਰਬਾਣੀ ਨੇ ਅੱਜ ਇਹ ਗੱਲ ਸਮਝਾਉਣੀ ਸੀ, ਦੁਨੀਆ ਦਾ ਹਰ ਬੰਦਾ ਹਰ ਥਾਂ ਤੇ ਰੱਬ ਨੂੰ ਮਹਿਸੂਸ ਕਰੇ, ਤੇ ਫਿਰ ਕਿਸੇ ਬਹੁਤ ਵੱਡੇ ਅਹੁਦੇ ਤੇ ਬੈਠੇ ਬੰਦੇ ਨੂੰ ਗੁਰਦੁਆਰੇ ਝਾੜੂ ਲਾਉਣ ਦੀ ਲੋੜ ਨਹੀਂ। ਜਿਸ ਅਹੁਦੇ ਤੇ ਬੈਠੇ ਉੱਥੇ ਗੰਦਗੀ ਨਾ ਪਾਵੇ, ਉੱਥੇ ਗੰਦ ਨਾ ਫੈਲਾਵੇ। ਅਹੁਦਿਆਂ ਤੇ ਬਹਿ ਕੇ ਗੰਦ ਫੈਲਾਉਂਦੇ ਨੇ ਤੇ ਗੁਰਦੁਆਰੇ ਫੜ ਕੇ ਝਾੜੂ ਡਰਾਮੇ ਕਰਦੇ ਨੇ, ਡਰਾਮੇ ਕਰਦੇ ਨੇ। ਤੇ ਜੇ ਕੋਈ ਬਹੁਤ ਵੱਡੇ ਅਹੁਦੇ ਵਾਲਾ ਗੁਰਦੁਆਰੇ ਝਾੜੂ ਫੇਰੇ, ਆਪਾਂ ਕਹਿੰਦੇ ਬੱਲੇ 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 ਕਿੱਡਾ ਵੱਡਾ ਸੇਵਾਦਾਰ। ਉਹ ਨਹੀਂ ਭਾਈ, ਸੇਵਾਦਾਰ ਨਹੀਂ ਹੈ, ਅੱਖੀਂ ਘੱਟਾ ਪਾ ਰਿਹਾ ਹੈ। ਸੇਵਾਦਾਰ ਥੋੜੀ ਹੈ। ਇਹਦੇ ਰੁਤਬੇ ਦੀ ਪਛਾਣ ਕਰੋ। ਜਿਸ ਜਗ੍ਹਾ ਤੇ ਜੌਬ ਕਰਦਾ ਹੈ, ਇਹਦੇ ਆਲੇ ਦੁਆਲੇ ਉਹਨਾਂ ਬੰਦਿਆਂ ਨੂੰ ਪੁੱਛ ਕੇ ਵੇਖੋ, ਉਹ ਦੱਸਣਗੇ ਸੇਵਾਦਾਰ ਹੈ ਕਿ ਕੀ ਹੈ। ਹਰ ਰੁਤਬਾ ਠੀਕ ਹੋ ਜਾਣਾ ਸੀ। ਇਸ ਕਰਕੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਲੋਕਾਂ 'ਚ ਨਹੀਂ ਜਾਣ ਦਿੱਤੀ ਜਾ ਰਹੀ। ਇਹਨੇ ਹਰ ਰੁਤਬੇ ਨੂੰ ਠੀਕ। ਅੱਜ ਸਮੱਸਿਆ ਕੀ ਹੈ? ਅੱਜ ਸਮਾਜ ਦਾ ਰੋਣਾ ਕੀ ਹੈ ਭਲਾ? ਇੱਥੇ ਡਾਕਟਰ ਬੇਈਮਾਨ, ਇੱਥੇ ਟੀਚਰ ਬੇਈਮਾਨ, ਇੱਥੇ ਰਾਜਨੀਤਿਕ ਬੰਦੇ ਬੇਈਮਾਨ, ਇੱਥੇ ਧਾਰਮਿਕ ਬੰਦੇ ਬੇਈਮਾਨ। ਹਰ ਥਾਂ ਤੇ ਬੇਈਮਾਨੀ ਕੁੱਟ-ਕੁੱਟ ਕੇ ਭਰੀ ਹੈ। ਪਰ ਧਾਰਮਿਕ ਥਾਵਾਂ ਤੇ ਸੇਵਾਦਾਰ ਅੱਗੇ ਅੱਗੇ ਭੱਜੇ ਫਿਰਦੇ ਨੇ। ਸੇਵਾਦਾਰਾਂ ਦੀ ਥੋੜੀ ਘਾਟ ਹੈ ਇੱਥੇ। ਤੇ ਮੈਂ ਇਹ ਨਹੀਂ ਕਹਿੰਦਾ ਸੇਵਾ ਨਹੀਂ ਕਰਨੀ ਚਾਹੀਦੀ, ਰੱਜ ਰੱਜ ਕੇ ਕਰੋ, ਬੜੀ ਚੰਗੀ ਗੱਲ ਹੈ। ਸੇਵਾ ਅਹਿਮ ਕਾਰਜ ਹੈ ਸਿੱਖੀ ਦਾ। ਸੇਵਾ ਤੇ ਸਿਮਰਨ ਸਾਡੀ ਜ਼ਿੰਦਗੀ ਦਾ ਥੰਮ ਨੇ, ਬਹੁਤ ਜ਼ਰੂਰੀ ਹੈ, ਹਰ ਬੰਦੇ ਨੂੰ ਕਰਨੀ ਚਾਹੀਦੀ ਹੈ। ਪਰ ਸੇਵਾ ਦੇ ਅਰਥ ਸਮਝੋ। ਸੇਵਾ ਆਪਣੇ ਆਪਣੇ ਥਾਵਾਂ ਤੇ ਕਰੋ। ਆਓ ਆਪਣੇ ਆਪਣੇ ਥਾਵਾਂ ਤੇ। ਉਹ ਕਦੋਂ ਹੋਣਗੇ? ਜਦੋਂ ਇਹ ਗੱਲ ਸਮਝਾ ਪਾਵਾਂਗੇ, ਕਬੀਰ ਕਾ ਸੁਆਮੀ ਰਹਿਆ ਸਮਾਏ। ਜਦੋਂ ਇਹ ਗੱਲ ਸਮਝਾ ਪਾਵਾਂਗੇ, ਇੱਕੋ ਹੀ ਸਾਰਿਆਂ ਥਾਵਾਂ ਤੇ ਵਸਿਆ ਹੋਇਆ ਇੱਕ ਰੱਬ ਹੀ ਸਾਰਿਆਂ ਥਾਵਾਂ ਤੇ ਹੈ। ਕਿਸੇ ਖਾਸ ਥਾਂ ਤੇ ਰੱਬ ਨਹੀਂ ਬੈਠਾ। ਜਦੋਂ ਖਾਸ ਥਾਂ ਤੇ ਰੱਬ ਬੈਠੇ, ਇੱਕ ਓਂਕਾਰ, ਇੱਥੋਂ ਸ਼ੁਰੂ ਹੁੰਦੀ ਹੈ ਗੱਲ। ਇੰਨੀ ਕੀ ਗੱਲ ਸਮਝ ਆ ਜਾਏ ਨਾ ਜੇ ਕਿਤੇ ਧਿਆਨ ਨਾਲ ਸਾਨੂੰ, ਵੀ ਉਹ ਸਾਰਿਆਂ ਥਾਵਾਂ ਤੇ ਵਸਦਾ ਹੈ। ਅੱਗੇ ਮਹਾਰਾਜ ਨੇ ਲਿਖਿਆ ਸਤਿਨਾਮ। ਨਾਮ ਦਾ ਅਰਥ ਹੈ ਉਹਦੀ ਹੋਂਦ, ਸਤ ਦਾ ਅਰਥ ਹੈ ਸੱਚੀ ਹੈ। ਉਹਦੀ ਹੋਂਦ ਤੇ ਸਵਾਲ ਨਹੀਂ ਹੋ ਸਕਦੇ ਕਦੇ। ਜਿਹੜੇ ਬੰਦੇ ਕਈ ਵਾਰ ਰੱਬ ਹੈਗਾ ਹੈ ਕਿ ਨਹੀਂ ਹੈਗਾ, ਕਿੱਥੇ ਰਹਿੰਦਾ ਹੈ, ਕੀ ਕਰਦਾ ਹੈ, ਜਪਜੀ ਸਾਹਿਬ 'ਚ ਸਾਰਾ ਹੀ ਦੱਸਿਆ ਡਿਟੇਲ 'ਚ। ਸਤਨਾਮ ਉਹ ਹੈਗਾ ਤੇ ਹੋਂਦ ਵਾਲਾ ਹੈ, ਸੱਚਾ ਹੈ, ਸਦੀਵੀ ਰਹਿੰਦਾ ਹੈ, ਕਰਤਾ, ਬਣਾਉਣ ਵਾਲਾ ਹੈ, ਕ੍ਰੀਏਟ ਕਰਦਾ ਹੈ ਸਾਰਾ ਕੁਝ। ਜਿੰਨਾ ਕੁਝ ਨਜ਼ਰੀ ਆ ਰਿਹਾ ਅਸੀਂ ਸਾਰੇ ਉਹ ਕਰਤੇ ਦੀ ਕ੍ਰੀਏਸ਼ਨ ਆ।
ਉਹ ਕ੍ਰੀਏਟਰ ਹੈ, ਉਹ ਕ੍ਰੀਏਟ ਕਰਦਾ ਹੈ। ਤੇ ਉਹ ਇਹੋ ਜਿਹਾ ਕ੍ਰੀਏਟਰ ਹੈ, ਉਹਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਪੈਂਦੀ। ਐਵੇਂ ਸਲਾਹਾਂ ਨਾ ਦਿਆ ਕਰੋ ਵੀ ਰੱਬਾ ਐਂ ਕਰਦੇ, ਰੱਬਾ ਐਂ ਕਰਦੇ, ਰੱਬਾ ਐਂ ਕਰਦੇ। ਉਹ ਮੈਂ ਬੜੀ ਵਾਰ ਗੱਲ ਸੁਣਾਉਣਾ ਹੁੰਦਾ ਵੀ ਜੇ ਲੋਕਾਂ ਦੇ ਆਖੇ ਰੱਬ ਕਰਨ ਲੱਗ ਜਾਏ ਨਾ ਕੰਮ, ਤੇ ਦੁਨੀਆ ਦਾ ਨਹੀਂ ਕੰਮ ਚੱਲ ਸਕਦਾ। ਕਿਸੇ ਵੀਰ ਦੀਆਂ 2 ਧੀਆਂ ਸੀ, ਉਹਨੇ ਇੱਕ ਧੀ ਵਿਆਹਤੀ ਜ਼ਿਮੀਂਦਾਰਾਂ ਨਾਲ, ਖੇਤੀ ਦੇ ਕੰਮ ਕਰਨ ਵਾਲਿਆਂ। ਇੱਕ ਵਿਆਹਤੀ ਉਹਨੇ ਜਿਹੜੇ ਮਿੱਟੀ ਦੇ ਭਾਂਡਿਆਂ ਦਾ ਕੰਮ ਕਰਦੇ ਸੀ। ਥੋੜੇ ਕੁ ਦਿਨਾਂ ਬਾਅਦ ਧੀਆਂ ਨੂੰ ਮਿਲਣ ਚਲਾ ਗਿਆ। ਹੁਣ ਜਦੋਂ ਧੀਆਂ ਨੂੰ ਮਿਲਣ ਗਿਆ ਨਾ, ਤੇ ਮਿਲ ਕੇ ਵਾਪਸ ਆਇਆ, ਤੇ ਘਰ ਵਾਲੀ ਨੇ ਪੁੱਛਿਆ ਵੀ ਸਿਰ ਦੇ ਸਾਈਆਂ ਕਿਵੇਂ, ਧੀਆਂ ਠੀਕ ਨੇ, ਚੜ੍ਹਦੀ ਕਲਾ 'ਚ ਨੇ? ਕਹਿੰਦਾ ਵੀ ਨਹੀਂ, ਚੜ੍ਹਦੀ ਕਲਾ 'ਚ ਨਹੀਂ ਆ, ਦੋਵਾਂ 'ਚੋਂ ਇੱਕ ਹੀ ਬਚਣੀ ਆ। ਉਹ ਕਹਿੰਦੇ ਵੀ ਇਹ ਕਿੱਦਾਂ, ਇੱਕ ਕਿਉਂ ਬਚਣੀ ਹੈ? ਕਹਿੰਦੇ ਇੱਕ ਇਸ ਕਰਕੇ ਬਚਣੀ ਹੈ, ਪਹਿਲੀ ਜਿਹੜੀ ਜ਼ਿਮੀਂਦਾਰਾਂ ਨਾਲ ਵਿਆਹੀ, ਜਦੋਂ ਉਹਦੇ ਘਰ ਗਿਆ ਤੇ ਉਹਨੂੰ ਮੈਂ ਪੁੱਛਿਆ ਵੀ ਪੁੱਤ ਠੀਕ ਹੈ, ਚੜ੍ਹਦੀ ਕਲਾ, ਸਾਰਾ ਕੁਝ ਵਧੀਆ? ਕਹਿੰਦੀ ਹਾਂ ਬਾਪੂ ਜੀ ਹੈ ਤੇ ਵਧੀਆ, ਸਾਰਾ ਫਸਲਵਾੜੀ ਬੀਜ ਲਈ ਹੈ, ਹੁਣ ਤੇ ਰੱਬ ਅੱਗੇ ਅਰਦਾਸ ਹੈ ਵੀ 4 ਕਣੀਆਂ ਪੈ ਜਾਣ ਕਿਤੇ ਤੇ ਫਸਲ ਵਧੀਆ ਹੋ ਜਾਊਗੀ। ਕਹਿੰਦਾ ਜਦੋਂ ਗਿਆ ਮੈਂ ਜਿਹੜੀ ਭਾਂਡਿਆਂ ਵਾਲਾ ਕੰਮ ਕਰਦਾ ਉਹਨਾਂ ਵੱਲ, ਉਹਨੂੰ ਪੁੱਛਿਆ ਵੀ ਧੀਏ ਕੀ ਹਾਲ ਨੇ? ਕਹਿੰਦੀ ਬਾਪੂ ਹੈ ਤਾਂ ਠੀਕ ਹੈ ਸਾਰਾ ਕੁਝ, ਭਾਂਡੇ ਪਾਏ ਨੇ, ਸੁੱਕਣੇ ਆਵਾ ਤਿਆਰ ਹੈ, ਹੁਣ ਤੇ ਰੱਬ ਅੱਗੇ ਇਹ ਬੇਨਤੀ ਹੈ ਵੀ ਕਿਤੇ ਕਣੀਆਂ ਨਾ ਪੈ ਜਾਣ 4। ਹੁਣ ਰੱਬ ਇੱਕ ਦੀ ਸੁਣੂ ਨਾ, ਦੋਵੇਂ ਤੇ ਕੰਮ ਹੋ, ਜਾਂ ਕਣੀਆਂ ਪੈਣਗੀਆਂ ਜਾਂ ਨਾ ਪੈਣਗੀਆਂ, ਜਾਂ ਭਾਂਡਿਆਂ ਵਾਲੀ ਨਹੀਂ ਜਾਂ ਟਾਂਡਿਆਂ ਵਾਲੀ ਨਹੀਂ। ਜੇ ਟਾਂਡਿਆਂ ਵਾਲੀ ਬਚੂ ਤੇ ਭਾਂਡਿਆਂ ਵਾਲੀ ਨਹੀਂ ਬਚਣੀ, ਭਾਂਡਿਆਂ ਵਾਲੀ ਬਚੀ ਤੇ ਟਾਂਡਿਆਂ ਵਾਲੀ ਨਹੀਂ ਬਚਣੀ। ਆਪਣੀਆਂ ਸਲਾਹਾਂ ਨਾ ਦਿਆ ਕਰੀਏ, ਉਹ ਸਲਾਹਾਂ ਨਹੀਂ ਮੰਨਦਾ ਸਾਡੀਆਂ। ਬਾਣੀ 'ਚ ਲਿਖਿਆ ਪੁੱਛ ਨਾ ਸਾਜੇ ਪੁੱਛ ਨਾ ਢਾਹੇ, ਪੁੱਛ ਨਾ ਦੇਵੇ ਲੈ, ਆਪਣੀ ਕੁਦਰਤ ਆਪੇ ਸਾਜੇ ਆਪੇ ਕਰਨ ਕਰੇ। ਉਹਨੂੰ ਸਲਾਹ ਦੇਣ ਵਾਲਾ ਨਹੀਂ ਕੋਈ ਵੀ। ਤੇ ਜੇ ਹੁੰਦੇ ਨਾ ਸਲਾਹਾਂ ਦੇਣ ਵਾਲੇ, ਤੇ ਪਤਾ ਨਹੀਂ ਕਿਹੋ ਜਿਹੀਆਂ ਸਲਾਹਾਂ ਦਿੰਦੇ ਉਹਨੂੰ। ਫਿਰ ਜਿੱਥੇ ਸਲਾਹਾਂ ਦੇਣ ਵਾਲੇ ਨੇ, ਤੁਹਾਨੂੰ ਪਤਾ ਹੀ ਹੈ ਕਿੱਦਾਂ ਦੀਆਂ ਸਲਾਹਾਂ ਦਿੰਦੇ ਨੇ। ਪਾਣੀ ਬੰਦ ਕਰ ਦਿਓ ਇਹਨਾਂ ਦਾ, ਲੰਘਣ ਨਾ ਦਿਓ ਪੈਲੀ ਵਿੱਚ ਦੀ, ਕਿੱਦਾਂ ਜਾਣਗੇ? ਇਹੋ ਹੀ ਸਲਾਹਾਂ ਨੇ ਸਾਡੇ ਕੋਲ। ਰਿਸ਼ਤਾ ਚੰਗੇ ਥਾਂ ਹੋ ਜਾਏ, ਫਿਰ 36 ਸਲਾਹਾਂ ਦੇਣ ਵਾਲੇ ਹੁੰਦੇ ਨੇ। ਉਹਨਾਂ ਨੂੰ ਦੱਸੋ ਐਵੇਂ ਹੈ ਨਹੀਂ ਇਹਨਾਂ ਦਾ ਪਿੰਡ 'ਚ ਬਹੁਤਾ ਅਸਲ ਰਸੂਖ, ਪਤਾ ਨਹੀਂ ਤੁਸੀਂ ਕਿੱਦਾਂ ਭੁਲੇਖੇ 'ਚ ਪੈ ਗਏ। ਸਾਡੇ ਕੋਲ ਤੇ ਆਹੀ ਸਲਾਹਾਂ ਨੇ। ਫਿਰ ਚੰਗੀਆਂ ਸਲਾਹਾਂ ਕਿੱਥੇ ਨੇ ਸਾਡੇ ਕੋਲ? ਤੇ ਜੇ ਰੱਬ ਸਲਾਹਾਂ ਲੈਂਦਾ ਹੁੰਦਾ ਤੇ ਆਪਾਂ ਤਾਂ ਬੇੜਾ ਗਰਕ ਕੀਤਾ ਹੀ ਪਿਆ ਸੀ ਹੁਣ ਤੱਕ ਰੱਬ ਦਾ। ਕਿਉਂਕਿ ਜਿੱਥੇ ਜਿੱਥੇ ਸਾਡੀ ਸਲਾਹ ਚੱਲਦੀ ਹੈ, ਸਭ ਸਤਿਆਨਾਸ਼ ਕੀਤਾ ਪਿਆ ਸੀ। ਜਿੱਥੇ ਜਿੱਥੇ ਚੱਲ ਰਹੀਆਂ ਸਲਾਹ, ਮੰਤਰੀ ਸਲਾਹਾਂ ਨਾਲ ਚੱਲਦੇ ਨੇ ਨਾ, ਤੇ ਛੱਡਿਆ ਮੰਤਰੀਆਂ ਦੇ ਪੱਲੇ ਕੁਝ ਅਸੀਂ। ਮਨਿਸਟਰੀਆਂ ਸਲਾਹਾਂ ਨਾਲ ਚੱਲਦੀਆਂ ਨੇ, ਤੈਸ਼ ਨੈਸ਼ ਕਰਕੇ ਰੱਖਤੀਆਂ ਅਸੀਂ ਸਾਰੀਆਂ ਚੀਜ਼ਾਂ। ਤੁਸੀਂ ਇੱਕ ਚੀਜ਼ ਧਿਆਨ ਨਾਲ ਵੇਖੋ, ਜਿਹੜੀ ਚੀਜ਼ ਦੇ ਵਿੱਚ ਸਲਾਹ ਦਿੱਤੀ ਜਾਂਦੀ ਹੈ ਉਹ ਠੀਕ ਨਹੀਂ ਰਹਿ ਗਈ ਇੱਥੇ। ਤੇ ਗੁਰੂ ਨਾਨਕ ਦੇ ਘਰ ਨੇ ਸਲਾਹ ਨਹੀਂ ਮੰਨੀ ਕਿਸੇ ਦੀ। ਆਇਆ ਸੀ 60 ਕੁ ਸਾਲਾਂ ਦਾ ਬੰਦਾ ਸਲਾਹ ਦੇਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ, ਆ ਪਾਓ ਧਾਗਾ, ਧਰਮੀ ਬਣ ਜਾਂਦਾ ਇਹਦੇ ਨਾਲ ਬੰਦਾ। ਬਾਬੇ ਨੇ ਕਿਹਾ ਪਰੇ ਕਰ ਧਾਗਾ, ਜੇ ਧਾਗੇ ਨਾਲ ਧਰਮੀ ਬਣਦਾ ਹੈ ਤੇ ਪਹਿਲਾਂ ਮੇਰੇ ਘਰ ਦੇ ਮੇਰੇ ਨਾਲੋਂ ਵੱਡੇ 3 ਮੈਂਬਰ ਹੋਰ ਨੇ, ਇਹਨਾਂ ਤਿੰਨਾਂ ਦੇ ਗਲ 'ਚ ਧਾਗਾ ਪਾ। ਤੇ 60 ਸਾਲ ਦਾ ਪੰਡਤ ਹਰਦਿਆਲ ਕਹਿੰਦਾ ਇਹਨਾਂ ਨੂੰ ਨਹੀਂ ਪਾਇਆ ਜਾ ਸਕਦਾ। ਤੇ ਬਾਬੇ ਨੇ ਕਿਹਾ ਲੈ ਕੇ ਤਿੱਤਰ ਹੋ, ਫਿਰ ਮੈਨੂੰ ਨਹੀਂ ਚਾਹੀਦਾ ਤੇਰਾ ਧਾਗਾ। ਐਂ ਹੀ ਹੋਇਆ ਹੋਣਾ। ਬਾਬਾ ਕਹਿੰਦਾ ਹੋਣਾ ਚੱਲ ਫਿਰ, ਮੈਂ ਕੀ ਲੈਣਾ ਤੇਰੇ ਧਾਗੇ ਤੋਂ ਬਈ? ਮੇਰੀ ਭੈਣ ਮੇਰੇ ਤੋਂ 5 ਸਾਲ ਵੱਡੀ ਹੈ, ਉਹਦੇ ਮੂੰਹ ਦੀ ਬੁਰਕੀ ਮੈਂ ਖਾ ਲੈਣਾ, ਮੇਰੇ ਮੂੰਹ ਦੀ ਬੁਰਕੀ ਉਹ ਖਾ ਲੈਂਦੀ ਹੈ। ਤੂੰ ਧਾਗਾ ਚੁੱਕ ਕੇ ਆ ਗਿਆ ਵੀ ਤੁਸੀਂ 2 ਤਰ੍ਹਾਂ ਦੇ ਹੋ, ਭੈਣ ਹੋਰ ਹੈ ਤੇ ਤੂੰ ਹੋਰ ਹੈ, ਮੈਨੂੰ ਨਹੀਂ ਚਾਹੀਦਾ ਇਹ ਧਾਗਾ, ਮੈਂ ਨਹੀਂ ਪਾਉਣਾ। ਤੇ ਪੰਡਤ ਹਰਦਿਆਲ ਉਦਣ ਹੀ ਫਿਰ ਸਾਰੀ ਰਾਤ ਨਹੀਂ ਸੁੱਤਾ ਜਾ ਕੇ ਵੀ ਇਹ ਬਣਨੀ ਨਹੀਂ ਗੱਲ। ਹੁਣ ਜਿੱਧਰ ਨੂੰ ਚੱਲ ਪਿਆ ਨਾ ਕੰਮ ਇਹ। ਅੱਜ ਤੇ ਇੱਕ ਨਾਨਕ ਹੈ ਜਿਹੜਾ ਕਹਿੰਦਾ ਧਾਗਾ ਨਹੀਂ ਪਾਉਣਾ, ਇਹ ਕੱਲ ਇੱਕ ਨਹੀਂ ਨਾ ਰਹਿਣਾ। ਇਹ ਤੇ ਨਾਨਕ ਘਰ ਘਰ ਹੋਣੇ ਨੇ, ਕਿਉਂਕਿ ਇਹ ਨਾਨਕ ਬਾਬਾ ਕਹਿੰਦਾ ਵੀ ਇਹ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ। ਇਹ ਤੇ ਘਰ ਘਰ ਨਾਨਕ ਪੈਦਾ ਹੋ ਜਾਣੇ ਆ, ਤੇ ਹੋ ਗਏ। ਫਿਰ ਬਾਬੇ ਨੇ ਥਾਂ ਥਾਂ ਜਾ ਕੇ ਨਾਨਕ ਪੈਦਾ ਕਰਤੇ। ਹਰਿਦੁਆਰ ਗਿਆ ਬਾਬਾ ਪੰਡਤ ਹਰਦਿਆਲ ਨੇ ਕਿਹਾ ਹੋਣਾ ਵੀ ਇਹਦੇ ਲਾਗੇ ਨਾ ਜਾਇਓ, ਇਹਦੇ ਨਾਲ ਗੱਲਾਂ ਨਾ ਕਰਿਓ, ਅੱਜ ਤੋਂ ਬਾਅਦ ਤੁਹਾਡੀ ਸਾਰੀਆਂ ਗੱਲਾਂ ਦਾ ਇਹਦੇ ਕੋਲ ਖੰਡਨ ਹੈਗਾ ਤੇ ਇਹਦੀਆਂ ਗੱਲਾਂ ਦਾ ਜਵਾਬ ਹੈ ਨਹੀਂ, ਹੁਣ ਨਾ ਕੋਈ ਬਾਬੇ ਨਾਨਕ ਕੋਲ ਜਾਇਓ। ਤੇ ਬਾਬੇ ਨੇ ਕਿਹਾ ਹੋਣਾ ਕੋਈ ਗੱਲ ਨਹੀਂ, ਮੇਰੇ ਕੋਲ ਨਾ ਆਇਓ, ਮੈਂ ਆਉਣਾ ਤੁਹਾਡੇ ਕੋਲ। ਭੱਜੋਗੇ ਕਿੱਥੋਂ ਤੱਕ? ਇਹ ਥੋੜੀ ਵੀ ਚੱਲ ਨਹੀਂ ਆਏ ਤੇ ਹੁਣ ਛੱਡੋ ਖਹਿੜਾ, ਆਪਾਂ ਕੀ ਲੈਣਾ ਨਾ। ਬਾਬੇ ਨੇ ਫਿਰ ਆਪ ਤਿਆਰੀ ਕਰ ਲਈ। ਫਿਰ ਬਾਬਾ ਤੁਰ ਪਿਆ, ਹਰਿਦੁਆਰ ਗਿਆ ਵੀ ਕੱਲਾ ਧਾਗਾ ਹੀ ਨਹੀਂ, ਕੱਲੀ ਚੀਜ਼ ਤੁਹਾਨੂੰ ਦੱਸੋ ਤੁਸੀਂ ਪੈਦਾ ਕਿੱਦਾਂ ਕੀਤੀ।
ਤਾਂ ਬਾਣੀ ਤੋਂ ਡਰ ਲੱਗਦਾ ਹੈ, ਤਾਂ ਜਪਜੀ ਤੋਂ ਡਰ ਲੱਗਦਾ ਹੈ, ਤਾਂ ਬਾਣੀ ਦੀ ਸਮਝ ਤੋਂ ਡਰ ਲੱਗਦਾ ਹੈ। ਬਾਬਾ ਨਾਨਕ ਤੁਰ ਪਿਆ, ਫਿਰ ਬਾਬਾ ਨਾਨਕ ਹਰਿਦੁਆਰ ਗਿਆ। ਪਹਿਲੀ ਯਾਤਰਾ 'ਚ ਪਹਿਲਾ ਤੀਰਥ ਸਥਾਨ ਜਿਹੜਾ ਪੰਜਾਬ ਤੋਂ ਸਭ ਤੋਂ ਲਾਗੇ ਪੈਂਦਾ ਹੈ, ਹਰਿਦੁਆਰ ਪੈਂਦਾ ਹੈ। ਬਾਬਾ ਹਰਿਦੁਆਰ ਗਿਆ। ਇੱਕ ਹੋਰ ਤੁਹਾਨੂੰ ਸਵਾਦਲੀ ਗੱਲ ਦੱਸਦਾ, ਪੂਰੀ ਦੁਨੀਆ 'ਚ ਗੁਰੂ ਨਾਨਕ ਸਾਹਿਬ ਜੀ ਦੀਆਂ ਯਾਦਾਂ ਬੜੀਆਂ ਨੇ, ਪੂਰੀ ਦੁਨੀਆ 'ਚ, ਪਰ ਭਾਰਤ ਵਿੱਚ ਦੋ ਯਾਦਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਨਹੀਂ ਬਣੀਆਂ। ਇੱਕ ਹਰਿਦੁਆਰ 'ਚ ਨਹੀਂ ਬਣਨ ਦਿੱਤੀ ਤੇ ਇੱਕ ਜਨਕ ਨਾਥਪੁਰੀ 'ਚ ਨਹੀਂ ਬਣਨ ਦਿੱਤੀ। ਇੱਥੇ ਦੋਵਾਂ ਥਾਵਾਂ ਤੇ ਯਾਦਾਂ ਨਹੀਂ ਬਣੀਆਂ। ਕਿਉਂ ਨਹੀਂ ਬਣੀਆਂ ਭਲਾ? ਇਹ ਸੋਚਿਓ ਜ਼ਰੂਰ। ਹਰਿਦੁਆਰ ਤੇ ਪੈਂਦਾ ਹੀ ਪੰਜਾਬ ਦੇ ਨਾਲ ਹੈ। ਲੇਹ ਲਦਾਖ 'ਚ ਬਾਬੇ ਦੀ ਯਾਦ ਬਣੀ ਹੈ, ਮੱਕੇ 'ਚ ਬਾਬੇ ਦੀ ਯਾਦ ਬਣੀ ਹੈ। ਸਾਰੀਆਂ ਥਾਵਾਂ ਤੇ ਬਾਬੇ ਦੀਆਂ ਯਾਦਾਂ ਨੇ, ਪਰ ਨੇਪਾਲ 'ਚ ਬਾਬੇ ਦੀ ਯਾਦ ਬਣੀ ਹੈ। ਕਿੱਥੇ ਕਿੱਥੇ ਬਾਬੇ ਦੀਆਂ ਯਾਦਾਂ ਬਣੀਆਂ ਨੇ, ਉਹ ਕਸ਼ਮੀਰ 'ਚ ਬਣੀ ਹੈ, ਪਰ ਨਾਲ ਹੀ ਹਰਿਦੁਆਰ ਪੈਂਦਾ ਹੈ ਪੰਜਾਬ ਦੇ। ਨਹੀਂ ਯਾਦ ਬਣ ਦਿੱਤੀ ਅਗਲਿਆਂ ਨੇ, ਕਿਉਂਕਿ ਜੜ੍ਹਾਂ ਹਿੱਲਦੀਆਂ ਸੀ ਉਹਨਾਂ ਦੀਆਂ। ਤੁਹਾਨੂੰ ਪਤਾ ਹੋਣਾ ਗਿਆਨ ਗੋਦੜੀ ਦਾ ਰੌਲਾ ਬੜਾ ਚਿਰ ਪੈਂਦਾ ਰਿਹਾ, ਪਰ ਬਣਿਆ ਨਹੀਂ, ਅਜੇ ਵੀ ਕੁਛ ਨਹੀਂ ਬਣਨ ਦਿੱਤਾ ਉਹਨਾਂ ਨੇ। ਸਾਡਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਰੌਲਾ ਨਹੀਂ ਹੈ। ਮੈਂ ਕਿਸੇ ਵੀ ਵਿਸ਼ੇਸ਼ ਵਿਅਕਤੀ ਦੇ ਆਪਾਂ ਵਿਰੋਧੀ ਨਹੀਂ ਆ, ਸਾਡੇ ਸਾਰੇ ਹੀ ਆਪਣੇ ਨੇ, ਪਰ ਏਦਾਂ ਧੱਕਾ ਨਾ ਕਰੋ। ਫਿਰ ਤੁਸੀਂ ਦੋ ਯਾਦਾਂ ਨਹੀਂ ਬਣੀਆਂ। ਇੱਕ ਜਗਨਨਾਥਪੁਰੀ ਸਮੁੰਦਰ ਦੇ ਕੰਢੇ ਤੇ ਕਾਰ ਸੇਵਾ ਵਾਲੇ ਵੀਰਾਂ ਨੇ ਉੱਥੇ ਇੱਕ ਡੇਰਾ ਬਣਾਇਆ ਵੱਖਰਾ ਜਾ ਕੇ, ਪਰ ਜਿਸ ਜਗ੍ਹਾ ਤੇ ਘਟਨਾ ਵਾਪਰੀ ਉੱਥੇ ਕੋਈ ਯਾਦ ਨਹੀਂ ਹੈ, ਕਿਉਂਕਿ ਉਹ ਘਟਨਾ ਬਹੁਤ ਵੱਡੀ ਹੈ। ਸਾਡੇ ਵਾਸਤੇ ਤਾਂ ਸਿਰਫ ਇੱਕ ਸਾਖੀ ਹੈ ਨਾ, ਉਹ ਸਾਖੀ ਨਹੀਂ ਹੈ। ਉਹਨੇ ਤਖਤਾ ਪਲਟਣਾ ਹੈ, ਉਹਨੇ ਯੁੱਗ ਪਲਟਣਾ ਹੈ, ਉਹਨੇ ਦੁਨੀਆ ਦੇ ਨਕਸ਼ਿਆਂ ਤੇ ਕਹਾਣੀ ਨੂੰ ਸਿਰਜਣਾ ਹੈ। ਬਹੁਤ ਵੱਡਾ ਇਤਿਹਾਸ ਸਾਹਿਤ ਸਮੋਇਆ ਉਹਦੇ 'ਚ। ਹੁਣ ਗੁਰੂ ਸਾਹਿਬ ਜੀ ਕਹਿੰਦੇ ਜੇ ਤੂੰ ਨਹੀਂ ਨਾ ਆਉਣਾ ਤੇ ਇਹ ਨਾ ਸੋਚੀ ਵੀ ਸਰ ਜਾਣਾ। ਹੁਣ ਤੇ ਤੂੰ ਕਰ ਲਈ ਸ਼ੁਰੂਆਤ, ਹੁਣ ਤਾਂ ਮੈਂ ਆਊਂ। ਫਿਰ ਬਾਬਾ ਕਿਹੜਾ ਸਾਡੇ ਵਾਂਗੂ ਸੀ ਵੀ ਕੋਈ ਸੱਦੂਗਾ ਫਿਰ ਜਾਵਾਂਗੇ। ਅੱਜ ਤਾਂ ਟ੍ਰੈਂਡ ਹੀ ਬਦਲ ਗਿਆ ਨਾ। ਅੱਜ ਤਾਂ ਤੁਸੀਂ ਪਹਿਲਾਂ ਵੱਡਾ ਪ੍ਰਬੰਧ ਕਰੋ, ਫਿਰ ਪ੍ਰਚਾਰਕ ਦੇ ਤਰਲੇ ਕੱਢੋ, ਫਿਰ ਅਗਲਾ ਤੁਹਾਨੂੰ ਆਪਣੀ ਭੇਟਾ ਦੱਸੇ, ਫਿਰ ਤੁਸੀਂ 10 ਬੰਦਿਆਂ ਨਾਲ ਸਲਾਹ ਕਰੋ, ਫਿਰ ਤੁਹਾਨੂੰ ਲੱਗੇ ਵੀ ਇੰਨੇ ਕਿੱਥੋਂ ਦੇਵਾਂਗੇ। ਹਾਲਾਂਕਿ ਪ੍ਰੋਬਲਮ ਸਾਡੇ 'ਚ ਵੀ ਹੈ। ਗਾਉਣ ਵਾਲਿਆਂ ਨੂੰ ਅਸੀਂ ਲੱਖ ਦੇ ਲੈਨੇ ਆ, ਸਾਨੂੰ ਸਲਾਹ ਸਲੂਹ ਕਰਨ ਦੀ ਲੋੜ ਨਹੀਂ ਪੈਂਦੀ, ਉੱਥੇ ਇਕੱਲੇ ਹੀ ਦੇ ਲੈਨੇ ਆ ਵੀ ਕੋਈ ਨਹੀਂ, ਲੱਖ ਦੀ ਕਿੱਡੀ ਕੁ ਗੱਲ। ਬੇਈਮਾਨੀਆਂ ਚਾਰ ਸਵੇਰੇ ਹੀ ਨੇ, ਇੱਕ ਬੰਨੇ ਨਹੀਂ ਆ। ਸਾਡਾ ਆਵਾ ਹਰ ਥਾਂ ਤੇ ਉੱਤੇ ਹੈ, ਕਿਉਂਕਿ ਸਲਾਹਾਂ ਲੈਨੇ ਆ ਅਸੀਂ। ਅੱਜ 5-7 ਸਾਊਂਡ ਜੇ ਰੱਖੇ ਹੁੰਦੇ ਨੇ ਸਾਊਂਡ ਵਾਲਿਆਂ ਨੇ, ਉਹ ਗੱਡੀ ਤੇ ਲੈ ਕੇ ਆਉਂਦੇ ਨੇ, ਆਪਣੇ ਪੰਜਾਬ ਤੋਂ ਗਾਣੇ ਡਾਊਨਲੋਡ ਕਰ ਲੈਂਦੇ ਇੱਕ ਚਿੱਪ 'ਚ, ਤੁਹਾਡੇ ਵਿਆਹ 'ਚ ਆਣ ਕੇ 2 ਘੰਟੇ ਲਾਉਂਦੇ ਨੇ। ਕਿੰਨੇ ਕੁ ਲੈ ਕੇ ਜਾਂਦੇ ਨੇ? ਲਾਓ ਹਿਸਾਬ ਹੁਣ ਭਲਾ। ਅਸੀਂ ਵੀ ਇਦਾਂ ਦੇ ਹੀ ਆ। ਖੈਰ, ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਤੇ ਬਾਤ ਹੀ ਨਿਰਾਲੀ ਹੈ ਨਾ। ਬਾਬਾ ਕੁਝ ਹੋਰ ਮਕਸਦ ਨਾਲ ਤੁਰਿਆ ਸੀ। ਅੱਜ ਤਾਂ ਮਕਸਦ ਗਵਾਚ ਗਏ ਨਾ, ਕਿਉਂਕਿ ਹਰ ਥਾਂ ਤੇ ਸਲਾਹਕਾਰ ਬੰਦੇ ਨੇ, ਸਲਾਹਕਾਰਾਂ ਨੇ ਬਦਲ ਹੀ ਦੇਣਾ ਹੁੰਦਾ ਸਾਰਾ ਕੁਝ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਵੇ ਤਾਂ ਅਸੀਂ ਇਸ ਰਾਹ ਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਤੁਰ ਸਕਦੇ ਹਾਂ। ਹਰਿਦੁਆਰ ਆਇਆ ਬਾਬਾ, ਤੇ ਬਾਬੇ ਨੇ ਲਹਿੰਦੇ ਵੱਲ ਨੂੰ ਦਿੱਤਾ ਪਾਣੀ ਗੰਗਾ ਦੇ ਵਿੱਚ ਖੜ ਕੇ। ਤੂੰ ਬਾਬਾ ਲਹਿੰਦੇ ਵਿੱਚ ਵਾਲੇ ਬੰਨੇ ਨੂੰ, ਲਹਿੰਦੇ ਵਾਲੇ ਪੰਡਤ ਕਿੱਧਰ ਨੂੰ ਦਿੰਦਾ ਸੀ ਪਾਣੀ ਭਲਾ? ਚੜ੍ਹਦੇ ਨੂੰ। ਇਹਨੂੰ ਕਹਿੰਦੇ ਪੁੱਠੇ ਰਾਹਾਂ ਤੇ ਪਾਣੀ ਤੋਰਨਾ। ਆਮ ਕਹਿੰਦੇ ਪੁੱਠਿਆਂ ਰਾਹਾਂ ਨੂੰ ਪਾਣੀ ਤੋਰਿਆ ਬਾਬੇ, ਐਂ ਤੋਰਿਆ। ਬਾਬੇ ਨੇ ਉਸੇ ਗੰਗਾ 'ਚ ਖਲੋ ਕੇ ਜਿੱਥੇ ਚੜ੍ਹਦੇ ਨੂੰ ਪਾਣੀ ਦਿੱਤਾ ਜਾ ਰਿਹਾ ਸੀ, ਲਹਿੰਦੇ ਵੱਲ ਨੂੰ ਪਾਣੀ ਦਿੱਤਾ। ਲਹਿੰਦੇ ਵੱਲ ਨੂੰ ਦਿੱਤਾ ਪਾਣੀ ਗੰਗਾ ਦੇ ਵਿੱਚ ਖੜ ਕੇ। ਤੂੰ ਜਗਨਨਾਥ ਵਿੱਚ ਰੋਕੀ ਆਰਤੀ ਪੰਡਤ ਬਾਹੋਂ ਫੜ ਕੇ। ਤੂੰ ਅੱਜ ਤੇਰੇ ਗੁਰਦੁਆਰੇ ਹੁੰਦੀਆਂ ਨੇ ਆਰਤੀਆਂ, ਰੋਕ ਕੇ ਵਿਖਾਵੇ ਕੋਈ। ਨਹੀਂ ਰੋਕਣ ਦੇ, ਤੁਸੀਂ ਰੋਕੋਗੇ ਗਲ ਪੈ ਜਾਣਗੇ ਤੁਹਾਡੇ। ਤੂੰ ਰੋਕੀ ਸੀ ਬਾਬਾ ਅੱਜ ਤੋਂ 500 ਸਾਲ ਪਹਿਲਾਂ। ਤੇਰੇ ਨਾਲ 10, 15, 20, 50 ਬੰਦੇ ਨਹੀਂ ਸੀ ਗਏ। ਤੇਰੇ ਨਾਲ ਕੋਈ ਕੈਮਰੇ ਵਾਲਾ ਨਹੀਂ ਸੀ ਗਿਆ, ਤੇਰੇ ਨਾਲ ਕੋਈ ਵੀਡੀਓ ਵਾਲੇ ਨਹੀਂ ਸੀ ਗਏ ਵੀ ਪ੍ਰੂਫ ਸੰਭਾਲ ਕੇ ਰੱਖਣਾ। ਇਕੱਲਾ ਹੀ ਬੰਦਾ ਇੱਕ ਤਾਣ ਕੇ ਖੜ ਗਿਆ ਉਹਨਾਂ ਦੇ ਸਾਹਮਣੇ। ਮੈਨੂੰ ਦੱਸੋ ਆਰਤੀ ਕਿਹਦੀ ਕਰਦੇ ਹੋ? ਸਮਝਾਓ ਮੈਨੂੰ। ਕਿਸੇ ਕੋਲ ਕੋਈ ਜਵਾਬ ਨਹੀਂ ਸੀ। ਪਰ ਅੱਜ
ਕਿਵੇਂ ਕੋਈ ਥਾਲੀ ਖੋਲੂ ਤੇਰੇ ਵੀਰ ਜਵਾਨਾਂ ਤੋਂ, ਅੱਜ ਬਾਬਾ ਤੇਰੀ ਸਿੱਖੀ ਨੂੰ ਖਤਰਾ ਹੈ ਧਰਮ ਅਸਥਾਨਾਂ ਤੋਂ। ਸਿੱਖੀ ਨਹੀਂ ਮਰਦੀ ਔਰੰਗਜ਼ੇਬ ਦੇ ਮਾਰਿਆਂ, ਸਿੱਖੀ ਨਹੀਂ ਮਰਦੀ ਜਹਾਂਗੀਰ ਦੇ ਮਾਰਿਆਂ, ਸਿੱਖੀ ਨਹੀਂ ਮਰਦੀ ਵਜ਼ੀਰ ਦੇ ਸਾਹਿਬਜ਼ਾਦੇ ਨੀਹਾਂ 'ਚ ਚਿਣਨ ਨਾਲ। ਸਿੱਖੀ ਮਰੇਗੀ ਜਿੱਦਣ ਸਿੱਖ ਦਸਤਾਰ ਬੰਨ੍ਹ ਕੇ ਸਿੱਖੀ ਨੂੰ ਖਤਮ ਕਰਨਾ ਚਾਹੇਗਾ। ਅਸੀਂ ਨਹੀਂ ਮਰਦੇ ਮੁਰਦੇ ਇਹਦਾ, ਅਸੀਂ ਗਿਣਤੀ ਦੇ, ਅਸੀਂ 30, ਅਸੀਂ 40, ਅਸੀਂ 5, ਅਸੀਂ 50। ਸਾਨੂੰ ਲੱਖਾਂ ਮਾਰਨਾ ਚਾਹੁੰਦੇ ਸੀ, ਅਸੀਂ 40 ਜਿਉਂਦੇ ਰਹੇ, ਲੱਖ ਮਰਿਆ, ਅਸੀਂ ਨਹੀਂ ਮਰੇ। ਪਰ ਉਦਣ ਮਰਾਂਗੇ ਜਿੱਦਣ ਸਾਡੇ ਅੰਦਰੋਂ ਸਿੱਖੀ ਦਾ ਕਿਣਕਾ ਮਰ ਜਾਏਗਾ। ਤੇ ਅਗਲਿਆਂ ਨੇ ਤਰੀਕਾ ਬਦਲਿਆ, ਹੁਣ ਸਿੱਖੀ ਦਾ ਕਿਣਕਾ ਮਾਰਿਆ ਸਾਡੇ ਅੰਦਰੋਂ। ਬਾਬਾ ਹਰਿਦੁਆਰ ਗਿਆ, ਲਹਿੰਦੇਵਾਲ ਨੂੰ ਪਾਣੀ ਦਿੱਤਾ, ਪੰਡਤ ਹਰਦਿਆਲ ਦਾ ਭਾਈਚਾਰਾ ਆ ਗਿਆ ਉੱਥੇ। ਤੇ ਪਤਾ ਤਾਂ ਉਹਨਾਂ ਨੂੰ ਵੀ ਸੀ ਵੀ ਇਹ ਗੱਲ ਚੱਲ ਪਈ ਹੈ, ਕਿਉਂਕਿ 9 ਸਾਲ ਦੀ ਉਮਰ ਵਿੱਚ ਹਰਿਦੁਆਰ ਤੋਂ ਪਹਿਲਾਂ ਘਟਨਾ ਵਾਪਰ ਚੁੱਕੀ ਹੈ। ਤੇ ਬਾਬਾ ਜਦੋਂ ਹਰਿਦੁਆਰ ਗਿਆ, ਉਸ ਵੇਲੇ ਬਾਬੇ ਦੀ ਉਮਰ ਲਗਭਗ ਇਤਿਹਾਸਕਾਰਾਂ ਨੇ 26-27 ਸਾਲ ਲਿਖੀ ਹੈ, ਕਈਆਂ ਨੇ 32-33 ਸਾਲ ਵੀ ਲਿਖੀ ਹੈ। ਤੇ ਇਹਦਾ ਮਤਲਬ ਹੈ ਜਿਹੜੀ 9 ਸਾਲ ਦੀ ਉਮਰ 'ਚ ਘਟਨਾ ਵਾਪਰੀ ਸੀ, ਪੰਡਤ ਹਰਦਿਆਲ ਜਿਹੜਾ ਸਾਰੀ ਰਾਤ ਨਹੀਂ ਸੀ ਸੁੱਤਾ, ਉਹਨੇ ਜਗਨਨਾਥਪੁਰੀ ਤੱਕ ਤੇ ਗੱਲ ਪਹੁੰਚਾਈ ਹੋਣੀ ਹੈ, ਉਹਨੇ ਹਰਿਦੁਆਰ ਤੱਕ ਤੇ ਪਹੁੰਚਾਈ ਹੋਣੀ ਹੈ ਗੱਲ, ਵੀ ਸੰਭਲ ਕੇ ਰਿਓ। ਜਦੋਂ ਬਾਬੇ ਨੇ ਲਹਿੰਦੇਵਾਲ ਨੂੰ ਪਾਣੀ ਦਿੱਤਾ, ਉਹਨਾਂ ਨੂੰ ਬਹੁਤਾ ਦੇਰ ਨਹੀਂ ਲੱਗੀ ਇਹ ਸਮਝਣ ਲਈ ਵੀ ਇਹ ਕੌਣ ਹੈ। ਉਹ ਸਮਝ ਗਏ ਵੀ ਉਹੋ ਹੀ ਹੈ ਜਿਹਦੇ ਬਾਰੇ ਹਰਦਿਆਲ ਗੱਲਾਂ ਕਰਦਾ ਸੀ ਵੀ ਉਹਨੇ ਨਹੀਂ ਪਾਉਣਾ ਜਨੇਊ। ਆਣ ਕੇ ਕਹਿੰਦੇ ਤੁਸੀਂ ਨਾਨਕ ਨਿਰੰਕਾਰੀ ਹੋ? ਕਹਿੰਦੇ ਹਾਂ, ਠੀਕ ਪਛਾਣਿਆ। ਕਹਿੰਦੇ ਬਾਬਾ ਤੂੰ ਤੇ ਸਿਆਣਾ ਬੜਾ ਹੈ। ਕਹਿੰਦੇ ਹਾਂ, ਕੋਈ ਸ਼ੱਕ ਨਹੀਂ ਮੈਂ ਸਿਆਣਾ। ਪਰ ਕਹਿੰਦੇ ਇਹ ਕੀ ਕਰਦਾ? ਕਹਿੰਦੇ ਕੀ? ਕਹਿੰਦੇ ਪਾਣੀ ਐਨੂੰ ਕਿਉਂ ਰੋੜ ਰਿਹਾ? ਕਹਿੰਦੇ ਤੁਸੀਂ ਐਨੂੰ ਰੋੜਦੇ ਸੀ, ਉਧਰ ਥਾਂ ਨਹੀਂ ਸੀ ਹੈਗਾ, ਮੈਂ ਐਨੂੰ ਰੋੜਨ ਲੱਗ ਪਿਆ। ਮੈਨੂੰ ਕਿਹੜਾ ਪਤਾ ਕਾਹਦੇ ਲਈ ਰੋੜਦੇ ਆ, ਉਧਰ ਤੁਸੀਂ ਲੱਗੇ, ਇਧਰ ਮੈਂ ਲੱਗ ਪਿਆ ਵੀ ਚੱਲ ਪਾਣੀ ਰੋੜਨਾ। ਉਹ ਕਹਿੰਦੇ ਨਹੀਂ, ਐਵੇਂ ਥੋੜੀ ਰੋੜਦੇ ਆ ਅਸੀਂ। ਕਹਿੰਦੇ ਫਿਰ ਦੱਸ ਤੇ ਦਿਓ ਕਾਹਦੇ ਲਈ ਰੋੜਦੇ ਹੋ? ਕਹਿੰਦੇ ਅਸੀਂ ਤੇ ਆਪਣੇ ਬਜ਼ੁਰਗਾਂ ਨੂੰ ਪਾਣੀ ਪਹੁੰਚਾਉਂਦੇ ਆ, ਚੜ੍ਹਾਈ ਕਰ ਗਏ ਨੇ ਉੱਤੇ, ਉਹ ਮਰ ਗਏ ਨੇ ਤੇ ਉਹ ਧਿਆਏ ਆ ਵਿਚਾਰੇ, ਤੇ ਅਸੀਂ ਪਾਣੀ ਦੇ ਰਹੇ ਉਹਨੂੰ। ਕਹਿੰਦੇ ਅੱਛਾ, ਮੈਂ ਤੇ ਕਣਕ ਬੀਜ ਕੇ ਆਇਆ ਸੁਲਤਾਨਪੁਰ, ਮੈਂ ਉਹਨੂੰ ਦੇ ਰਿਹਾ, ਤੁਸੀਂ ਮੈਨੂੰ ਕਿਹੜਾ ਪੁੱਛਿਆ? ਤੁਸੀਂ ਕਹਿੰਦੇ ਹੋ ਬਜ਼ੁਰਗਾਂ ਨੂੰ, ਮੈਂ ਕਣਕ ਬੀਜ ਕੇ ਆਇਆ। ਸੁਲਤਾਨਪੁਰ ਕਰਤਾਰਪੁਰ ਨਹੀਂ, ਕਿਉਂਕਿ ਕਰਤਾਰਪੁਰ ਨਗਰ ਮੇਰੇ ਬਾਬੇ ਨੇ ਪਹਿਲੀ ਉਦਾਸੀ ਤੋਂ ਬਾਅਦ ਜਾਣ ਕੇ ਵਸਾਇਆ। ਇਤਿਹਾਸ ਦੇ ਫੈਕਟ ਨੂੰ ਜ਼ਰੂਰ ਧਿਆਨ 'ਚ ਰੱਖੋ। ਕਰਤਾਰਪੁਰ ਨਗਰ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਉਦਾਸੀ ਤੋਂ ਬਾਅਦ 'ਚ ਵਸਿਆ, ਤੇ ਪਹਿਲੀ ਉਦਾਸੀ ਗੁਰੂ ਸਾਹਿਬ ਜੀ ਨੇ ਭਾਰਤ ਦੇ ਹਿੰਦੂ ਤੀਰਥ ਯਾਤਰਾਵਾਂ ਤੇ ਕੀਤੀ ਹੈ। ਕਰਤਾਰਪੁਰ ਉਦੋਂ ਨਗਰ ਨਹੀਂ ਸੀ ਵਸਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਪਰਤੇ, ਔਰ ਉਹਨਾਂ ਨੂੰ ਕਹਿੰਦੇ ਮੈਂ ਤੇ ਕਣਕ ਬੀਜ ਕੇ ਆਇਆ। ਇੱਕ ਸਿਆਣਾ ਜਿਹਾ ਪੰਡਤ ਕਹਿੰਦਾ ਹੋਣਾ ਵੀ ਲਾਏ ਬਾਬਾ ਅੱਜ ਘੇਰਿਆ ਹੀ ਲੋੜ। ਕਹਿੰਦਾ ਬਾਬਾ ਇਹ ਸੁਲਤਾਨਪੁਰ ਪਾਣੀ ਕਿੱਦਾਂ ਪਹੁੰਚ ਜੇ? ਤੇ ਵਾਪਸ ਨਦੀ 'ਚ ਪਈ ਜਾਂਦਾ। ਕਹਿੰਦਾ ਮੇਰਾ ਦਿਸਦਾ ਹੈ, ਆਪਣਾ ਨਹੀਂ ਦਿਸਦਾ ਤੈਨੂੰ? ਮੇਰੀ ਤਾਂ ਸੁਲਤਾਨਪੁਰ ਫਿਰ ਵੀ ਇਸੇ ਧਰਤੀ ਤੇ ਹੀ ਹੈ, 400-500 ਕਿਲੋਮੀਟਰ ਹੈ, ਤੇ ਤੇਰਾ ਸੂਰਜ ਕਿੱਥੇ ਹੈ ਜਿਹਨੂੰ ਤੂੰ ਪਾਣੀ ਦੇ ਜਾਣਾ? ਉਹ ਤੇ ਹਜ਼ਾਰਾਂ ਕਿਲੋਮੀਟਰ ਦੂਰ ਹੈ। ਮੇਰਾ ਤੈਨੂੰ ਵਾਪਸ ਆਉਂਦਾ ਦਿਸਦਾ। ਐ ਹੱਥ ਜੋੜਦੇ ਉਹਨਾਂ ਦੋਵਾਂ ਨੇ ਵੀ ਸਮਝ ਫਿਰ ਉਹ ਗਏ ਹੋਣੇ ਆ ਵੀ ਹੁਣ ਨਹੀਂ ਖੈਰ। ਤਾਂ ਕਰਕੇ ਉਹ ਤੁਹਾਡੇ ਇਤਿਹਾਸ ਤੋਂ ਕੰਬਦੇ ਨੇ ਅਜੇ ਵੀ। ਇਸ ਕਰਕੇ ਤੁਹਾਨੂੰ ਕਹਿੰਦੇ ਇਹ ਇਤਿਹਾਸ ਨਾ ਸੁਣਾਓ, ਉਹ ਸੁਣਾਓ ਜਿਹੜਾ ਸਾਨੂੰ ਚੰਗਾ ਲੱਗਦਾ। ਆਹ ਬਾਣੀ ਦੀਆਂ ਗੱਲਾਂ ਨਾ ਕਰੋ ਜਿਹੜੀਆਂ ਸਾਨੂੰ ਫਿੱਟ ਨਹੀਂ ਆਉਂਦੀਆਂ। ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਲੰਬਾ ਚੌੜਾ ਇਤਿਹਾਸ ਸਾਡਾ, ਹੁਕਮ ਰਜਾਈ ਚੱਲਣਾ। ਗੱਲ ਆਪਾਂ ਇਹ ਕਰ ਰਹੇ, ਸਤਨਾਮ ਸੱਚਾ ਨਾਮ ਹੈ ਉਹਦਾ, ਕਰਤਾ ਪੁਰਖ, ਉਹ ਕ੍ਰੀਏਟਰ ਹੈ, ਉਹ ਸਲਾਹਾਂ ਨਹੀਂ ਲੈਂਦਾ, ਆਪ ਕਰਦਾ ਜੋ ਕੁਝ ਕਰਦਾ। ਉਹਨੇ ਕਿਸੇ ਨੂੰ ਪੁੱਛ ਨਾ ਸਾਜੇ ਪੁੱਛ ਨਾ ਢਾਹੇ ਵਾਲੀ ਬਿਰਤੀ ਦਾ ਮਾਲਕ, ਉਹ ਪੁੱਛਦਾ ਨਹੀਂ ਕੁਝ ਵੀ ਤੇ ਗਲਤ ਵੀ ਨਹੀਂ ਕਰਦਾ। ਕਰਤਾ ਪੁਰਖ, ਤੇ ਅਗਲੇ ਬੰਨੇ ਕੀ ਹੈ? ਨਿਰਭਉ, ਨਿਰਵੈਰ। ਉਹ ਨਾ ਕਿਸੇ ਤੋਂ ਡਰੇ ਤੇ ਨਾ ਕਿਸੇ ਨਾਲ ਵੈਰ ਰੱਖੇ। ਉਹਦਾ ਵੈਰ ਵੀ ਕਿਸੇ ਨਾਲ ਨਹੀਂ ਤੇ ਡਰ ਵੀ ਕਿਸੇ ਦਾ ਨਹੀਂ। ਸਿੱਖ ਨਾ ਕਿਸੇ ਨਾਲ ਵੈਰ ਰੱਖਦਾ ਤੇ ਨਾ ਕਿਸੇ ਤੋਂ ਡਰਦਾ। ਨਿਰਭਉ ਨਿਰਵੈਰ, ਅਕਾਲ ਮੂਰਤ। ਅਕਾਲ, ਕਾਲ ਕਹਿੰਦੇ ਨੇ ਸਮੇਂ ਨੂੰ, ਤੇ ਜਦੋਂ ਐੜਾ ਲੱਗ ਜਾਏ ਤੇ ਉਦੋਂ ਸ਼ਬਦ ਹੋ ਜਾਂਦਾ ਹੈ ਅਕਾਲ, ਜਿਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ, ਉਹ ਸਮੇਂ ਦੇ ਬੰਧਨ ਵਿੱਚ ਨਹੀਂ ਆਉਂਦਾ।
ਉਹਦੇ ਤੇ ਕਿਸੇ ਸਮੇਂ ਦਾ ਬੰਧਨ ਨਹੀਂ ਹੈ। ਇਹ ਨਹੀਂ ਜਿਵੇਂ ਸਾਨੂੰ ਐ ਲੱਗਦਾ ਹੈ, ਜਿਵੇਂ ਆਮ ਕਰਕੇ ਆਪਾਂ ਕਈ ਵਾਰ ਘਰਾਂ 'ਚ ਬੈਠੇ ਗੱਲ ਕਰਦੇ, ਜਿੱਦਾਂ ਦੇ ਲੋਕ ਹੋ ਗਏ ਨੇ ਉਦਾਂ ਦਾ ਹੀ, ਇਹਦਾ ਮਤਲਬ ਬਦਲ ਗਿਆ ਨਾ ਉਹ ਵੀ। ਨਹੀਂ ਨਹੀਂ ਨਹੀਂ, ਉਹ ਨਹੀਂ ਬਦਲਦਾ। ਜੇ ਉਹ ਬਦਲ ਗਿਆ ਫਿਰ ਉਹ ਰੱਬ ਨਹੀਂ ਹੈ। ਜਿਹੜਾ ਬਦਲਦਾ ਹੈ ਉਹ ਰੱਬ ਨਹੀਂ ਹੁੰਦਾ। ਅਕਾਲ ਮੂਰਤ, ਉਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ, ਤੇ ਜਿਹੜੇ ਅਕਾਲ ਮੂਰਤ ਨਾਲ ਜੁੜੇ ਹੋਏ ਨੇ ਉਹਨਾਂ ਤੇ ਵੀ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਜਦੋਂ ਅਸੀਂ ਕਹਿੰਦੇ ਆ ਨਾ ਕਲਯੁਗ ਵਿੱਚ ਤੇ ਲੋਕ ਇਦਾਂ ਦੇ ਹੀ ਹੁੰਦੇ ਨੇ, ਉਹ ਭਾਈ ਲੋਕ ਹੁੰਦੇ ਹੋਣਗੇ, ਸਿੱਖ ਨਹੀਂ ਇਦਾਂ ਦੇ ਹੁੰਦੇ ਕਲਯੁਗ ਵਿੱਚ। ਅਸੀਂ ਲੋਕ ਨਹੀਂ ਆ। ਤੁਹਾਨੂੰ ਕਿਹਨੇ ਕਿਹਾ ਅਸੀਂ ਲੋਕ ਆ? ਅਸੀਂ ਗੁਰੂ ਨਾਨਕ ਦੇ ਸਿੱਖ ਆ, ਤੇ ਗੁਰੂ ਨਾਨਕ ਦੇ ਸਿੱਖ ਤੇ ਕਿਸੇ ਕਲਯੁਗ ਦਾ ਕੋਈ ਅਸਰ ਨਹੀਂ। ਅਸੀਂ ਕਲਯੁਗ ਦੀ ਕੋਈ ਪਰਵਾਹ ਨਹੀਂ ਕਰਦੇ। ਹੁੰਦਾ ਹੋਏਗਾ ਕਿਸੇ ਤੇ ਪ੍ਰਭਾਵ ਕਲਯੁਗ ਦਾ, ਸਤਯੁਗ ਦਾ, ਦੁਆਪਰ ਦਾ, ਸਾਡੇ ਤੇ ਕੋਈ ਕਿਸੇ ਦਾ ਪ੍ਰਭਾਵ ਨਹੀਂ। ਸਿੱਖ ਕਲਯੁਗ ਵਿੱਚ ਵੀ ਉਦਾਂ ਦਾ ਹੈ, ਸਿੱਖ ਸਤਯੁਗ ਵਿੱਚ ਵੀ ਉਦਾਂ ਦਾ ਹੈ। ਤੇ ਸਾਡੇ ਬਾਬੇ ਦੀ ਬਾਣੀ ਨੇ ਵਿਆਖਿਆ ਕਰਕੇ ਸਮਝਾਇਆ, ਪਰ ਇਹ ਹੋਣਾ ਤਾਂ ਹੈ ਜੇ ਅਸੀਂ ਸਹਿਜ ਵਾਲੀ ਅਵਸਥਾ ਨੂੰ ਗੁਰੂ ਦੀ ਗੋਦ ਵਿੱਚੋਂ ਆਣ ਕੇ ਗ੍ਰਹਿਣ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਮੂਰਤ, ਮੂਰਤ ਸ਼ਬਦ ਜਿਹੜਾ ਹੈ ਨਾ, ਇਹ ਬਾਣੀ 'ਚ ਦੋ ਸਰੂਪਾਂ 'ਚ ਆਉਂਦਾ ਹੈ। ਤੁਹਾਡੇ 'ਚ ਬਾਣੀ ਪੜ੍ਹਨ ਵਾਲੇ ਵੀਰ ਬੈਠੇ ਨੇ, ਕਿਤੇ ਮੂਰਤ ਆਉਂਦਾ ਸਿਹਾਰੀ ਨਾਲ ਤੇ ਕਿਤੇ ਮੂਰਤ ਆਉਂਦਾ ਸਿਹਾਰੀ ਤੋਂ ਬਿਨਾਂ। ਦੋ ਪੰਕਤੀਆਂ ਮੈਂ ਪੜ੍ਹ ਦਿੰਦਾ। ਇੱਕ ਤਾਂ ਅਕਾਲ ਮੂਰਤ ਜਿਹੜੀ ਅਸੀਂ ਪੜ੍ਹ ਰਹੇ ਹਾਂ, ਇੱਕ ਤੁਹਾਨੂੰ ਯਾਦ ਹੈ 12 ਮਾਹ 'ਚ ਪੜ੍ਹਦੇ ਆ, ਮਾਹ ਦਿਵਸ ਮੂਰਤ ਭਲੇ। ਉੱਥੇ ਸਿਹਾਰੀ ਨਹੀਂ ਹੈਗੀ, ਇੱਥੇ ਸਿਹਾਰੀ ਹੈਗੀ ਹੈ। ਜਦੋਂ ਸ਼ਬਦ ਸਿਹਾਰੀ ਆ ਜਾਂਦਾ ਹੈ ਨਾ, ਉਦੋਂ ਇਸਤਰੀ ਲਿੰਗ ਸ਼ਬਦ ਹੈ। ਇਹਦਾ ਮਤਲਬ ਹੈ ਮੂਰਤ ਨਾਲ ਸੰਬੰਧਿਤ ਹੈ, ਸ਼ਕਲ ਨਾਲ ਸੰਬੰਧਿਤ ਹੈ। ਤੇ ਮਹਾਰਾਜ ਕਹਿੰਦੇ ਉਹਦੀ ਮੂਰਤ ਸਮੇਂ ਦੇ ਪ੍ਰਭਾਵ ਤੋਂ ਵੱਖਰੀ ਹੈ। ਮਤਲਬ ਉਹਦੇ ਤੇ ਬਚਪਨ, ਜਵਾਨੀ, ਬੁਢੇਪੇ ਵਾਲਾ ਪ੍ਰਭਾਵ ਨਹੀਂ ਪੈਂਦਾ, ਉਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ। ਜਦੋਂ 12 ਮਾਹ 'ਚ ਆਉਂਦਾ, ਉੱਥੇ ਆਉਂਦਾ ਮੂਰਤ, ਉਦੋਂ ਪੜ੍ਹਨਾ ਹੈ ਮੂਰਤ, ਉਹਦਾ ਅਰਥ ਹੈ ਵੇਲਾ। ਹੁਣ ਇੱਕ ਸੈਂਟੈਂਸ ਬੋਲਣ ਨਾਲ ਹੀ ਅਰਥਾਂ ਦਾ ਕਿੰਨਾ ਫਰਕ ਪੈਂਦਾ। ਇਸ ਕਰਕੇ ਗੁਰੂ ਕੇ ਪਿਆਰ ਵਾਲਿਓ, ਬਾਣੀ ਨੂੰ ਬੜੇ ਧਿਆਨ ਨਾਲ ਪੜੋ। ਮੂਰਤ ਤੇ ਮੂਰਤ, ਅਕਾਲ ਮੂਰਤ, ਅਜੂਨੀ। ਰੱਬ ਜੂਨਾ ਵਿੱਚ ਨਹੀਂ ਆਉਂਦਾ, ਜੋ ਜੂਨਾ ਚ ਆਉਂਦਾ ਉਹ ਰੱਬ ਨਹੀਂ ਹੁੰਦਾ। ਤੇ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਥਾਂ 'ਚ ਬਾਣੀ ਕਿਹਾ ਹੈ ਜਾ ਕੇ, ਕਹਿੰਦੇ ਸੋ ਮੁਖ ਜਲੋਂ ਸੜ ਜਾਏ ਉਸ ਜ਼ੁਬਾਨ ਜਿਹੜੀ ਕਹਿੰਦੀ ਹੈ ਠਾਕੁਰ ਜੋਨੀ। ਜਿਹੜਾ ਕਹਿੰਦਾ ਰੱਬ ਜੂਨਾ 'ਚ ਪੈਂਦਾ। ਤੇ ਇੱਥੇ ਰੱਬ ਦੀਆਂ ਜਨਮ ਅਸ਼ਟਮੀਆਂ ਮਨਾਈਆਂ ਜਾ ਰਹੀਆਂ, ਰੱਬ ਦੇ ਜਨਮ ਦਿਹਾੜੇ ਮਨਾਏ ਜਾ ਰਹੇ। ਤੇ ਸਾਡਾ ਭਲਾ ਉਦੋਂ ਹੁੰਦਾ ਹੈ ਜਦੋਂ ਅਸੀਂ ਬਾਣੀ 'ਚ ਸ਼ਬਦ ਪੜ੍ਹ ਕੇ ਵੀ ਕਈ ਵਾਰ ਜਨਮ ਅਸ਼ਟਮੀ ਵਾਲੇ ਦਿਨ ਲੋਕਾਂ ਨੂੰ ਸੁਣਾਉਂਦੇ ਹਾਂ ਵੀ ਬਾਣੀ 'ਚ ਵੀ ਲਿਖਿਆ ਸ਼ਾਇਦ। ਸ਼ਬਦ ਆਉਂਦਾ ਹੈ ਧੰਨ ਧੰਨੋ ਰਾਮ ਬੇਨ ਬਾਜੈ, ਮਧੁਰ ਮਧੁਰ ਧੁਨ ਅਨਹਤ ਗਾਜੈ, ਪਰ ਉਸ ਸ਼ਬਦ ਦੀ ਵਿਆਖਿਆ ਆਪਣੀ ਹੈ। ਵਕਤ ਨਹੀਂ ਮੇਰੇ ਕੋਲ ਮੈਂ ਉਸ ਬੰਨੇ ਜਾਵਾਂ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਿਆ, ਉਹਨੂੰ ਹਰ ਥਾਂ ਤੇ ਮੰਨਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਜੂਨੀ ਹੈ, ਉਹ ਜੂਨਾ ਵਿੱਚ ਨਹੀਂ ਆਉਂਦਾ। ਸਹਿ ਭੰਗ, ਸਹਿ ਭੰਗ ਦਾ ਅਰਥ ਉਹਨੂੰ ਕਿਸੇ ਨੇ ਬਣਾਇਆ ਨਹੀਂ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ। ਰੱਬ ਕਿਸੇ ਦਾ ਮੁਹਤਾਜ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਥਿਊਰੀ ਚੁੱਕ ਕੇ ਈਸਾਈ ਮਤ ਵਾਲਿਆਂ ਨੇ ਰੱਬ ਦਾ ਜਨਮ ਤੇ ਆਪਣੇ ਆਪ ਤੋਂ ਬਣਾ ਲਿਆ, ਪਰ ਬਣਾਇਆ ਫਿਰ ਕਿਸੇ ਦੇ ਰਾਹੀਂ ਹੈ। ਇੱਕ ਚੀਜ਼ ਤੇ ਚੁੱਕ ਲਈ ਇੱਥੋਂ, ਪਰ ਉਹਦੀ ਵਿਆਖਿਆ 'ਚ ਹੁਣ ਮੈਂ ਫਿਰ ਨਹੀਂ ਪੈ ਸਕਦਾ ਕਿਉਂਕਿ ਸਮਾਂ ਨਹੀਂ। ਉਹਨਾਂ ਨੇ ਇੱਕ ਥਿਊਰੀ ਚੁੱਕ ਲਈ, ਪਰ ਅਸਲੀ ਗੱਲ ਤੇ ਨਹੀਂ ਸਮਝ ਆਏਗੀ ਨਾ। ਬਾਣੀ ਨੇ ਕਿਹਾ ਉਹਦਾ ਜਨਮ ਨਹੀਂ ਹੋਇਆ, ਉਹ ਆਪਣੇ ਆਪ ਤੋਂ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਖੀਰ ਤੇ ਫਿਰ ਕਹਿੰਦੇ ਗੁਰ ਪ੍ਰਸਾਦ ਅਜਿਹਾ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ। ਫਿਰ ਪਹਿਲੀ ਪੌੜੀ 'ਚ ਦੱਸਿਆ ਆ ਰੱਬ ਹੈ, ਗੁਰੂ ਦੀ ਬਖਸ਼ਿਸ਼ ਨਾਲ ਮਿਲਦਾ ਹੈ। ਤੇ ਲੋਕ ਕਿੱਦਾਂ ਪਾਉਣਾ ਚਾਹੁੰਦੇ ਨੇ? ਸੋਚਿਆ ਸੋਚ ਨਾ ਹੋਵੇ ਜੇ ਸੋਚੀ। ਕਿੱਡੀ ਪਿਆਰੀ। ਹੁਣ ਵੇਖੋ ਇੱਕ ਗੱਲ ਉੱਤੇ ਪੂਰੀ ਕਲੀਅਰ ਹੋ ਗਈ ਨਾ ਗੁਰਪ੍ਰਸਾਦ ਤੱਕ। ਅਗਲੀ ਪੌੜੀ 'ਚ ਮਹਾਰਾਜ ਕਹਿੰਦੇ ਚੱਲ ਫਿਰ ਅਗਲੀ ਸਮਝ ਵੀ ਲੋਕ ਰੱਬ ਨੂੰ ਕਿੱਦਾਂ ਪਾਉਣਾ ਚਾਹੁੰਦੇ ਨੇ।
ਲੋਕ ਕਹਿੰਦੇ ਨੇ ਫਲਾਣੇ ਥਾਂ ਤੇ ਇਸ਼ਨਾਨ ਕਰੋ ਰੱਬ ਮਿਲਦਾ ਹੈ। ਮਹਾਰਾਜ ਕਹਿੰਦੇ ਸੋਚੈ ਸੋਚ ਨਾ ਹੋਵੇ। ਸੋਚ ਦਾ ਅਰਥ ਸੁਚਮਤਾ ਦੇ ਨਾਲ, ਨਹਾਉਣ ਨਾਲ ਹੈ। ਸੋਚ ਦਾ ਅਰਥ ਸੋਚਣ ਨਾਲ ਨਹੀਂ ਹੈ। ਸੋਚੈ ਸੋਚ ਨਾ ਹੋਵੇ। ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਤੀਰਥਾਂ ਤੇ ਨਹਾ, ਏਦਾਂ ਸੁੱਚਾ ਨਹੀਂ ਹੋਇਆ ਜਾਣਾ ਜੇ ਤੇਰਾ ਮਨ ਇਸ਼ਨਾਨ ਨਹੀਂ ਕਰਦਾ। ਅਗਲੀ ਪੌੜੀ ਤੇ ਫਿਰ ਉਹਦਾ ਸਰੂਪ ਸ਼ਲੋਕ, ਜਿਹੜਾ ਇਸ ਸਰੂਪ ਤੋਂ ਬਾਅਦ ਸ਼ਲੋਕ ਦਿੱਤਾ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਅੱਜ ਵੀ ਸੱਚਾ ਹੈ, ਆਦ ਸੱਚ ਸ਼ੁਰੂ ਤੋਂ ਸੱਚਾ ਹੈ, ਅੱਜ ਵੀ ਸੱਚਾ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਉਹਨੇ ਸੱਚਾ ਹੋਣਾ ਹੈ। ਆਦ ਸੱਚ ਜੁਗਾਦ ਸੱਚ, ਅੱਜ, ਆਉਣ ਵਾਲੇ ਸਮੇਂ 'ਚ ਤੇ ਆਉਣ ਵਾਲੇ ਸਮੇਂ ਤੋਂ ਪਹਿਲਾਂ, ਤਿੰਨਾਂ ਥਾਵਾਂ ਤੇ ਉਹ ਸੱਚਾ ਹੈ। ਉਹ ਕਿਤੇ ਵੀ ਝੂਠਾ ਨਹੀਂ ਪੈਂਦਾ। ਨਾਨਕ ਹੋਸੀ ਵੀ ਸੱਚ, ਉਹਨੇ ਹੋਣਾ ਵੀ ਆਉਣ ਵਾਲੇ ਸਮੇਂ 'ਚ ਸੱਚ ਹੀ ਹੈ। ਤੇ ਉਹ ਸੱਚ ਕਿਸੇ ਖਾਸ ਥਾਵਾਂ ਤੇ ਜਾ ਕੇ ਨਹੀਂ ਮਿਲਦਾ, ਖਾਸ ਕਰਮ ਕਰਕੇ ਨਹੀਂ ਮਿਲਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਸੋਚੇ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਚੁੱਪੈ। ਅਗਲਾ ਤਰੀਕਾ ਰੱਬ ਨੂੰ ਪਾਉਣ ਦਾ ਕੀ ਹੈ ਭਲਾ? ਭਾਰਤ ਦੀ ਦੁਨੀਆ ਵਿੱਚ ਚੁੱਪ ਰਹਿਣਾ। ਮੋਨੀ ਬਾਬੇ, ਗੁੱਸਾ ਨਾ ਕੋਈ ਕਰ ਜਿਓ ਹੁਣ, ਸਾਡੇ 'ਚ ਤੇ ਕਈ ਆਪਣੇ ਜਥੇਦਾਰ ਵੀ ਮੋਨੀ ਨੇ, ਜਿਹੜੇ ਕਹਿੰਦੇ ਨੇ ਵੀ ਬੋਲਦੇ ਹੀ ਨਹੀਂ ਬਾਬਾ ਜੀ। ਇਹ ਠੀਕ ਨਹੀਂ ਗੱਲ, ਬੋਲਣਾ ਪੈਣਾ ਇੱਥੇ ਤੇ, ਚੁੱਪ ਰਹਿ ਕੇ ਨਹੀਂ ਸਰਨਾ। ਕਿਉਂਕਿ ਬਾਬੇ ਨੇ ਕਿਹਾ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ। ਕੁਝ ਸੁਣਨਾ ਪੈਣਾ ਤੇ ਕੁਝ ਕਹਿਣਾ ਪੈਣਾ। ਤੇ ਚੁੱਪ ਰਹਿ ਕੇ ਕਈ ਵਾਰ ਸਰ ਵਧੀਆ ਜਾਂਦਾ ਉਹਦਾ। ਜਦੋਂ ਕਿਸੇ ਦੀ ਗਵਾਹੀ ਪਾਉਣੀ ਹੋਵੇ ਤੇ ਅਗਲਾ ਬੰਦਾ ਕਵੇ ਵੀ ਗਵਾਹੀ ਦੇ ਭਰਾ ਤੂੰ, ਤੇ ਦੂਜੀ ਧਿਰ ਵਾਲੇ ਉਹਨੂੰ ਕਹਿਣ ਵੀ ਨਾ ਦੇ ਗਵਾਹੀ, ਉਹ ਕਹੇ ਵੀ ਭਾਈ ਮੈਨੂੰ ਬੋਲਣਾ ਪੈਣਾ, ਤੇ ਉਹ ਕਹਿਣ ਵੀ ਚੱਲ ਨਾ ਬੋਲੀ ਕੁਝ ਵੀ, ਬਸ ਚੁੱਪ ਹੀ ਕਰ ਜੀ। ਸਰ ਗਿਆ ਨਾ ਅਗਲੇ ਦਾ, ਬਚ ਗਿਆ ਨਾ ਬੰਦਾ। ਫਿਰ ਚੁੱਪ ਰਹਿਣਾ ਵੀ ਗੁਨਾਹ ਹੈ ਜੇ ਤੂੰ ਸਮੇਂ ਸਿਰ ਬੋਲਦਾ ਨਹੀਂ ਤੇ। ਬਹੁਤ ਵੱਡਾ ਪਾਪ ਹੈ ਚੁੱਪ ਰਹਿਣਾ। ਇਸ ਕਰਕੇ ਬਾਬੇ ਨੇ ਧਰਤੀ ਤੇ ਜੀਵ ਗੂੰਗੇ ਨਹੀਂ ਪੈਦਾ ਕੀਤੇ, ਬੋਲਣ ਵਾਲੇ ਪੈਦਾ ਕੀਤੇ ਨੇ। ਚੁੱਪੈ ਚੁੱਪ ਨਾ ਹੋਵੇ, ਸਿੱਧਾ ਹੀ ਲਿਖਿਆ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਅੱਗੇ ਦੂਜਾ ਤਰੀਕਾ ਕੀ ਹੈ ਰੱਬ ਨੂੰ ਪਾਉਣ ਦਾ? ਕਹਿੰਦੇ ਭੁੱਖੇ ਰਹਿਣ ਨਾਲ ਰੱਬ ਮਿਲ ਜਾਂਦਾ। ਵਾਹ ਵਾਹ। ਕਿ ਸਾਡੀਆਂ ਭੈਣਾਂ ਵੀ ਕਰਵਾ ਚੌਥ ਵਾਲੇ ਦਿਨ ਰੱਖ ਲੈਂਦੀਆਂ ਵਰਤ ਵੀ ਏਦਾਂ ਰੱਬ ਮਿਲਦਾ। ਨਾ ਨਾ, ਇਹ ਸਾਡਾ ਤਰੀਕਾ ਹੀ ਨਹੀਂ, ਪਤਾ ਨਹੀਂ ਕਿਹਨਾਂ ਦਾ ਹੋਣਾ। ਸਾਡਾ ਨਹੀਂ ਇਹ ਤਰੀਕਾ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਭੁੱਖੇ ਰਹਿਣ ਨਾਲ ਰੱਬ ਨਹੀਂ ਮਿਲਦਾ ਤੇ ਭੁੱਖੇ ਕਦੀ ਰੱਜਦੇ ਨਹੀਂ, ਭੁੱਖੇ ਕਦੀ ਤ੍ਰਿਪਤ ਨਹੀਂ ਹੁੰਦੇ। ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ। ਤੇ ਕਈਆਂ ਨੂੰ ਐ ਲੱਗਦਾ ਮੇਰੇ ਵਰਗਿਆਂ ਨੂੰ ਵੀ ਗੱਲਾਂ ਜਿਨ੍ਹਾਂ ਨੂੰ ਚੰਗੀਆਂ ਆ ਜਾਣ ਉਹਨਾਂ ਨੂੰ ਰੱਬ ਮਿਲ ਜਾਂਦਾ। ਮਹਾਰਾਜ ਕਹਿੰਦੇ ਨਾ ਸਾਹਸ ਸਿਆਣਪਾਂ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ। ਲੱਖ ਹੋਣ ਤੇਰੇ ਕੋਲ ਸਿਆਣਪਾਂ, ਇੱਕ ਨਹੀਂ ਚੱਲਦੀ। ਉਹਦੀ ਸਿਆਣਪ ਦੇ ਸਾਹਮਣੇ ਕਿਸੇ ਦੀ ਸਿਆਣਪ ਕੀ ਹੈ? ਇੱਕ ਨਾ ਚੱਲੇ ਨਾਲ। ਫਿਰ ਕੀ ਹੁੰਦਾ ਹੈ? ਕਹਿੰਦੇ ਕਿਉਂ ਸਚਿਆਰਾ ਹੋਈਏ। ਫਿਰ ਦੱਸੋ ਮਹਾਰਾਜ ਅਸਲ 'ਚ ਗੱਲ ਕੀ ਹੈ? ਕਹਿੰਦੇ ਹੁਕਮ ਚ ਆ ਜਾਓ ਜੀ, ਰਜਾ ਚ ਆ ਜਾ। ਇਹਦੇ ਤੋਂ ਅੱਗੇ ਜਪਜੀ ਸਾਹਿਬ ਨੂੰ ਧਿਆਨ ਨਾਲ ਕਿਤੇ ਪੜ੍ਹਿਓ, ਵਕਤ ਨਹੀਂ ਉਹਦੀ ਡਿਟੇਲ 'ਚ ਹੁਣ ਜਾਈਏ। ਬਹੁਤ ਪਿਆਰ ਨਾਲ ਜਪਜੀ ਸਾਹਿਬ ਸਮਝਣ ਵਾਲਾ ਹੈ। ਇੱਕ ਇੱਕ ਅੱਖਰ ਬੜਾ ਕੀਮਤੀ ਹੈ, ਇੱਕ ਇੱਕ ਸ਼ਬਦ ਬੜਾ ਕੀਮਤੀ ਹੈ। ਬੜੇ ਪਿਆਰ ਸਤਿਕਾਰ ਨਾਲ ਆਪ ਸਾਰਿਆਂ ਨੇ ਅਦਬ ਸਾਲ ਗੁਰੂ ਦੀ ਬਾਤ ਨੂੰ ਸੁਣਿਆ। ਧੰਨਵਾਦ ਹੈ ਤੁਹਾਡਾ, ਸਾਰੇ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਪ੍ਰਬੰਧ ਕੀਤਾ ਹੈ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਅਖੀਰਲੀ ਬੇਨਤੀ ਤੁਹਾਡੇ ਚਰਨਾਂ 'ਚ ਹੈ। ਅਸੀਂ ਇਹ ਵੀ ਯਤਨ ਕੀਤਾ ਸੀ ਵੀ ਬਾਹਰ, ਅਸੀਂ ਸਾਡੇ ਘਰ 'ਚ ਪੜ੍ਹਨ ਦੀ ਆਦਤ ਨਹੀਂ ਹੈ। ਸਾਹਿਤ ਸਟਾਲ ਬਾਹਰ ਲੱਗਾ ਹੈ, ਉੱਥੋਂ ਜ਼ਰੂਰ ਆਪਣੇ ਘਰ 'ਚ ਪੜ੍ਹਨ ਲਈ ਕਿਤਾਬਾਂ ਰੱਖੋ। ਸਹਿਜ ਪਾਠ ਕਿਸੇ ਵੀਰ ਭਰਾ ਨੇ ਕਰਨਾ ਹੋਵੇ, ਸੈਂਚੀਆਂ ਨੇ ਬਿਲਕੁਲ ਫ੍ਰੀ ਨੇ, ਉਹਨਾਂ ਦੀ ਕੋਈ ਭੇਟਾ ਨਹੀਂ ਹੈ। ਸੈਂਚੀਆਂ ਦੀ, ਸਹਿਜ ਪਾਠ ਦੀਆਂ ਘਰ ਖੜ ਸਕਦੇ ਹੋ। ਸਤਿਕਾਰ ਨਾਲ ਘਰ ਸਹਿਜ ਪਾਠ ਦੀਆਂ ਸੈਂਚੀਆਂ ਰੱਖੋ। ਬੱਚਿਆਂ 'ਚ ਬਹਿ ਕੇ ਕਦੀ ਕਦਾਈ ਬਾਣੀ ਪੜ੍ਹਿਆ ਕਰੋ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਲੱਗੇ। ਮਾਪੇ ਮੋਬਾਈਲ ਵੇਖਦੇ ਨੇ ਤੇ ਬੱਚੇ ਮੋਬਾਈਲ ਮੰਗਦੇ ਨੇ। ਮਾਪੇ ਬਾਣੀ ਪੜ੍ਹਨਗੇ ਤੇ ਬੱਚੇ ਵੀ ਪੋਥੀਆਂ ਹੀ ਮੰਗਣਗੇ। ਸਾਡਾ ਸੁਭਾਅ ਆ, ਰੂਟੀਨ ਹੈ ਜਿੱਦਾਂ ਦਾ, ਥੋੜ੍ਹਾ ਥੋੜ੍ਹਾ ਸੁਭਾਅ ਇੱਦਾਂ ਦਾ ਬਣਾਓ। ਕੋਸ਼ਿਸ਼ ਕਰੋ ਸਾਡੇ ਘਰਾਂ 'ਚ ਗੁਰਮਤ ਮੈਗਜ਼ੀਨ, ਮਹੀਨੇ ਬਾਅਦ ਆਉਣ ਵਾਲੇ ਮੈਗਜ਼ੀਨ ਆਪਣੇ ਘਰਾਂ 'ਚ ਲਵਾਓ। ਮਹੀਨੇ ਬਾਅਦ ਕੋਈ ਮੈਗਜ਼ੀਨ ਦੇਣ ਆਵੇ ਸਾਡੇ ਘਰ, ਕੋਈ ਮੈਗਜ਼ੀਨ ਧਾਰਮਿਕ ਹੋਵੇ, ਉਹ ਹੀ ਵੇਖੇ ਕੋਈ ਬੱਚਾ, ਕੋਈ ਪੜ੍ਹੇ ਮਾੜਾ ਮੋਟਾ, ਕੋਈ ਚੀਜ਼ ਸਮਝ ਲੱਗੇ।
ਕਾਲਜ ਵੱਲੋਂ ਵੀ ਖਾਸ ਕਰਕੇ ਮੈਗਜ਼ੀਨ ਇੱਕ ਛਾਪਿਆ ਜਾਂਦਾ ਜਿਹਦੇ 'ਚ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਂਦੇ ਨੇ। ਜੇ ਕਿਸੇ ਦਾ ਸਵਾਲ ਹੋਵੇ ਤੁਸੀਂ ਸਵਾਲ WhatsApp ਤੇ ਭੇਜ ਸਕਦੇ ਹੋ, ਉਹਦਾ ਜਵਾਬ ਅਸੀਂ ਉਹਦੇ 'ਚ ਛਾਪਦੇ ਹਾਂ, ਉਹ ਤੁਸੀਂ ਪੜ੍ਹ ਵੀ ਸਕਦੇ ਹੋ। ਮੈਗਜ਼ੀਨ ਆਪਣੇ ਘਰ 'ਚ ਲਵਾ ਸਕਦੇ ਹੋ ਤਾਂ ਕਿ ਸਾਡੇ ਘਰ ਵਿੱਚ ਧਾਰਮਿਕ ਸਾਹਿਤ ਆਵੇ ਔਰ ਅਸੀਂ ਉਹਦੇ ਨਾਲ ਆਪਣੀ ਸਾਂਝ ਬਣਾ ਸਕੀਏ। ਜ਼ਰੂਰ ਬੇਨਤੀਆਂ ਨੂੰ ਪ੍ਰਵਾਨ ਕਰਿਓ। ਆਪ ਸਭਨਾਂ ਦਾ ਧੰਨਵਾਦ ਹੈ। ਸ਼ੁਕਰਾਨਾ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਬੋਲ ਕੋਈ ਚੰਗੇ ਲੱਗੇ ਹੋਣ ਉਹ ਮੇਰੇ ਨਹੀਂ, ਮੇਰੇ ਦਾਤੇ ਦੀ ਬਾਣੀ ਦੇ ਹਨ, ਹਿਰਦੇ 'ਚ ਵਸਾ ਲੈਣੇ। ਸ਼ਬਦ ਕੋਈ ਚੰਗਾ ਨਾ ਲੱਗਾ ਹੋਵੇ ਮੇਰਾ ਸਮਝ ਮੇਰੇ ਹਿਰਦੇ 'ਚ ਛੱਡ ਦੇਣਾ, ਮੇਰੀ ਝੋਲੀ 'ਚ ਪਾ ਦੇਣਾ। ਗੁਰੂ ਬਾਬੇ ਦੀਆਂ ਬਾਤਾਂ ਆਪਣੇ ਹਿਰਦੇ 'ਚ ਵਸਾ ਲੈਣੀਆਂ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰਿਆਂ